ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਲਿਸਨ ਅਪ ਵਿਦ ਅਰਸ਼ਦੀਪ ਬੱਟੂ ਦੇ ਸੈਗਮੈਂਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅੱਜ ਵੱਖਰੇ ਢੰਗ ਦੀ ਗੱਲਬਾਤ ਹੋਣ ਵਾਲੀ ਹੈ। ਅੱਜ ਇੱਕ ਸਿੱਖ ਹਿਸਟੋਰੀਅਨ, ਇਤਿਹਾਸਕਾਰ ਤੇ ਇੱਕ ਐਪ ਨੂੰ ਬਣਾਉਣ ਵਾਲੇ ਅੱਜ ਸਾਡੇ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਨਾਲ ਗੱਲਬਾਤ ਹੋਵੇਗੀ। ਜਦੋਂ ਸਿੱਖੀ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ, ਜਿਹਨੂੰ ਦੇਖਿਆ ਜਾ ਸਕਦਾ ਹੈ, ਜਾਂਚਿਆ ਜਾ ਸਕਦਾ ਹੈ ਤੇ ਜਿਹਦੇ ਬਾਰੇ ਪੜ੍ਹਿਆ ਜਾ ਸਕਦਾ ਹੈ ਤੇ ਜਿਹਨੂੰ ਦੇਖ ਕੇ ਕੁਝ ਸਿੱਖਿਆ ਜਾ ਸਕਦਾ ਹੈ। ਇਹ ਸਾਰੀ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਈ ਹਰਜਿੰਦਰ ਸਿੰਘ ਰਜਾਦਾ ਜੀ ਹੋਣਾ ਨੇ। ਤੁਸੀਂ ਜਦੋਂ ਇਹਨਾਂ ਦਾ ਨਾਮ ਸੁਣਦੇ ਆ ਤੇ ਤੁਹਾਡੇ ਦਿਮਾਗ ਦੇ ਵਿੱਚ ਉਹਨਾਂ ਦੀ ਸ਼ਕਲ ਆ ਜਾਂਦੀ ਹੈ, ਕਿਉਂਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਦਸ਼ਮੇਸ਼ ਦਰਬਾਰ ਦੀ ਗੱਲ ਕਰਦੇ ਹਾਂ ਤਾਂ ਉੱਥੇ ਵੀ ਤੁਸੀਂ ਬਹੁਤ ਲੋਕਾਂ ਨੇ ਸੁਣਿਆ ਹੋਣਾ ਇਹਨਾਂ ਨੂੰ। ਤੇ ਉਹ ਵੱਖ-ਵੱਖ ਪਲੇਟਫਾਰਮ ਦੇ ਉੱਤੇ, ਚਾਹੇ ਉਹ ਕੈਨੇਡਾ ਹੋਵੇ, ਭਾਰਤ ਹੋਵੇ, ਪੰਜਾਬ ਹੋਵੇ, ਹਰ ਜਗ੍ਹਾ ਦੇ ਉੱਤੇ ਇਹ ਸਿੱਖੀ ਦੇ ਬਾਰੇ ਨੌਲੇਜ ਦੇਣ ਦੀ ਕੋਸ਼ਿਸ਼ ਕਰਦੇ ਨੇ। ਤੇ ਹੁਣ ਤਾਂ ਸਾਡੇ ਤੱਕ ਇੱਕ ਐਪ ਪਹੁੰਚਾ ਦਿੱਤੀ ਹੈ। ਉਹ ਐਪ ਦੇ ਵਿੱਚ ਕੀ ਕੁਛ ਹੈ, ਕਿਵੇਂ ਉਹ ਐਪ ਨੂੰ ਅਸੀਂ ਡਾਊਨਲੋਡ ਕਰ ਸਕਦੇ ਹਾਂ ਤੇ ਐਪ ਦੇ ਵਿੱਚ ਕੀ ਕੁਝ ਹੈ ਜਿਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਸੋ ਭਾਈ ਸਾਹਿਬ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ, ਸਵਾਗਤ ਕਰ ਲੈਂਦੇ ਹਾਂ ਤੇ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਤੁਸੀਂ ਟਾਈਮ ਤੋਂ ਟਾਈਮ ਕੱਢਿਆ, ਇੱਥੇ ਪਹੁੰਚੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਦਾ ਧੰਨਵਾਦ ਅਰਸ਼ਦੀਪ ਜੀ। ਮੈਨੂੰ ਇਹ ਲੱਗਦਾ ਕਿ ਮੈਂ ਤੁਹਾਡੀ ਟੀਮ ਦਾ ਮੈਂਬਰ ਹਾਂ ਜਾਂ ਤੁਸੀਂ ਮੇਰੀ ਟੀਮ ਦੇ ਮੈਂਬਰ ਜੀ, ਕਿਉਂਕਿ ਲੈ ਦੇ ਕੇ ਤੇ ਗੱਲ ਫਿਰ ਸਿੱਖ ਪ੍ਰਚਾਰ ਦੀ ਆ। ਹਾਂਜੀ। ਸੋ ਜਿੰਨਾ ਚਿਰ ਇੱਕ ਬ੍ਰਿਜ ਕ੍ਰੀਏਟ ਨਹੀਂ ਹੁੰਦਾ ਤੁਹਾਡੇ ਸਿਸਟਮ ਦਾ ਸਾਡੇ ਸਿਸਟਮ ਦੇ ਨਾਲ, ਉਹਨਾਂ ਚਿਰ ਸੰਗਤਾਂ ਤੱਕ ਇਹ ਚੀਜ਼ਾਂ ਨਹੀਂ ਪਹੁੰਚਦੀਆਂ ਜੀ। ਤੇ ਮੈਨੂੰ ਇਹ ਲੱਗਦਾ ਕਿ ਤੁਸੀਂ ਮੇਰੀ ਹੈਲਪ ਕਰ ਰਹੇ ਜੀ। ਧੰਨਵਾਦ, ਥੈਂਕ ਯੂ ਤੁਹਾਡਾ ਜੀ। ਬਿਲਕੁਲ, ਕਿਉਂਕਿ ਜਿੱਥੇ ਚੰਗਾ ਕੰਮ ਹੁੰਦਾ ਹੋਵੇ ਉਹਦੇ ਨਾਲ ਕਹਿੰਦੇ ਆ ਮੋਢੇ ਨਾਲ ਮੋਢਾ ਲਾ ਕੇ ਖੜਨਾ ਜ਼ਰੂਰੀ ਹੋ ਜਾਂਦਾ। ਬਿਲਕੁਲ ਜੀ, ਬਿਲਕੁਲ। ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸਿੱਖ ਪ੍ਰਚਾਰ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਇੱਕ ਸਿੱਖ ਹਰ ਟਾਈਮ ਜ਼ਿੰਦਗੀ ਦੇ ਵਿੱਚ ਸਿੱਖਦਾ ਰਹਿੰਦਾ, ਤਾਂ ਹੀ ਤਾਂ ਅਸੀਂ ਸਿੱਖ ਹੈਗੇ ਆ। ਸੋ ਅਸੀਂ ਸਿੱਖਦੇ ਰਹਿੰਦੇ ਹਾਂ। ਪਰ ਜਦੋਂ ਅਸੀਂ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ, ਅਸੀਂ ਦੇਖਦੇ ਹਾਂ ਕਿ ਬਹੁਤ ਵੱਡਾ ਤੇ ਬਹੁਤ ਵਿਸ਼ਾਲ ਇਤਿਹਾਸ ਆ ਸਾਡਾ। ਉਹਨੂੰ ਰਿਸਰਚ ਕਰਨਾ, ਉਹਨਾਂ ਤੱਕ ਪਹੁੰਚਣਾ, ਉਹਨਾਂ ਜਿਹੜੇ ਇਤਿਹਾਸ ਦੇ ਵਿੱਚ ਰਹੇ ਨੇ, ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਲੋਕ ਨੇ, ਉਹਨਾਂ ਤੱਕ ਪਹੁੰਚ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ। ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਇਹ ਜਾਣਾਂਗੇ ਕਿ ਇਤਿਹਾਸਕਾਰ, ਹਿਸਟੋਰੀਅਨ ਤੁਹਾਡੇ ਨਾਮ ਦੇ ਨਾਲ ਲੱਗਿਆ, ਤੁਹਾਨੂੰ ਕਿਵੇਂ ਲੱਗਦਾ ਤੇ ਕਿਵੇਂ ਇਹ ਕੰਮ ਹੋ ਰਿਹਾ ਜੀ? ਮੈਨੂੰ ਇਸ ਤਰ੍ਹਾਂ ਲੱਗਦਾ ਜੀ ਅਰਸ਼ਦੀਪ ਜੀ, ਜਿਸ ਤਰ੍ਹਾਂ ਆਪ ਜੀ ਨੇ ਗੱਲ ਕੀਤੀ ਕਿ ਸਿੱਖ ਹਮੇਸ਼ਾ ਸਿੱਖਦਾ। ਸਿੱਖ ਦੇ ਅਰਥ ਹੀ ਇਹ ਨੇ ਕਿ ਜਿਸ ਦਿਨ ਉਸਦਾ ਅਖੀਰਲਾ ਸਵਾਸ ਆਉਂਦਾ ਨਾ, ਉਦਣ ਵੀ ਉਹ ਸਿੱਖਦਾ। ਉਦਣ ਵੀ ਉਹਨੂੰ ਇਹ ਪਤਾ ਲੱਗਦਾ ਕਿ ਅਖੀਰਲਾ ਸਵਾਸ ਜਾਂ ਮੌਤ ਇਹਨੂੰ ਕਹਿੰਦੇ ਨੇ। ਉਹ ਮੌਤ ਨੂੰ ਮਰਨਾ ਸਿੱਖਦਾ ਉਸ ਦਿਨ, ਉਹ ਸਰੀਰ ਦਾ ਮਰਨਾ। ਦੂਸਰੀ ਗੱਲ, ਤੁਹਾਡੇ ਵਰਗੇ ਭੈਣ ਭਰਾਵਾਂ ਨੇ, ਸਿੱਖ ਸੰਗਤਾਂ ਨੇ ਸ਼ਬਦ ਮੇਰੇ ਨਾਲ ਜੋੜਿਆ, ਪਰ ਮੈਨੂੰ ਇਹ ਲੱਗਦਾ ਕਿ ਮੈਂ ਉਸ ਲੈਵਲ ਦਾ ਨਹੀਂ ਆ। ਮੈਂ ਵੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ। ਸਿੱਖਦੇ ਅੱਜ ਗੁਰੂ ਸਾਹਿਬ ਜੀ ਨੇ ਤੁਹਾਡੇ ਸਟੂਡੀਓ ਤੱਕ ਪਹੁੰਚਾ ਦਿੱਤਾ। ਤੇ ਜਿੱਥੇ ਗੱਲ ਇਤਿਹਾਸ ਦੀ, ਇਤਿਹਾਸ ਦੇ ਜਦੋਂ ਅਸੀਂ ਅਰਥ ਕਰਦੇ ਹਾਂ ਅਰਸ਼ਦੀਪ ਜੀ, ਇਤਿਹਾਸ ਦਾ ਅਰਥ ਹੁੰਦਾ ਵਾ ਕਿ ਇਤਿਹਾਸ ਇਸ ਤਰ੍ਹਾਂ ਹਾਦਸੇ ਵਾਪਰੇ ਜੀ। ਕਹਾਣੀ ਦਾ ਅਰਥ ਹੁੰਦਾ ਵਾ ਕਹਾਂ ਨਹੀਂ, ਕਿ ਮੈਂ ਕਹਿ ਰਿਹਾ ਵਾਂ ਪਰ ਇਸ ਤਰ੍ਹਾਂ ਹੋਇਆ ਨਹੀਂ ਹੈ। ਸਾਖੀ ਦਾ ਅਰਥ ਹੁੰਦਾ ਵਾ ਸਾ ਆਖਾਂ ਜੋ ਦੇਖਾਂ ਆਖੀ, ਕਿ ਮੈਂ ਸਾਖੀ ਹਾਂ, ਮੈਂ ਐਵੀਡੈਂਸ ਹਾਂ, ਮੈਂ ਗਵਾਹ ਹਾਂ ਇਸ ਚੀਜ਼ ਦਾ ਕਿ ਇਹ ਹੋਇਆ ਵਾ, ਇਸ ਤਰ੍ਹਾਂ ਵਾਪਰਿਆ। ਮਿਥਿਹਾਸ ਦੇ ਅਰਥ ਹੁੰਦੇ ਨੇ ਕਿ ਮਿੱਥ ਕੇ ਉਹ ਹਾਦਸਿਆਂ ਦਾ ਮੈਂ ਵਰਣਨ ਕਰ ਰਿਹਾ ਵਾਂ, ਮੈਂ ਕਨਫਰਮ ਨਹੀਂ ਆ, ਮਿੱਥਿਆ ਹੋਇਆ ਵਾ, ਮੇਰਾ ਗੈਸ ਵਾਏ। ਸੋ ਮੈਨੂੰ ਇਹ ਲੱਗਦਾ ਕਿ ਇੰਨੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਪਿਓ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰੇ ਮਨ ਪਿਆਨੇ ਦਾਨਾ। ਸਾਡੀ ਐਪ ਦੀ ਪੰਕਤੀ ਵੀ ਇਹੀ ਆ ਕਿ ਇਹ ਇਸ ਤਰ੍ਹਾਂ ਦੇ ਇਤਿਹਾਸਕ ਵਾਪਰੇ ਜਿਹੜੇ ਨੇ, ਵਰਤਾਰੇ ਜਿਹੜੇ ਨੇ, ਗੁਰੂ ਕਾਲ ਤੋਂ ਜਾਂ ਸਿੱਖ ਕਾਲ ਤੋਂ ਇੰਨਾ ਵੱਡਾ ਖਜ਼ਾਨਾ ਵਾ। ਤੇ ਉਸ ਦੀ ਸੇਵਾ ਕਰਨਾ ਸਾਡਾ ਫਰਜ਼ ਵੀ ਆ ਐਜ਼ ਇੱਕ ਸਿੱਖ। ਐਜ਼ ਏ ਪ੍ਰਚਾਰਕ ਤਾਂ ਬਹੁਤ ਵੱਡੀ ਗੱਲ ਆ, ਐਜ਼ ਇੱਕ ਸਿੱਖ ਮੈਨੂੰ ਇਹ ਲੱਗਦਾ ਕਿ ਜਿੱਥੇ ਅਸੀਂ ਆਪਣੇ ਜੀਵਨ ਦਾ ਦਸਵੰਧ ਦਿੰਦੇ ਹਾਂ, ਦਸਵੰਧ ਤੋਂ ਭਾਵ ਕੇਵਲ ਮਾਇਆ ਨਹੀਂ ਆ, ਆਪਣੀ ਕਮਾਈ ਤੋਂ 10ਵਾਂ ਹਿੱਸਾ ਜਾਂ 24 ਘੰਟਿਆਂ ਚੋਂ 10ਵਾਂ ਹਿੱਸਾ, ਉਸੇ ਤਰੀਕੇ ਨਾਲ ਸਿੱਖ ਇਤਿਹਾਸ ਤੇ ਸਿੱਖ ਪ੍ਰਚਾਰ ਵਾਸਤੇ ਹਰ ਸਿੱਖ ਨੂੰ ਆਪਣਾ ਦਸਵੰਧ ਜਿਹੜਾ ਉਹ ਕੱਢਣਾ ਚਾਹੀਦਾ, ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ। ਤੇ ਮੇਰੇ ਦਸਵੰਧ ਦੇ ਰੂਪ ਚ ਗੁਰੂ ਸਾਹਿਬ ਨੇ ਮੇਰੇ ਕੋਲ ਇਹ ਸੇਵਾ ਲਈ। ਮੈਨੂੰ ਇਹ ਲੱਗਦਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਜਿਸ ਲੈਵਲ ਤੇ ਹੋਣਾ ਚਾਹੀਦਾ, ਉਸ ਲੈਵਲ ਦੇ ਉੱਤੇ ਮੈਂ ਕਦੇ ਕਦੇ ਕਹਿੰਦੀ ਹੁੰਦੀ ਹਾਂ ਕਿ ਸਾਡੀ ਤਰਾਸਦੀ ਹੈ ਕਿ ਨਹੀਂ ਹੋ ਰਿਹਾ। ਪਰ ਹਾਂ, ਜਦੋਂ ਅਸੀਂ ਸਿੱਖ ਦੀ ਗੱਲ ਕਰਦੇ ਹਾਂ ਤੇ ਦੂਰੋਂ ਪਛਾਣੇ ਜਾਂਦੇ ਹਾਂ ਕਿ ਇਹ ਇੱਕ ਸਿੱਖ ਹੈ, ਇੱਕ ਗੁਰੂ ਦਾ ਸਿੱਖ ਹੈ। ਅਸੀਂ ਹਮੇਸ਼ਾ ਗੁਰੂ ਦਾ ਸਿੱਖ, ਇੱਕ ਨਿਮਾਣੇ ਸਿੱਖ ਹੋ ਕੇ ਵਿਚਰਦੇ ਹਾਂ। ਜਦੋਂ ਅੱਜ ਟੈਕਨੋਲੋਜੀ ਦੇ ਜ਼ਮਾਨੇ ਦੀ ਗੱਲ ਕਰਦੇ ਹਾਂ ਤਾਂ ਅੱਜ ਟੈਕਨੋਲੋਜੀ ਉੱਥੋਂ ਤੱਕ ਲੈਵਲ ਤੱਕ ਪਹੁੰਚਦੀ ਹੈ ਕਿ ਦੁਨੀਆ ਚੰਦ ਤੋਂ ਵੀ ਬਾਅਦ ਦੇ ਗ੍ਰਹਿ ਜਿਹੜੇ ਆ ਉਹ ਲੱਭਣ ਲੱਗ ਗਈ ਹੈ। ਤੇ ਉਸ ਜ਼ਮਾਨੇ ਦੇ ਵਿੱਚ
ਫੋਨ ਹੋਣ, ਟੀਵੀ ਹੋਵੇ, ਇਹ ਸਾਰੀਆਂ ਚੀਜ਼ਾਂ ਸਾਡੇ ਤੱਕ ਸਾਧਨ ਨੇ ਜਿਹਦੇ ਨਾਲ ਅਸੀਂ ਇੱਕ ਦੂਜੇ ਤੱਕ ਇਨਫੋਰਮੇਸ਼ਨ ਪਹੁੰਚਾ ਸਕਦੇ ਹਾਂ। ਹੁਣ ਸਿੱਖਾਂ ਦੇ ਬਾਰੇ ਜਿਵੇਂ ਮੈਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਕਿ ਬਹੁਤ ਚੀਜ਼ਾਂ ਨੇ, ਵਿਸ਼ਾਲ ਹੈ, ਇੱਕ ਕਹਿ ਸਕਦੇ ਹਾਂ ਸਮੁੰਦਰ ਹੈ, ਕਿ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੱਕ ਨਹੀਂ ਪਹੁੰਚਦੀਆਂ ਜਾਂ ਲੋਕਾਂ ਤੱਕ ਨਹੀਂ ਪਹੁੰਚਦੀਆਂ, ਨੌਜਵਾਨਾਂ ਤੱਕ ਤਾਂ ਬਹੁਤ ਦੂਰ ਦੀ ਗੱਲ ਹੈਗੀ ਆ। ਤੁਸੀਂ ਇੱਕ ਕੋਸ਼ਿਸ਼ ਕੀਤੀ ਕਿ ਇੱਕ ਐਪ ਬਣਾਈ ਜਾਵੇ, ਕਿਉਂਕਿ ਅੱਜ ਕੱਲ ਐਪਲੀਕੇਸ਼ਨਸ ਦਾ, ਐਪ ਦਾ ਜ਼ਮਾਨਾ, ਟੈਕਨੋਲੋਜੀ ਦਾ ਜ਼ਮਾਨਾ। ਹੁਣ ਉਹ ਐਪ ਦਾ ਪਹਿਲਾਂ ਫੁਰਨਾ ਕਿਵੇਂ ਫੁਰਿਆ ਕਿ ਇੱਕ ਐਪ ਹੋਣੀ ਚਾਹੀਦੀ ਹੈ, ਸਿੱਖਾਂ ਦੇ ਲਈ ਐਪ ਹੋਣੀ ਚਾਹੀਦੀ ਹੈ, ਤੇ ਜਿਹਦੀ ਐਪ ਦਾ ਤੁਸੀਂ ਨਾਂ ਰੱਖਿਆ ਸਿੱਖ ਨੋਟਸ। ਮੈਨੂੰ ਇਸ ਤਰ੍ਹਾਂ ਲੱਗਾ ਕਿ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਜਾਂ ਪ੍ਰਭ ਕੈ ਸਿਮਰਨ ਸਭ ਕੁਛ ਸੂਝੈ। ਜਿਹੜੇ ਤੁਹਾਡੇ ਅੰਦਰ ਦੇ ਫੁਰਨੇ ਆਉਂਦੇ ਆ, ਪਰਮਾਤਮਾ ਤੁਹਾਡਾ ਹਨਾ ਉਹ ਗਾਈਡ ਕਰਦਾ ਤੁਹਾਨੂੰ ਕੋਈ ਵੀ ਕਾਰਜ ਕਰਨ ਵਾਸਤੇ, ਕੋਈ ਵੀ ਕੰਮ ਕਰਨ ਵਾਸਤੇ। ਐਕਚੁਅਲੀ ਮੈਂ ਹਮੇਸ਼ਾ ਇਹ ਗੱਲ ਸੋਚਦਾ ਸੀ, ਇਹ ਆਈਡੀਆ ਮੈਨੂੰ ਇਸ ਤਰ੍ਹਾਂ ਆਇਆ ਕਿ ਜਦੋਂ ਵੀ ਕਿਤੇ ਵੀ ਪ੍ਰਚਾਰ ਹੁੰਦਾ ਸੀ, ਸਮਾਗਮ ਹੁੰਦੇ ਸੀ, ਤੇ 3-4 ਬੁਲਾਰੇ ਜਦੋਂ ਆਉਂਦੇ ਸੀ, ਕੋਈ ਕਥਾਵਾਚਕ ਜਾਂ ਕੋਈ ਪ੍ਰਚਾਰਕ, ਉਹ ਜਿਹੜਾ ਵੀ ਗੁਰੂ ਸਾਹਿਬਾਨ ਦਾ ਦਿਹਾੜਾ ਹੁੰਦਾ ਸੀ, ਉਹ ਲੈ ਦੇ ਕੇ ਨਾ ਬਾਰ-ਬਾਰ ਉਹੀ 2-4 ਚੀਜ਼ਾਂ ਜਾਂ ਉਹ ਸਾਖੀਆਂ ਉਸੇ ਨੂੰ ਹੀ ਰਿਵਾਈਂਡ ਕਰੀ ਜਾਣਾ। ਤੇ ਮੈਨੂੰ ਮਹਿਸੂਸ ਹੁੰਦਾ ਸੀ ਕਿ ਇੰਨਾ ਵਿਸ਼ਾਲ ਸਾਡਾ ਇਤਿਹਾਸ ਆ, ਬਾਰ-ਬਾਰ ਉਹੀ ਚੀਜ਼ਾਂ ਕਿਉਂ ਡਿਸਕਸ ਹੋ ਰਹੀਆਂ ਨੇ ਸਾਡੇ ਸਟੇਜਾਂ ਤੇ। ਤੇ ਜਾਂ ਸਕੂਲਾਂ ਕਾਲਜਾਂ ਵਿੱਚ ਜਾ ਕੇ ਬੱਚਿਆਂ ਦੇ ਜਦੋਂ ਅਸੀਂ ਕੈਂਪ ਲਗਾਉਂਦੇ ਸੀ, ਤੇ ਉਹ ਵੀ ਮਤਲਬ ਚਾਹੁੰਦੇ ਸੀ ਕਿ ਇਸ ਤੋਂ ਅੱਗੇ ਹੋਰ ਕਿਹੜੀ ਗੱਲ ਆ, ਸਾਨੂੰ ਹੋਰ ਪਤਾ ਲੱਗੇ। ਤੇ ਮੇਰੇ ਮਨ ਚ ਆਉਂਦਾ ਸੀ ਕਿ ਕੋਈ ਇਹੋ ਜਿਹਾ ਪਲੇਟਫਾਰਮ ਹੋਵੇ ਜਿਹਦੇ ਤੇ ਜਿੱਦਾਂ ਹੁਣ ਪ੍ਰਚਾਰਕਾਂ ਦੀ ਗੱਲ ਕਰੀਏ, ਉਹਨਾਂ 'ਚ ਵੀ ਵਿਚਾਰਿਆਂ 'ਚ ਉਹ ਇੰਨੇ ਸਰਮਾਏਦਾਰ ਨਹੀਂ ਹੈ ਕਿ ਇੰਨੀਆਂ ਕਾਸਟਲੀ ਬੁੱਕਸ ਖਰੀਦਣ, ਉਹਨਾਂ ਨੂੰ ਪੜ੍ਹਨ ਤੇ ਫਿਰ ਉਹ ਪ੍ਰਚਾਰ ਕਰਨ। ਕੁਝ ਇਸ ਤਰ੍ਹਾਂ ਦਾ ਪਲੇਟਫਾਰਮ ਹੋਏ ਕਿ ਉਹਨਾਂ ਨੂੰ ਫ੍ਰੀ ਆਫ ਕਾਸਟ ਉਹ ਚੀਜ਼ ਮਿਲ ਜੇ, ਵੈਰਾਈਟੀਜ਼ ਆਫ ਸਬਜੈਕਟ ਮਿਲ ਜਾਣ। ਕੋਈ ਵੀ ਬੁਲਾਰਾ ਹੋਵੇ ਉਹ ਵੱਖਰੇ ਵੱਖਰੇ ਐਂਗਲ ਤੋਂ ਗੁਰੂ ਸਾਹਿਬ ਜੀ ਦੀ ਉਸ ਉਸਤਤ ਨੂੰ ਕਰੇ, ਗੁਰੂ ਸਾਹਿਬ ਦੀ ਸ਼ਖਸੀਅਤ ਨੂੰ, ਗੁਰੂ ਸਾਹਿਬ ਦੀ ਪਰਸਨੈਲਿਟੀ ਨੂੰ ਵੱਖਰੇ ਐਂਗਲ ਤੋਂ ਦੇਖਿਆ ਜਾਵੇ। ਜਿੱਦਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਅਸੀਂ ਸ਼ਖਸੀਅਤ ਦੀ ਗੱਲ ਕਰਦੇ ਤੇ ਬਹੁਤਾਤ ਪ੍ਰਚਾਰਕ ਜਿਹੜਾ ਉਹਨਾਂ ਦੇ ਜ਼ੰਗੀ ਜ਼ੋਹਰ ਦੀ ਗੱਲ ਕਰਦੇ ਨੇ, ਹੁਣ ਉਹਦੇ ਵਿੱਚ ਇਹ ਸੀ ਕਿ ਉਹਨਾਂ ਦੇ ਕਵੀ ਵਾਲੇ ਗੁਣ ਦੀ ਗੱਲ ਕੀਤੀ ਜਾਵੇ, ਉਹਨਾਂ ਦੇ ਦਿਆਲਤਾ ਦੀ ਗੱਲ ਕੀਤੀ ਜਾਵੇ। ਸੋ ਵੱਖਰੇ ਵੱਖਰੇ ਐਂਗਲ, ਇਹ ਗੱਲ ਜਿਹੜੀ ਮੇਰੇ ਮਨ ਦੇ ਵਿੱਚ ਆਈ। ਸੈਕੰਡਲੀ ਗੱਲ ਇਹ ਸੀ ਕਿ ਅਜੋਕੀ ਪੀੜ੍ਹੀ ਦੇ ਹਿਸਾਬ ਦੇ ਨਾਲ ਜੋ ਸਾਡਾ ਯੂਥ ਵਾ, ਉਹਦੀ ਸੋਚ ਦੇ ਹਿਸਾਬ ਨਾਲ ਹੁਣ ਯੂਥ ਜਿਹੜਾ ਸਭ ਤੋਂ ਵੱਧ ਕਿਹੜੀ ਚੀਜ਼ ਯੂਜ਼ ਕਰ ਰਿਹਾ, ਜੇ ਯੂਥ ਨਹੀਂ ਸਾਡੇ ਕੋਲ ਆ ਰਿਹਾ, ਅਸੀਂ ਯੂਥ ਤੱਕ ਕਿੱਦਾਂ ਪਹੁੰਚੀਏ। ਮੇਰਾ ਸੋਚਣ ਦਾ ਇਹ ਸੀ ਐਂਗਲ ਕਿ ਯੂਥ ਤੱਕ ਕਿੱਦਾਂ ਪਹੁੰਚਿਆ ਜਾਵੇ। ਯੂਥ ਤਾਂ ਆ ਨਹੀਂ ਰਿਹਾ, ਫਿਰ ਯੂਥ ਤੋਂ ਹੁਣ ਯੂਥ ਕੋ ਪਹੁੰਚਣ ਦਾ ਸਭ ਤੋਂ ਸੌਖਾ ਸਾਧਨ ਜਿਹੜਾ ਸੀ ਉਹ ਮੋਬਾਈਲ ਸੀ। ਤੇ ਪਹਿਲਾਂ ਤਾਂ ਕਿਉਂਕਿ ਇਹ ਗੱਲ ਹੈਗੀ ਤਕਰੀਬਨ 2009 ਦੇ ਕਰੀਬ ਦੀ, 8 ਜਾਂ 9 ਦੀ, ਜਦੋਂ ਮੈਨੂੰ ਇਹ ਮਨ ਦੇ ਵਿੱਚ ਆਈਡੀਆ ਆਇਆ। ਉਦੋਂ ਜ਼ਿਆਦਾ ਐਪ ਬਾਰੇ ਇੰਨਾ ਮੈਨੂੰ ਨਹੀਂ ਸੀ ਪਤਾ, ਮੈਨੂੰ ਵੈਬਸਾਈਟਸ ਦਾ ਪਤਾ ਸੀ ਕਿ ਵੈਬਸਾਈਟ ਬਣਾਈਏ ਜਾਂ ਇਸ ਤਰ੍ਹਾਂ ਕਰੀਏ। ਸ਼ੁਰੂਆਤ ਦੇ ਵਿੱਚ ਮੈਂ ਸੋਚਿਆ ਕਿ ਵੈਬਸਾਈਟ ਕੋਈ ਕ੍ਰੀਏਟ ਕੀਤੀ ਜਾਏ। ਫਿਰ ਮੇਰੇ ਮਨ ਚ ਆਈ ਗੱਲ ਕਿ ਵੈਬਸਾਈਟ ਤੇ ਹੋਰ ਵੀ ਨੇ, ਪਰ ਮੋਸਟਲੀ ਜਿਹੜੀ ਚੀਜ਼ ਯੂਜ਼ ਹੋ ਰਹੀ ਹੈ ਉਹ ਮੋਬਾਈਲ ਹੋ ਰਹੀ ਹੈ। ਤੇ ਮੋਬਾਈਲ ਦੇ ਉੱਤੇ ਵੈਬਸਾਈਟ ਜਿਹੜੀਆਂ ਉਹ ਘੱਟ ਬੱਚੇ ਜਾਂ ਯੂਥ ਖੋਲਦਾ, ਘੱਟ ਓਪਨ ਹੁੰਦੀਆਂ। ਸੋ ਜਿਹੜਾ ਬਹੁਤ ਜ਼ਿਆਦੀਆਂ ਚੀਜ਼ਾਂ ਯੂਜ਼ ਹੋ ਰਹੀਆਂ ਐਪ। ਫਿਰ ਉਹ ਵੈਬਸਾਈਟ ਤੋਂ ਮੇਰਾ ਜਿਹੜਾ ਸੀ ਆਈਡੀਆ ਉਹ ਐਪ ਦੇ ਵਿੱਚ ਕਨਵਰਟ ਹੋਇਆ। ਪ੍ਰੋਬਲਮ ਇਹ ਆ ਰਹੀ ਸੀ ਪ੍ਰਚਾਰ ਪ੍ਰਸਾਰ 'ਚ, ਅੱਜ ਵੀ ਆ ਰਹੀ ਆ, ਕਿ ਜਿਹੜਾ ਤਾਂ ਉਸ ਲੈਵਲ ਦੇ ਹੈਗੇ ਨੇ ਬੰਦੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਜਾਂ ਦੂਜੀ ਚੀਜ਼ ਦੀ ਨੌਲੇਜ ਵਾ, ਪੜ੍ਹੇ ਲਿਖੇ ਨੇ, ਵੈਲ ਐਜੂਕੇਟਡ ਨੇ, ਇਸ ਚੀਜ਼ ਨੂੰ ਜਾਣਦੇ। ਐਜੂਕੇਟਡ ਤੋਂ ਮਤਲਬ ਮੇਰਾ ਕਹਿਣ ਦਾ ਭਾਵ ਹੈ ਜਿਹਨਾਂ ਨੂੰ ਕੋਡਿੰਗ ਵਗੈਰਾ ਆਉਂਦੀ ਆ ਜਾਂ ਸਭ ਕੁਝ ਜਾਣਕਾਰ ਨੇ ਇਸ ਚੀਜ਼ ਦੇ, ਉਹ ਪ੍ਰਚਾਰ ਨਾਲ ਰਿਲੇਟਡ ਨਹੀਂ ਨੇ। ਜਿਹੜੇ ਪ੍ਰਚਾਰ ਨਾਲ ਰਿਲੇਟਡ ਆ ਉਹਨਾਂ ਨੂੰ ਕੋਡਿੰਗ ਬਾਰੇ ਪ੍ਰੋਫੈਸ਼ਨਲ ਨਹੀਂ ਆ। ਸੋ ਇੱਕ ਨਾ ਜਿਹੜਾ ਬ੍ਰਿਜ ਬਣਾਉਣ ਬਾਰੇ ਮੈਂ ਸੋਚਿਆ ਕਿ ਇਹ ਦੋਵਾਂ ਵਿੱਚ, ਯੂਥ ਦੇ ਵਿੱਚ ਪਲੱਸ ਪ੍ਰਚਾਰ ਦੇ ਵਿੱਚ, ਯੂਥ ਜਿਹੜਾ ਪ੍ਰਚਾਰ ਵਾਲੇ ਪਾਸੇ ਨਹੀਂ ਆ ਰਿਹਾ, ਪ੍ਰਚਾਰਕ ਜਿਹੜਾ ਯੂਥ ਦਾ ਹਾਣ ਦਾ ਨਹੀਂ ਹੋ ਰਿਹਾ। ਇਹ ਸਾਰੀ ਚੀਜ਼ ਨੂੰ ਸੋਚ ਕੇ, ਕੁਝ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਸੰਗਤ ਕਰਕੇ, ਸਾਰਿਆਂ ਦੀ ਸਲਾਹ ਲੈ ਕੇ ਫਿਰ ਦਿਮਾਗ ਦੇ ਵਿੱਚ ਆਇਆ ਕਿ ਕੁਝ ਐਸੀ ਐਪ ਹੋਵੇ ਕਿ ਜਿੱਥੇ ਤਕਰੀਬਨ ਇੱਕ ਵਿਸ਼ੇ ਨੂੰ ਲੈ ਕੇ ਉਹਦੇ 'ਚ ਵੈਰਾਈਟੀ ਆਫ ਸਬਜੈਕਟ ਘੱਟੋ ਘੱਟ 30 ਜਾਂ 35 ਹੋਣ, ਕਿ ਇੱਕ ਟਾਈਮ ਜੇ ਤੁਸੀਂ 10 ਬੁਲਾਰੇ ਵੀ ਆ ਜਾਣ, ਉਹ 10 ਮਿੰਟ ਪਹਿਲਾਂ ਜਾਂ 5 ਮਿੰਟ ਪਹਿਲਾਂ ਐਪ ਖੋਲੇ, ਉਹ ਵੱਖਰੇ ਵਿਸ਼ੇ ਨੂੰ ਇੱਕ ਵਾਰ ਪੜ੍ਹ ਲੇ, ਉਹਨੂੰ ਰਿਵਾਈਜ਼ ਕਰਕੇ ਤੇ ਉਹ ਆਪਣੇ ਵੱਖਰੇ ਐਂਗਲ ਤੋਂ ਉਸ ਗੁਰੂ ਸਾਹਿਬ ਜੀ ਦੀ ਉਸਤਤ ਰੱਖ ਸਕੇ। ਸੋ ਇਸ ਤਰੀਕੇ ਨਾਲ ਇਸ ਐਪ ਦੀ ਜਿਹੜੀ ਉਹ ਮਨ ਦੇ ਵਿੱਚ ਫੁਰਨ ਆਇਆ ਜੀ, ਤੇ ਗੁਰੂ ਸਾਹਿਬ ਨੇ ਸੇਵਾ ਲਈ। ਭਾਈ ਸਾਹਿਬ, ਜਿਵੇਂ ਤੁਸੀਂ ਇਹਦੀ ਗੱਲ ਕਰ ਰਹੇ ਆ ਕਿ ਐਪ ਜਿਹੜੀ ਆ ਉਹਦੀ ਸ਼ੁਰੂਆਤ ਹੋਈ, ਪਰ ਐਪ ਬਣਾਉਣਾ ਜਿਵੇਂ ਕਿ ਸੌਖੀ ਗੱਲ ਨਹੀਂ ਹੈਗੀ, ਕਿਉਂਕਿ ਪ੍ਰੋਫੈਸ਼ਨਲ ਕੋਲ ਜਾਣਾ, ਪ੍ਰੋਫੈਸ਼ਨਲ ਬੰਦਿਆਂ ਦੇ ਨਾਲ ਮਿਲਣਾ, ਕਿਵੇਂ ਇਹਦੇ ਵਿੱਚ ਹੋਣਾ ਚਾਹੀਦਾ, ਉਹ ਤਾਂ ਇੱਕ ਵੱਖਰਾ ਐਂਗਲ ਹੈ। ਪਰ ਇੱਕ ਐਂਗਲ ਇਹ ਵੀ ਹੈ ਕਿ ਜਦੋਂ ਕੋਈ ਗੁਰਬਾਣੀ ਦੇ ਨਾਲ ਰਿਲੇਟਡ ਹੁੰਦਾ, ਜਦੋਂ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਹੁੰਦਾ, ਸਾਡੇ ਧਰਮ ਦੇ ਨਾਲ ਰਿਲੇਟਡ ਹੁੰਦਾ, ਤਾਂ ਉਹਨੂੰ ਲੈ ਕੇ ਹਰ ਕਿਸੇ ਦੇ
ਕੋਲ ਡਿਫਰੈਂਟ ਚੀਜ਼ਾਂ ਨੇ, ਕਿਸੇ ਰਾਈਟਰ ਨੇ ਕੁਝ ਡਿਫਰੈਂਟ ਐਂਗਲ ਨਾਲ ਲਿਖਿਆ, ਕਿਸੇ ਨੇ ਡਿਫਰੈਂਟ ਐਂਗਲ ਨਾਲ। ਤੁਸੀਂ ਮੈਂਸ਼ਨ ਕੀਤਾ ਕਿ ਜਦੋਂ ਕੋਈ ਪੜ੍ਹਦਾ ਵੀ ਆ ਤਾਂ ਉਹ ਦੱਸਦਾ ਵੀ ਆਪਣੇ ਐਂਗਲ ਦੇ ਨਾਲ ਹੀ, ਆਪਣੇ ਸੋਚ ਦੇ ਨਾਲ, ਆਪਣੀ ਸੋਚ ਦੇ ਮੁਤਾਬਿਕ ਆ। ਹੁਣ ਜਦੋਂ ਕੋਈ ਵੀ ਗੱਲ ਹੁੰਦੀ ਹੈ, ਜਿਵੇਂ ਆਪਾਂ ਪਹਿਲਾਂ ਵੀ ਪ੍ਰੋਗਰਾਮ ਤੋਂ ਗੱਲ ਕਰ ਰਹੇ ਸੀ ਕਿ ਕਿੰਤੂ ਜ਼ਰੂਰ ਹੁੰਦੀ ਆ। ਹੁਣ ਬਹੁਤ ਕਹਿੰਦੇ ਹੁੰਦੇ ਨੇ ਫੂਕ ਕੇ ਕਦਮ ਰੱਖਣ ਵਾਲੀ ਗੱਲ ਹੋ ਜਾਂਦੀ ਆ। ਇਹ ਸਾਰੀਆਂ ਜਿੰਨਾ ਵੀ ਐਪ ਦੇ ਵਿੱਚ ਪਾਇਆ ਉਹ ਅੱਗੇ ਆਪਾਂ ਜ਼ਰੂਰ ਗੱਲ ਕਰਾਂਗੇ, ਪਰ ਇਹਨੂੰ ਕਿਵੇਂ ਤੁਸੀਂ ਕੀਤਾ, ਸਿੰਪਲੀਫਾਈ ਕਿਵੇਂ ਕੀਤਾ, ਕਿਆ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਇਹਦੇ ਅਰਥ ਇਸ ਤਰ੍ਹਾਂ ਦੇ ਨਾਲ ਹੋਣੇ ਚਾਹੀਦੇ ਨੇ, ਕਿੰਨੀ ਕੁ ਰਿਸਰਚ ਤੁਹਾਨੂੰ ਬੈਕ ਐਂਡ ਤੇ ਕਰਨੀ ਪਈ? ਐਕਚੁਅਲੀ ਪਹਿਲਾਂ ਤਾਂ ਇਹੀ ਸੀ ਕਿ ਆਪਾਂ ਕੁਝ ਕਰਨਾ ਜੀ। ਹਾਂਜੀ। ਫਿਰ ਉਸ ਤੋਂ ਮੈਂ ਹਮੇਸ਼ਾ ਜਦੋਂ ਸਕੂਲ ਕਾਲਜ ਚ ਸੈਮੀਨਾਰ ਦੇ ਵਿੱਚ ਮੈਂ ਜਾਂਦਾ ਨਾ, ਮੈਂ ਉੱਥੇ ਹਮੇਸ਼ਾ ਇੱਕ ਗੱਲ ਕਹਿਣਾ ਕਿ ਆਲ ਓਵਰ ਵਰਲਡ ਦੇ ਵਿੱਚ ਜਿਹੜੀ ਪਾਪੂਲੇਸ਼ਨ ਉਹ ਮੇਰੇ ਖਿਆਲ ਲਗਭਗ 7.5 ਅਰਬ ਦੇ ਆ ਮੇਬੀ, ਪਰ ਉਹਦੇ ਚ ਜਦੋਂ ਤੁਸੀਂ ਸੈਲੀਬ੍ਰਿਟੀਜ਼ ਕਾਊਂਟ ਕਰੋਗੇ ਤੇ ਮੈਨੂੰ ਨਹੀਂ ਲੱਗਦਾ ਕਿ 0.2% ਵੀ ਨਿਕਲਣਗੇ ਜਿਹੜੇ ਵਰਲਡ ਵਾਈਡ ਸੈਲੀਬ੍ਰਿਟੀਜ਼ ਨੇ। ਉਹਨਾਂ ਚ ਕਿਹੜਾ ਉਹ ਗੁਣ ਵਾ ਕਿ ਜਿਹੜਾ ਉਹਨਾਂ ਨੂੰ 7.5 ਅਰਬ ਤੋਂ ਉਹਨਾਂ ਦੀ ਸ਼ਖਸੀਅਤ ਵੱਖਰੀ ਹੋ ਗਈ ਹੈ ਨਾ, ਆਈਡੀਅਲ ਬਣ ਗਈ ਜਿਸ ਤਰ੍ਹਾਂ, ਤੇ ਉਹਨਾਂ ਨੂੰ ਦੇਖ ਕੇ ਹਰ ਕੋਈ ਸੋਚਦਾ ਕਿ ਮੈਂ ਵੀ ਸਕਸੈਸ ਹੋਵਾਂ ਲਾਈਫ ਦੇ ਵਿੱਚ। ਸੋ ਮੈਨੂੰ ਇਹ ਲੱਗਦਾ ਕਿ ਜੇ ਇਹਨੂੰ ਮੋਟੀ ਵੇਖੀਏ ਕਿ ਸਿਰਫ 2 ਚੀਜ਼ਾਂ ਜਦੋਂ ਕਲੀਅਰ ਹੋਣ ਤੁਹਾਨੂੰ ਵਿਜ਼ਨ ਦੇ ਵਿੱਚ, ਤੇ ਮੈਨੂੰ ਲੱਗਦਾ ਤੁਹਾਨੂੰ ਸਕਸੈਸਫੁਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ, ਗੁਰੂ ਸਾਹਿਬ ਦੇ ਥਾਪੜੇ ਸਦਕਾ ਜੀ। ਪਹਿਲੀ ਗੱਲ ਤੇ ਇਹ ਹੈ ਕਿ ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਵਾ ਕਿ ਮੈਂ ਕੀ ਕਰਨਾ ਵਾ। ਉਹਦੇ ਵਾਸਤੇ ਤੁਸੀਂ 1 ਮਹੀਨਾ 2 ਮਹੀਨਾ 4 ਜਾਂ 6 ਲੈ ਲਓ, ਆਰਾਮ ਨਾਲ ਸੋਚੋ ਕਿ ਮੈਨੂੰ ਕੀ ਕਰਨਾ ਚਾਹੀਦਾ, ਮੇਰੇ ਵਾਸਤੇ ਕਿਹੜੀ ਲਾਈਨ ਠੀਕ ਹੈ, ਜਾਂ ਕੋਈ ਵੀ ਤੁਸੀਂ ਆਈਡੀਆ ਲੈ ਰਹੇ ਜੀ ਕੋਈ ਵੀ ਕੰਮ ਕਰਨ ਦਾ। ਸਭ ਤੋਂ ਪਹਿਲਾਂ ਤੇ ਉਹਦੇ ਤੇ ਰਿਸਰਚ ਕਰੀ ਕਿ ਮੈਂ ਕੀ ਕਰਨਾ। ਸੈਕੰਡ ਇਹ ਆ ਕਿ ਮੈਂ ਕਿੱਦਾਂ ਕਰਨਾ। ਬਸ ਇਹ ਜਦੋਂ 2 ਗੱਲਾਂ ਤੁਹਾਡੇ ਕੋਲ ਕਲੀਅਰ ਹੋ ਜਾਣਗੀਆਂ ਤੇ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਤੁਹਾਡੀ ਮਿਹਨਤ ਨੂੰ ਰੰਗ ਲਾਉਣਗੇ ਤੇ ਤੁਹਾਨੂੰ ਸਕਸੈਸ ਜਿਹੜੀ ਉਹ ਦੇਣਗੇ। ਸੋ ਮੇਰਾ ਵੀ ਪਹਿਲਾ ਇਹੀ ਏਮ ਸੀ ਕਿ ਐਕਚੁਅਲੀ ਮੈਂ ਕੀ ਚਾਹੁੰਦਾ, ਕੀ ਹੋਣਾ ਚਾਹੀਦਾ। ਉਹਦੇ ਵਾਸਤੇ ਕਾਫੀ ਮਤਲਬ 1 ਸਾਲ ਜਿਹੜਾ ਮੈਨੂੰ ਲੱਗ ਗਿਆ। ਪਹਿਲਾਂ ਮੈਂ ਸੋਚ ਰਿਹਾ ਸੀ ਕਿ ਪਾਰਟੀਕੂਲਰ 365 ਡੇਜ਼ ਨੇ ਮੇਬੀ ਈਅਰ ਦੇ ਵਿੱਚ, ਤੇ ਇੱਕ ਦਿਨ ਦੀ ਹਿਸਟਰੀ ਲੈ ਲੈਣਾ। ਅੱਛਾ ਜੀ, ਕਿ ਅੱਜ ਆ ਹੋਇਆ ਸੀ, ਉਸ ਅਕੋਰਡਿੰਗ ਕੈਲੰਡਰ ਦੀ ਸ਼ੇਪ ਦੇ ਵਿੱਚ ਉਹਨੂੰ ਆਪਾਂ ਰੋਟੇਟ ਕਰਾਂਗੇ ਕਿ ਉਸ ਦਿਨ ਦਾ ਜਿਹੜਾ ਪ੍ਰੋਗਰਾਮ ਹੋਊਗਾ ਜਾਂ ਇਤਿਹਾਸਕ ਦਿਹਾੜਾ ਹੋਊਗਾ ਉਹ ਰੋਟੇਟ ਹੋ ਕੇ ਆਪਣੇ ਆਪ ਚੱਲੇ। ਪਰ ਫਿਰ ਮੇਰੇ ਮਨ ਦੇ ਵਿੱਚ ਆਏ ਕਿ ਕਿਉਂਕਿ ਕਈ ਵਾਰ ਜਦੋਂ ਅਸੀਂ ਸੰਬਤ ਦੀਆਂ ਡੇਟਾ ਜਾਂ ਆਪਣੀਆਂ ਇੰਗਲਿਸ਼ ਡੇਟਾ ਨੂੰ ਦੇਖਦੇ ਹਾਂ ਕ੍ਰੈਸ਼ ਹੁੰਦੀਆਂ ਨੇ, ਉਹਦੇ 'ਚ ਪ੍ਰੋਬਲਮ ਆਊਗੀ। ਫਿਰ ਸੈਕੰਡ ਵਿਜ਼ਨ ਹੈ ਕਿ ਹੁਣ ਕੀ ਕੀਤਾ ਜਾਵੇ। ਮੈਨੂੰ ਇਹ ਸੀ ਕਿ ਜਿੱਥੇ ਮਟੀਰੀਅਲ ਪ੍ਰਚਾਰ ਦਾ ਜ਼ਿਆਦਾ ਮੁਹੱਈਆ ਹੋਵੇ ਉੱਥੇ ਉਹਦੇ ਤੇ ਨਾ ਮਤਲਬ ਸਿੰਪਲਸਿਟੀ ਜ਼ਿਆਦਾ ਹੋਵੇ, ਕਿਉਂਕਿ ਇਹ ਐਪ ਚਲਾਉਣੀ ਕਿੰਨੇ ਆ ਗੱਲ ਨੂੰ। ਹਾਂਜੀ, ਜਾਂ ਤਾਂ ਬੱਚਿਆਂ ਨੇ, ਯੂਥ ਨੇ, ਜਾਂ ਉਹ ਪ੍ਰਚਾਰਕਾਂ ਨੇ ਜਿਹੜੇ ਹਜੇ ਤੱਕ ਬਿਲਕੁਲ ਇਹਦੇ ਤੋਂ ਮਤਲਬ ਉਨੀ ਸਿੱਖਿਆਤ ਨਹੀਂ ਆ ਆਪਾਂ ਕਿ ਇਹ ਸਿਸਟਮ ਦੇ ਵਿੱਚ ਸੌਖਾ ਹੋ ਜਾਏ, ਮਤਲਬ ਕਲਿੱਕ ਕੀਤਾ ਤੇ ਉਹ ਚੀਜ਼ ਸਾਹਮਣੇ ਆ ਜਾਏ। ਸੋ ਉਸ ਚੀਜ਼ ਨੂੰ ਮੁੱਖ ਰੱਖ ਕੇ ਫਿਰ ਮੈਂ ਇਹਦੀ ਵੰਡ ਕੀਤੀ ਫੋਲਡਰਾਂ ਦੀ। ਅੱਛਾ ਜੀ, ਉਹ ਆਪਾਂ ਅੱਗੇ ਗੱਲ ਕਰਦੇ ਹਾਂ ਕੀ ਫੋਲਡਰ ਹੋਣਗੇ। ਫਿਰ ਇਹ ਸੀ ਕਿ ਉਹਨਾਂ ਫੋਲਡਰਾਂ ਦੇ ਵਿੱਚ ਹੁਣ ਆਪਾਂ ਕਿਹੜੇ ਜਿਹੜੇ ਉਹ ਰਾਈਟਰਸ ਦੇ ਉਹ ਲੈਣੇ ਨੇ, ਕੀ ਪਾਉਣਾ, ਮਟੀਰੀਅਲ ਕੀ ਪਾਉਣਾ। ਜਿਸ ਤਰ੍ਹਾਂ ਆਪ ਜੀ ਨੇ ਗੱਲ ਕੀਤੀ ਕਿ ਬਹੁਤ ਕਰੰਟ ਐਡੀਸ਼ਨ ਬੜੀ ਹੁੰਦੀ ਹੈ ਕਿ ਕਿੰਤੂ ਪਰੰਤੂ ਬੜਾ ਹੁੰਦਾ ਵਾ। ਉਹਦੇ ਵਿੱਚ ਫਿਰ ਮੈਂ ਅਰਸ਼ਦੀਪ ਜੀ ਤਕਰੀਬਨ 1960 ਤੋਂ ਜਿਹੜੇ ਰਸਾਲੇ ਸੀ, ਮੈਗਜ਼ੀਨ ਸੀ, ਉਹ ਇਕੱਠੇ ਕਰਨੇ ਸ਼ੁਰੂ ਕੀਤੇ। ਅੱਛਾ ਜੀ, 1960 ਤੋਂ ਲੈ ਕੇ ਤਕਰੀਬਨ ਮੈਂ 2012-13 ਤੱਕ ਦੇ ਰਸਾਲੇ, ਉਹਦੇ ਵਿੱਚ ਕੋਈ ਵੀ ਗੁਰਮਤਿ ਦੇ ਰਸਾਲੇ। ਫਿਰ ਤੁਸੀਂ ਉਹ ਸਾਰੇ ਜਿੰਨੇ ਉਸ ਟਾਈਮ ਦੇ ਪਬਲਿਸ਼ਰਸ ਹੋਣਗੇ ਜਾਂ ਉਸ ਟਾਈਮ ਦੇ ਲੋਕ ਹੋਣਗੇ ਜਿਹੜੇ ਬਜ਼ੁਰਗ ਹੋ ਗਏ ਹੋਣਗੇ, ਫਿਰ ਸਾਰਿਆਂ ਤੱਕ ਪਹੁੰਚ ਕੀਤੀ ਜੀ। ਫਿਰ ਉਸ ਦੇ ਵਿੱਚ ਮੈਂ ਲਾਇਬ੍ਰੇਰੀਜ਼ ਦੇ ਵਿੱਚ ਗਿਆ, ਗੁਰਦੁਆਰਾ ਸਾਹਿਬ ਗਿਆ, ਸ਼੍ਰੋਮਣੀ ਕਮੇਟੀ ਦੇ ਆਫਿਸ ਗਿਆ, ਕਿਉਂਕਿ ਗੁਰਮਤਿ ਪ੍ਰਕਾਸ਼ ਰਸਾਲਾ ਇਹਨਾਂ ਤੋਂ ਵੀ ਛਪਦਾ ਸੀ, ਮਿਸ਼ਨਰੀ ਰਸਾਲੇ ਛਪਦੇ ਸੀ, ਮਤਲਬ ਜਿੰਨੇ ਵੀ ਸੀ ਉਹ ਸਾਰਿਆਂ ਨੂੰ ਕੀਤੇ। ਤੇ ਮੈਨੂੰ ਨਾ ਅੱਜ ਵੀ ਯਾਦ ਵਾ ਕਿ ਮੇਰਾ ਇੱਕ ਦੋਸਤ ਸੀ, ਉਹਦੇ ਕੋਲ ਮੈਟਾਡੋਰ ਸੀ। ਅੱਛਾ ਜੀ, ਉਹ ਰਸਾਲੇ ਇੰਨੇ ਹੋ ਗਏ ਕਿ ਉਹ ਡਬਲ ਬੈੱਡ ਦੀ ਸ਼ੀਟ ਦੇ ਵਿੱਚ ਸਾਨੂੰ ਫੜ ਕੇ ਤੇ ਬੰਨਣੇ ਪਏ ਨਾ, ਵੱਡੀਆਂ ਪੰਡਾ ਬੱਕਟ ਬਣਾਉਣੇ ਪਏ। ਉਹਨੂੰ ਫਿਰ ਮੈਂ ਨਾਲ ਲਿਆ, ਫਿਰ ਜਿੱਥੇ ਵੀ ਉਹ ਸੀ ਮੈਂ ਬੰਨ ਕੇ ਰੱਖੇ ਸੀ, ਨਾਲ ਲੈ ਕੇ ਜਾ ਕੇ ਚੁੱਕ ਕੇ ਤੇ ਉਹ ਮੈਟਾਡੋਰ ਦੇ ਵਿੱਚ ਰੱਖ ਕੇ ਉਹਨਾਂ ਨੂੰ ਘਰੇ ਲੈ ਕੇ ਆਇਆ। ਜਦੋਂ ਮੈਂ ਘਰੇ ਲੈ ਕੇ ਆਇਆ ਤੇ ਘਰ ਦੇ ਵੀ ਪਰੇਸ਼ਾਨ ਕਿ ਇੱਕ ਕਮਰਾ ਜਿਹੜਾ ਸੀ ਉਹ ਤਕਰੀਬਨ ਉਹਦੇ ਨਾਲ ਭਰ ਗਿਆ। ਅੱਛਾ, ਫਿਰ ਹੁਣ ਉਹ ਰੱਖ ਕੇ ਉਸ ਤੋਂ ਬਾਅਦ ਨਾ ਫਿਰ ਮੈਂ ਉਹਨਾਂ ਦੀ ਵੰਡ ਕੀਤੀ ਜੀ। ਉਹਨਾਂ ਦੀ ਵੰਡ ਦੇ ਵਿੱਚ ਮੈਂ ਕੀ ਕੀਤਾ ਕਿ ਸਾਰੇ ਉਹਨੂੰ ਮੰਥ ਵਾਈਜ਼ ਕੀਤਾ ਰਸਾਲਿਆਂ ਨੂੰ। ਅੱਛਾ ਜੀ, ਮੈਗਜ਼ੀਨ ਨੂੰ ਮੰਥ ਵਾਈਜ਼ ਮੈਂ ਇਸ ਕਰਕੇ ਕੀਤਾ ਕਿ ਉਹਦੇ 'ਚ ਫਿਰ ਮੇਰੇ ਨਾ ਸ਼ਾਰਟ ਕਰਨ ਵਾਸਤੇ ਮੈਨੂੰ ਸੌਖਾ ਹੋ ਜਾਣਾ ਸੀ ਕਿ ਉਸ ਮਹੀਨੇ ਦੇ ਵਿੱਚ ਆਹ ਦਿਹਾੜੇ ਨੇ, ਆਹ ਗੁਰੂ ਸਾਹਿਬ ਜੀ ਦਾ ਬਾਰੇ ਉਹਨਾਂ ਦੀ ਉਹ ਨੌਲੇਜ ਹੋਊਗੀ। ਉਹ ਸਾਰੇ ਵੱਖਰੇ ਕੀਤੇ ਜੀ।
ਫਿਰ ਜਿਹੜੇ ਉਹਦੇ ਵਿੱਚ ਕਈ ਇਸ ਤਰ੍ਹਾਂ ਵੀ ਆ ਗਏ ਕਿ ਸੇਮ ਵੀ ਆ ਗਏ, ਉਹ ਦੂਸਰੀ ਲਾਇਬ੍ਰੇਰੀ ਚੋਂ ਵੀ ਮਿਲ ਗਏ ਜਾਂ ਗੁਰਦੁਆਰਾ ਸਾਹਿਬ ਚੋਂ ਵੀ ਮਿਲ ਗਏ, ਉਹਨਾਂ ਦੀ ਸ਼ਾਂਤੀ ਕੀਤੀ ਜੀ ਸਾਰਿਆਂ ਦੀ, ਉਹਨਾਂ ਨੂੰ ਵੱਖਰਾ ਕੀਤਾ। ਹੁਣ ਫਿਰ ਇਹ ਪ੍ਰੋਬਲਮ ਆਈ, ਉਹ ਹੈ ਇੰਨੇ ਸੀ ਕਿ ਹੁਣ ਮੈਂ ਇਹਨਾਂ ਨੂੰ ਕੀ ਕਰਾਂ, ਕਿੱਧਰ ਇਹਨਾਂ ਨੂੰ ਮੈਂ ਸੇਵ ਰੱਖਾਂ, ਘਰੇ ਵੀ ਨਹੀਂ ਸੀ ਮੈਂ ਰੱਖ ਸਕਦਾ, ਜ਼ਿਆਦੇ ਸੀ। ਫਿਰ ਉਹਦੇ ਵਿੱਚ ਮੈਂ ਕੁਝ ਗੁਰਮਤ ਇੰਸਟੀਚਿਊਟ ਸੀ, ਉੱਥੇ ਕੁਝ ਪ੍ਰਚਾਰਕ ਸੀ, ਕੁਝ ਗੁਰਮਤ ਟੀਚਰ ਸੀ, ਫਿਰ ਉਹਨਾਂ ਕੋਲ ਜਾ ਕੇ ਮੈਂ ਗਿਫਟ ਕੀਤੇ ਉਹਨਾਂ ਨੂੰ, 4-4 5-5 ਦਾ ਬੰਡਲ ਬਣਾਇਆ ਤੇ ਉਹਨਾਂ ਨੂੰ ਮੈਂ ਗਿਫਟ ਕੀਤੇ। ਮੈਂ ਕਿਹਾ ਤੁਸੀਂ ਪੜ੍ਹਿਓ ਜਾਂ ਗਾੜੀ ਬੱਚਿਆਂ ਨੂੰ ਪੜ੍ਹਾਇਓ ਜਾਂ ਕਿਸ ਤਰ੍ਹਾਂ ਨਾ, ਤੇ ਉਹ ਇਸ ਤਰੀਕੇ ਨਾਲ ਉਹ ਕੀਤਾ। ਫਿਰ ਮੈਂ ਤੇ ਉਹਦੇ ਵਿੱਚੋਂ ਫਿਰ ਸ਼ਾਂਤੀ ਕੀਤੇ ਜੀ, ਮੈਂ ਆ ਸਾਰੇ ਲੇਖ ਪੜ੍ਹੇ, ਵਾਓ, ਤਕਰੀਬਨ ਜਿੰਨੇ ਸੀ। ਉਹਦੇ ਵਿੱਚ ਮੈਂ ਮਾਰਕਿੰਗ ਕੀਤੀ ਜੀ ਕਿ ਆ ਮੇਨ ਮੇਰਾ ਸੀ ਐਪ ਬਣਾਉਣ ਦਾ, ਅੱਜ ਵੀ ਆ ਮੇਰਾ, ਕਿ ਇਹਦੇ ਨਾਲ ਕੋਈ ਗੁਰਸਿੱਖ ਪਿਆਰਾ ਜਿਹੜਾ ਨਾ ਗੁਰੂ ਸਾਹਿਬ ਜੀ ਦੇ ਪਿਆਰ ਨਾਲ ਜੁੜੇ, ਜਿੱਥੇ ਉਹ ਨੌਲੇਜ ਗੇਨ ਕਰੇ, ਉੱਥੇ ਉਹਦਾ ਗੁਰੂ ਮਹਾਰਾਜ ਦੇ ਨਾਲ, ਗੁਰਦੁਆਰਾ ਸਾਹਿਬ ਨਾਲ, ਗੁਰੂ ਘਰ ਦੇ ਨਾਲ ਪਿਆਰ ਬਣੇ। ਸੋ ਐਸੀ ਕੋਈ ਗੱਲ ਇਹੋ ਜੀ ਨਾ ਆ ਜੇ ਜਿਹਦੇ ਨਾਲ ਕੋਈ ਕਿੰਤੂ ਪਰੰਤੂ ਦਾ ਇਸ਼ੂ ਬਣ ਜੇ ਜਾਂ ਕੋਈ ਕਿਸੇ ਦੇ ਮਨ ਤੇ ਸੱਟ ਵੱਜੇ, ਹਨਾ। ਪਿਆਰ ਭਾਵਨਾ ਵਾਲੀ ਚੀਜ਼ ਨੂੰ ਮੈਂ ਮੁੱਖ ਰੱਖ ਕੇ ਫਿਰ ਉਹ ਸਾਰੇ ਜਿਹੜੇ ਆਰਟੀਕਲ ਸੀ, ਲੇਖ ਸੀ, ਤੇ ਮੇਨਲੀ ਜਿਹੜੇ ਗੁਰਮੁਖ ਪਿਆਰਿਆਂ ਦੇ ਬਹੁਤ ਨਾਮ ਸੀ, ਉਹਨਾਂ ਨੂੰ ਮੈਂ ਮਾਰਕਿੰਗ ਕੀਤਾ ਜੀ, ਸਾਰੇ ਰਸਾਲਿਆਂ ਨੂੰ, ਸਾਰੇ ਰਸਾਲਿਆਂ ਦੇ ਵਿੱਚ ਸਾਰੇ ਲੇਖ ਨੂੰ, ਆਰਟੀਕਲ ਨੂੰ ਪੜ੍ਹ ਕੇ ਉਹਨਾਂ ਨੂੰ ਮਾਰਕ ਕੀਤਾ ਕਿ ਆਹ ਪਾਉਣਾ ਵਾ, ਆਹ ਨਹੀਂ ਪਾਉਣਾ, ਇਹਦੇ ਚ ਕਿੰਤੂ ਪਰੰਤੂ ਆ। ਉਹ ਸਾਰੇ ਪਾ ਕੇ ਜੀ ਫਿਰ ਸਾਰੇ ਉਹਨਾਂ ਨੂੰ ਫਿਰ ਗਰੁੱਪਿੰਗ ਕੀਤੀ। ਗਰੁੱਪਿੰਗ ਕਰਕੇ ਫਿਰ ਜੀ ਉਹਨਾਂ ਰਸਾਲਿਆਂ ਦੇ ਵਿੱਚੋਂ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨਾਲ ਸੰਬੰਧਿਤ ਜਿਹੜੇ ਲੇਖ ਨੇ ਜੀ, ਉਹ ਸਾਰੇ ਮੈਂ ਉਹਨਾਂ ਚੋਂ ਕਟਿੰਗ ਕੀਤੀ, ਉਹਦੀ ਫਿਰ ਇੱਕ ਫਾਈਲ ਬਣਾਈ। ਸਾਰੇ ਮਤਲਬ ਬਾਰ-ਬਾਰ ਮੈਨੂੰ ਰਸਾਲੇ ਦੇਖਣੇ ਪੈਂਦੇ ਸੀ, ਬਾਰ-ਬਾਰ। ਸੋ ਇਹਦੇ ਵਿੱਚ ਇਹ ਹੈ ਕਿ ਕੱਲੇ 10 ਗੁਰੂਆਂ ਦੀ, ਜਾਂ ਅਸੀਂ ਕਹਿ ਸਕਦੇ 11ਵਾਂ ਗੁਰੂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਤੋਂ ਇਲਾਵਾ ਚਾਹੇ ਉਹ ਭੱਟਾਂ ਦੀਆਂ ਬਾਣੀਆਂ ਹੋਣ, ਚਾਹੇ ਹੋਰ ਜਿੰਨਾ ਵੀ ਭਗਤਾਂ ਦੀਆਂ ਬਾਣੀਆਂ ਹੋਣ, ਉਹ ਸਾਰਾ ਕੁਝ ਇਕੱਠਾ ਕਰਕੇ ਇਸ ਐਪ ਦੇ ਵਿੱਚ ਲੈ ਕੇ ਆਂਦਾ ਗਿਆ। ਅਲੱਗ-ਅਲੱਗ ਫੋਲਡਰ ਜਿਹੜੇ ਬਣਾਏ ਗਏ ਆ। ਮੈਂ ਜਦੋਂ ਇਹ ਦੇਖ ਰਹੀ ਸੀ ਨਾ ਐਪ ਤੇ, ਇੰਨੀ ਚੰਗੀ ਤਰ੍ਹਾਂ ਇਹਨੂੰ ਕਲਾਸੀਫਾਈ ਕੀਤਾ ਗਿਆ, ਇੰਨੀ ਚੰਗੀ ਤਰ੍ਹਾਂ ਦੇ ਨਾਲ ਦੱਸਿਆ ਗਿਆ ਕਿ ਹਰ ਕੋਈ ਸਿੰਪਲ ਤਰੀਕੇ ਦੇ ਨਾਲ, ਕੋਈ ਵੀ ਇਹਦੇ ਚ ਇਹ ਨਹੀਂ ਹੈਗਾ ਐਪ ਦੇ ਵਿੱਚ ਕਿ ਬਹੁਤ ਕੰਪਲਿਕੇਟਡ ਹੈ, ਬਹੁਤ ਹੀ ਸੌਖੇ ਤਰੀਕੇ ਦੇ ਨਾਲ ਉਹਨੂੰ ਕੀਤਾ। ਤੇ ਜੇ ਹੁਣ ਮੈਂ ਪਹਿਲਾ ਫੋਲਡਰ ਹੀ ਗੁਰੂ ਸਾਹਿਬਾਨ ਦਾ ਕਲਿੱਕ ਕਰਦੀ ਆ ਤੇ ਸਾਰੇ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਨੇ ਉਹ ਨਾਮ ਸਮੇਤ ਤੁਹਾਨੂੰ ਓਪਨ ਹੋ ਜਾਂਦੇ। ਸੋ ਜਦੋਂ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਜੇ ਇਹ ਵਾਲਾ ਓਪਨ ਕਰਦੇ ਤੇ ਉਹਨਾਂ ਦੇ ਨਾਲ ਉਹਨਾਂ ਦੀ ਰਿਲੇਟਡ ਹਰ ਚੀਜ਼ ਜਿਹੜੀ ਸੌਖਿਆਂ ਤਰੀਕੇ ਦੇ ਨਾਲ ਜਿਹੜੀ ਓਪਨ ਹੁੰਦੀ ਆ। ਇਸੇ ਕਰਕੇ ਜਿਵੇਂ ਤੁਸੀਂ ਦੱਸ ਰਹੇ ਆ, ਇਹ ਐਪ ਬਣਾਉਣ ਤੇ ਤੁਹਾਨੂੰ ਘੱਟੋ ਘੱਟ 10 ਤੋਂ 12 ਸਾਲ ਲੱਗ ਗਏ। ਹਾਂਜੀ, 12 ਸਾਲ ਲੱਗ ਗਏ ਜੀ। ਵਾਓ। ਫਿਰ ਇਹ ਸਭ ਤੋਂ ਵਧੀਆ ਗੱਲ ਇਹ ਸੀ ਕਿ ਮਹਾਰਾਜ ਨੇ ਭਾਵਨਾ, ਮੇਨ ਗੱਲ ਇਹ ਸੀ ਭੈਣ ਜੀ ਕਿ ਮੈਨੂੰ ਇਹ ਲੱਗਦਾ ਸੀ ਕਿ ਮੈਂ ਐਜ਼ ਏ ਸਨ ਆਪਣਾ ਫਰਜ਼ ਨਿਭਾ ਰਿਹਾ, ਆਪਣੇ ਮੰਮੀ ਪਾਪਾ ਦੀ ਸੇਵਾ ਕਰਕੇ, ਐਜ਼ ਏ ਹਸਬੈਂਡ ਮੈਂ ਆਪਣਾ ਫਰਜ਼ ਨਿਭਾ ਰਿਹਾ, ਐਜ਼ ਏ ਫਾਦਰ ਮੈਂ ਆਪਣਾ ਫਰਜ਼ ਨਿਭਾ ਰਿਹਾ, ਪਰ ਐਜ਼ ਏ ਸਿੱਖ ਮੇਰਾ ਫਰਜ਼ ਵੀ ਕੁਛ ਹੈਗਾ। ਤੇ ਮੈਂ ਆਪਣੇ ਪੰਥ ਨੂੰ, ਕੌਮ ਨੂੰ, ਗੁਰੂ ਸਾਹਿਬ ਨੂੰ, ਹਨਾ, ਉਹਦੇ 'ਚ ਮੈਂ ਕੀ ਆਪਣਾ ਯੋਗਦਾਨ ਕਰ ਸਕਦਾ। ਮੈਨੂੰ ਇਹ ਲੱਗਦਾ ਸੀ ਹਮੇਸ਼ਾ ਤੋਂ ਕਿ ਜਦੋਂ ਸਾਰਿਆਂ ਦੇ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਨ ਹਾਰ, ਸਾਰਿਆਂ ਨੇ ਇੱਕ ਦਿਨ ਜਾਣਾ, ਜੋ ਪੁਜਿਓ ਸੋ ਬਿਨਸ ਹੈ। ਮੈਨੂੰ ਇਹ ਲੱਗਦਾ ਸੀ ਕਿ ਜਿਸ ਦਿਨ ਮੈਂ ਪੰਜ ਭੂਤਕ ਸਰੀਰ ਨੂੰ ਛੱਡਾਂਗਾ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੋਣਗੇ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ, ਤੇ ਉਹ ਮੈਨੂੰ ਦੇਖ ਕੇ ਸੰਬੋਧਨ ਕਰਨਗੇ, ਪੁੱਤ ਮੈਂ ਤੈਨੂੰ ਭੇਜਿਆ ਸੀ, ਤੂੰ ਕੀ ਕਰਕੇ ਆ ਪੰਥ ਵਾਸਤੇ, ਤੂੰ ਕੌਮ ਵਾਸਤੇ ਕੀ ਕਰਕੇ ਆ। ਸੋ ਇਹ ਜਿਹੜੀ ਚੀਜ਼ ਸੀ ਨਾ, ਇਹ ਮੈਨੂੰ ਬਾਰ-ਬਾਰ ਅੰਦਰੋਂ ਮਤਲਬ ਕੁਛ ਹਲੂਣ ਦੇ ਸੀ ਕਿ ਕੁਛ ਕਰ, ਤੂੰ ਕੁਛ ਕਰ ਸਕਦਾ। ਉਹ ਜਦੋਂ ਸਾਰਾ ਕੁਝ ਵੇਖਿਆ, ਮੈਂ ਕਿਹਾ ਆਪਾਂ ਇੰਨਾ ਕੁ ਕੁਛ ਕਰ ਸਕਦੇ ਆ ਤੇ ਚਲੋ ਇਹ ਕਰਦੇ ਆ ਜੀ। ਕਿਉਂਕਿ ਅੱਜ ਕੱਲ ਦੇ ਨੌਜਵਾਨ ਜਾਂ ਯੂਥ ਜਿਹੜਾ ਆ, ਉਹ ਪ੍ਰਚਾਰ ਜਿਹੜਾ ਉਹ ਸਹੀ ਤਰੀਕੇ ਨਾਲ ਹੋਵੇ ਤਾਂ ਉਹ ਉਹਦੇ ਨਾਲ ਜੁੜਨ, ਕਿਉਂਕਿ ਬਹੁਤ ਸਾਰੇ ਲੋਕ ਜੁੜਦੇ ਆ। ਮੈਂ ਅੱਖਾਂ ਦੇ ਨਾਲ ਐਗਜ਼ਾਮਪਲ ਦੇਖੀਆਂ ਨੇ, ਉਹ ਲੋਕ ਜਿਹੜੇ ਕਿ ਬਿਲਕੁਲ ਵੀ ਸਿੱਖੀ ਦੇ ਵਿੱਚ ਨਹੀਂ ਸੀਗੇ, ਇੱਥੇ ਆਏ, ਇੱਥੇ ਆ ਕੇ ਛੋਟੇ ਹੁੰਦੇ ਤੋਂ, ਚਾਹੇ ਉਹ ਛੋਟੀ ਉਮਰ ਚ ਆਏ ਜਾਂ ਇੱਥੇ ਜੰਮੇ ਪਲੇ ਨੇ, ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਬਾਣੇ ਚ ਨਹੀਂ ਸੀ, ਦਸਤਾਰ ਨਹੀਂ ਬੰਨਦੇ ਸੀ, ਦਾੜਾ ਪ੍ਰਕਾਸ਼ ਨਹੀਂ ਕੀਤਾ ਹੋਇਆ ਸੀ, ਪਰ ਜਦੋਂ ਉਹਨਾਂ ਨੂੰ ਇੱਕ ਚੰਗੇ ਪ੍ਰਚਾਰਕ ਦੇ ਨਾਲ ਜੁੜੇ, ਉਹ ਚੰਗੀ ਉਹਨਾਂ ਨੂੰ ਪਤਾ ਲੱਗਿਆ ਕਿ ਸਿੱਖੀ ਕੀ ਹੈ, ਅੱਜ ਅੰਮ੍ਰਿਤ ਤੱਕ ਛਕਿਆ ਹੋਇਆ ਉਹਨਾਂ ਨੇ, ਤੇ ਅਸੀਂ ਅੰਮ੍ਰਿਤ ਤੋਂ ਬਹੁਤ ਦੂਰ ਹੈਗੇ ਆ। ਸੋ ਉੱਥੋਂ ਤੱਕ ਲੈ ਕੇ ਆਉਣ ਦੇ ਲਈ ਬਹੁਤ ਘੱਲਣੀ ਪੈਣੀ ਆ, ਤੇ ਜਿਹਦੇ ਚ ਤੁਸੀਂ ਆਪਦਾ ਯੋਗਦਾਨ ਪਾ ਰਹੇ ਆ। ਇਹ ਐਪ ਇੱਕ ਆਏ ਐਪ ਨਹੀਂ ਹੈਗੀ ਕਿ ਚਲੋ ਇੱਕ ਐਪ ਬਣਾ ਦਿੱਤੀ ਆ, ਇਹਦੇ ਵਿੱਚ ਬਹੁਤ ਕੁਝ ਆ। ਹੁਣ ਜਦੋਂ ਅਸੀਂ ਇਹਦੇ ਫੰਡਾਮੈਂਟਲਸ ਦੀ ਗੱਲ ਕਰਦੇ ਆ, ਬਹੁਤ ਕੁਝ ਹੈ ਇਹਦੇ ਵਿੱਚ ਤੁਸੀਂ ਕਿਵੇਂ ਇਹਨਾਂ ਨੂੰ ਕੀਤਾ ਕਿ ਅਲੱਗ-ਅਲੱਗ ਕਿਵੇਂ ਇਹਨਾਂ ਨੂੰ ਫੋਲਡਰ ਬਣਾਏ।
ਸੋ ਇਹ ਫੋਲਡਰਸ ਦੇ ਬਾਰੇ ਦੱਸੋ ਜੀ। ਇਹਦੇ ਵਿੱਚ ਤਕਰੀਬਨ ਜਦੋਂ ਮੈਂ ਸ਼ੁਰੂਆਤ ਕੀਤੀ ਸੀ, ਇਹਦਾ ਨਾਂ ਸਿੱਖ ਨੋਟਸ ਰੱਖਣ ਦਾ ਕਾਰਨ ਵੀ ਇਹ ਸੀ ਕਿ ਇਹਦੇ 'ਚ ਪਹਿਲਾਂ ਸਿਰਫ ਮੈਂ PDF ਫਾਈਲਸ ਜਿਹੜੇ ਸੀ ਨਾ ਲਿਖਤੀ ਰੂਪ 'ਚ ਪਾਇਆ ਸੀ। ਮੈਨੂੰ ਇਹ ਲੱਗਦਾ ਸੀ ਕਿ ਸਾਡੇ ਐਕਚੁਅਲੀ ਮੇਨਲੀ ਮੈਂ ਪਹਿਲਾਂ ਪ੍ਰਚਾਰਕਾਂ ਵਾਸਤੇ ਬਣਾਏ ਸੀ। ਅੱਛਾ ਜੀ। ਕਿ ਪ੍ਰਚਾਰਕਾਂ ਦੇ ਥਰੂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਸਮਾਗਮਾਂ ਦੇ ਵਿੱਚ ਇਹ ਪ੍ਰਚਾਰ ਹੋਵੇ। ਉਹਦੇ ਵਿੱਚ ਫਿਰ ਕੀ ਕੀਤਾ ਮੈਂ ਕਿ ਪਹਿਲਾਂ ਇਹਦੇ 'ਚ ਫੋਲਡਰ ਵੱਖਰੇ ਫੋਲਡਰ ਬਣਾਏ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਜੀ। ਇੱਕ ਫੋਲਡਰ 'ਚ ਗੁਰੂ ਸਾਹਿਬਾਂ ਦਾ ਸਾਰਾ ਅਸੀਂ ਰੱਖਿਆ ਨਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਦਾ ਵੱਖਰਾ ਫੋਲਡਰ ਆ। ਉਸ ਫੋਲਡਰ ਦੇ ਵਿੱਚ ਵੱਖਰੇ ਸਬਜੈਕਟਸ ਨੇ ਜੀ। ਉਸ ਫੋਲਡਰ ਦੇ ਵਿੱਚ ਤੁਸੀਂ 30 ਜਾਂ 35 ਵੱਖਰੇ ਵਿਸ਼ੇ ਨੇ। ਉਹਦੇ ਨਾਲ ਫਿਰ ਸੈਕੰਡ ਫੋਲਡਰ ਜਿਹੜਾ ਵਾ ਉਹ ਭਗਤਾਂ ਦਾ ਆ ਜਾਂਦਾ ਜੀ। ਥਰਡ ਫੋਲਡਰ ਭੱਟਾਂ ਦਾ। ਫੋਰਥ ਫੋਲਡਰ ਵਿੱਚ 5 ਪਿਆਰੇ ਤੇ 4 ਸਾਹਿਬਜ਼ਾਦੇ, ਮਤਲਬ ਜਿਹੜੀ ਵੀ ਚੀਜ਼ ਜਿਹੜੇ ਵੀ ਸਬਜੈਕਟ ਦੀ ਤੁਹਾਨੂੰ ਲੋੜ ਉਹਨੂੰ ਕਲਿੱਕ ਕਰੋ ਤੇ ਉਹਦੇ ਚ ਆ ਜਾਏਗਾ। ਇਸੇ ਤਰੀਕੇ ਨਾਲ ਖਾਲਸਾ ਪੰਥ ਦਾ ਫੋਲਡਰ ਆ ਜੀ। ਖਾਲਸਾ ਪੰਥ ਤੋਂ ਅੱਗੇ ਗੁਰਸਿੱਖਾਂ ਦਾ ਫੋਲਡਰ ਆ। ਗੁਰਸਿੱਖਾਂ ਦੇ ਫੋਲਡਰ ਦੇ ਅੰਦਰ ਫਿਰ 2 ਫੋਲਡਰ ਨੇ ਜੀ। ਇੱਕ ਤੇ ਗੁਰਸਿੱਖ ਭਾਈਆਂ ਦਾ ਤੇ ਇੱਕ ਗੁਰਸਿੱਖ ਮਾਈਆਂ ਦਾ, ਬੀਬੀਆਂ ਦਾ। ਉਸ ਤੋਂ ਬਾਅਦ ਸਿੱਖ ਸ਼ਹੀਦਾਂ ਦਾ ਫੋਲਡਰ ਵਾ ਜੀ। ਉਹਦੇ ਚ ਸ਼ਹੀਦਾਂ ਬਾਰੇ ਜਾਣਕਾਰੀ ਆ। ਸਿੱਖ ਜਰਨੈਲਾਂ ਦਾ ਫੋਲਡਰ ਆ ਜੀ। ਉਸ ਤੋਂ ਬਾਅਦ 18ਵੀਂ ਸਦੀ ਜਿਹੜੇ ਘੱਲੂਘਾਰੇ ਹੋਏ ਨੇ ਉਹਨਾਂ ਦਾ ਜੀ। ਸਿੱਖ ਰਾਜ ਦਾ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਜੀ, ਖਾਲਸਾ ਰਾਜ। ਉਸ ਤੋਂ ਬਾਅਦ ਸਿੱਖ ਲਹਿਰਾਂ, ਜਿਹਦੇ ਵਿੱਚ ਸਾਡੇ ਸਿੱਖਾਂ ਦਾ ਯੋਗਦਾਨ ਸੀ, ਜਿਹਦੇ ਵਿੱਚ ਲਹਿਰਾਂ ਚਲਾਈਆਂ ਗਈਆਂ ਹਨ। ਉਸ ਤੋਂ ਬਾਅਦ ਸਿੱਖ ਮੋਰਚੇ, ਜਿਹੜੇ ਮੋਰਚੇ ਲੱਗੇ ਨੇ ਗੁਰਦੁਆਰਾ ਸਾਹਿਬ ਦੇ। ਉਸ ਤੋਂ ਬਾਅਦ ਰਾਗਨਾਦ। ਇਹ ਫੋਲਡਰ ਜਿਹੜਾ ਨਾ, ਇਹਦੇ ਚ ਸਾਰਾ ਰਾਗਾਂ ਬਾਰੇ ਜਾਣਕਾਰੀ। ਅੱਛਾ ਜੀ। ਕਈ ਭੈਣ ਭਰਾ ਇਹੋ ਜਿਹੇ ਨੇ ਜਾਂ ਬੱਚੇ ਇਹੋ ਜਿਹੇ ਨੇ, ਉਹ ਕੀਰਤਨ ਦੇ ਵਿੱਚ ਰੁਚੀ ਰੱਖਦੇ ਨੇ, ਰਾਗ ਦੇ ਵਿੱਚ ਰੁਚੀ ਰੱਖਦੇ ਨੇ। ਇਹਦੇ ਚ ਸਾਰੀ ਇਨਫੋਰਮੇਸ਼ਨ ਜਿਹੜੇ ਵੱਖਰੇ ਐਂਗਲ ਤੋਂ ਰਾਗਾਂ ਬਾਰੇ ਆ ਜੀ। ਉਸ ਤੋਂ ਬਾਅਦ ਗੁਰੂ ਘਰ ਦੇ ਕੀਰਤਨੀਆਂ ਦਾ ਇੱਕ ਫੋਲਡਰ ਹੈ ਜੀ, ਜਿਹਦੇ ਚ ਭਾਈ ਮਰਦਾਨਾ ਜੀ ਹੁਣੀ ਤੇ ਜਾਂ ਅਜੋਕੇ ਕੀਰਤਨੀਏ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਬਹੁਤ ਲੰਮਾ ਸਮਾਂ ਸੇਵਾ ਕੀਤੀ ਤੇ ਸੇਵਾ ਤੇ ਸਿਮਰਨ ਦੇ ਜਿਹੜੇ ਪੁੰਜ ਸੀ ਉਹਨਾਂ ਦਾ ਜੀਵਨ ਹੈ ਜੀ। ਉਸ ਤੋਂ ਬਾਅਦ ਸਿੱਖ ਸ਼ਖਸੀਅਤਾਂ। ਹੁਣ ਇਹ ਸਿੱਖ ਸ਼ਖਸੀਅਤਾਂ ਦੇ ਵਿੱਚ ਉਹ ਸਿੱਖ ਰਾਈਟਰ ਨੇ ਜਿਹੜੀਆਂ ਸਿੱਖ ਸ਼ਖਸੀਅਤਾਂ, ਜਿਹਦਾ ਭਾਈ ਵੀਰ ਸਿੰਘ ਹੋਣੀ ਹੋ ਗਏ, ਭਾਈ ਰਣਧੀਰ ਸਿੰਘ ਜੀ ਹੋਣੀ ਹੋ ਗਏ ਅਖੰਡ ਕੀਰਤਨੀ ਜਥੇ ਵਾਲੇ, ਭਾਈ ਕਾਨ ਸਿੰਘ ਨਾਭਾ ਹੋ ਗਏ, ਕਰਮ ਸਿੰਘ ਹਿਸਟੋਰੀਅਨ ਹੋ ਗਏ, ਮਤਲਬ ਜਿਨ੍ਹਾਂ ਨੇ ਯੋਗਦਾਨ ਪਾਇਆ ਸਿੱਖੀ ਲਹਿਰ ਪ੍ਰਚਾਰ ਵਾਸਤੇ। ਉਸ ਤੋਂ ਬਾਅਦ ਅਗਲੇ ਜਿਹੜੇ ਤੁਸੀਂ 3 ਫੋਲਡਰ ਦੇਖੋਗੇ ਨਾ, ਇਹ ਯੂਥ ਵਾਸਤੇ ਹੈ ਜੀ। ਸਪੈਸ਼ਲੀ ਹੈ ਤੇ ਸਾਰਾ ਯੂਥ ਵਾਸਤੇ, ਪਰ ਇਹ 3 ਫੋਲਡਰ ਯੂਥ ਵਾਸਤੇ ਹੈ। ਇੱਕ ਫੋਲਡਰ ਹੈ ਜੀ ਵਾਰਤਾਲਾਪ ਦਾ। ਅੱਛਾ ਜੀ। ਇਹਦੇ ਵਿੱਚ ਅਸੀਂ ਨਾ ਛੋਟੇ ਵਾਰਤਾਲਾਪ ਮੀਨਸ ਜਿਸ ਤਰ੍ਹਾਂ ਕਿ ਇੱਕ ਛੋਟਾ ਜਿਹਾ ਗੁਰਮਤ ਦਾ ਨਾਟਕ ਪੇਸ਼ ਕਰਦੇ ਆ। ਉਹਦੇ ਚ ਅਸੀਂ ਪਾਤਰ ਬਣਾਉਂਦੇ ਆ ਕਿ ਤੂੰ ਗਰਜਾ ਸਿੰਘ ਆ ਜੀ, ਤੂੰ ਆਹ ਵਾ ਜੀ, ਤੂੰ ਫਲਾਣ, ਹਨਾ। ਇੱਕ ਅਸੀਂ ਉਹਨਾਂ ਨੂੰ ਪਲੇ ਕਰਨ ਵਾਸਤੇ ਇੱਕ ਟੌਪਿਕ ਦੇ ਦਿੰਦੇ ਆ ਕਿ ਇਹ ਗੁਰਮਤ ਦੇ ਕੈਂਪਾਂ ਦੇ ਵਿੱਚ ਚੱਲਦਾ, ਜਿਸ ਤਰ੍ਹਾਂ ਕਿ ਬੱਚਾ ਜਿਹੜਾ ਵਾ ਪਲੇਇੰਗ ਮੈਥਡ ਦੇ ਨਾਲ ਗੁਰਮਤ ਦੀ ਸਿਖਲਾਈ ਲੈ ਲੇ। ਸੋ ਉਹਦੇ ਚ ਉਹ ਪਾਤਰ ਹੁੰਦੇ, ਕਰੈਕਟਰਸ ਹੁੰਦੇ ਨੇ। ਉਹ ਕਰੈਕਟਰਸ ਦੇ ਥਰੂ ਅਸੀਂ ਉਹਨਾਂ ਦੇ ਨਾਲ ਡਾਇਲੌਗਸ ਲਿਖੇ ਨੇ। ਫਿਰ ਉਹ 3-4 ਡਾਇਲੌਗਸ ਯਾਦ ਕਰਦੇ ਨੇ ਤੇ ਉਹਨੂੰ ਐਜ਼ ਇੱਕ ਛੋਟੇ ਜਿਹੇ ਨਾਟਕੀ ਰੂਪ ਚ ਵਾਰਤਾਲਾਪ, ਡਿਸਕਸ਼ਨ। ਫਿਰ ਉਹਦੇ ਡਿਸਕਸ਼ਨ ਦੇ ਵਿੱਚ ਕੀ ਆਉਂਦਾ, ਜਿੱਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਡਿਸਕਸ਼ਨ ਹੋਊਗੀ, ਵਹਿਮਾਂ ਭਰਮਾਂ ਬਾਰੇ ਡਿਸਕਸ਼ਨ ਹੋਊਗੀ, ਇਸ ਤਰ੍ਹਾਂ ਦੇ ਬਾਰੇ, ਸਾਡੀ ਮਰਿਆਦਾ ਦੇ ਬਾਰੇ, ਰਹਿਤ ਦੇ ਬਾਰੇ, ਜਾਂ ਨਸ਼ੇ ਦੇ ਵਿਰੋਧ ਬਾਰੇ ਹਨਾ ਡਿਸਕਸ਼ਨ ਹੋਊਗੀ, ਮੜੀਆਂ ਮਸਾਣਾ ਬਾਰੇ, ਦੇਹਧਾਰੀ ਗੁਰੂ ਬਾਰੇ, ਇਸ ਤਰ੍ਹਾਂ ਦੇ ਬਣਾਏ ਨੇ। ਉਸ ਤੋਂ ਬਾਅਦ ਅਗਲਾ ਟੌਪਿਕ ਆ ਜੀ ਫੋਲਡਰ ਵਾ ਕਵਿਤਾਵਾਂ ਦਾ। ਠੀਕ ਹੈ ਜੀ। ਇਹ ਇਸ ਕਰਕੇ ਮੈਂ ਬਣਾਇਆ ਸੀ ਕਿ ਪੰਜਾਬ ਦੇ ਵਿੱਚ ਤਾਂ ਇੰਨੀ ਪ੍ਰੋਬਲਮ ਨਹੀਂ ਆਉਂਦੀ, ਪਰ ਜਦੋਂ ਦੇਸ਼ਾਂ ਵਿਦੇਸ਼ਾਂ 'ਚ ਮੰਨ ਲਓ ਸਪੋਜ਼ ਇੱਥੇ ਆ ਕੋਈ ਦਿਨ ਦਿਹਾੜ ਵਾ ਤੇ ਸਾਡਾ ਬੱਚਾ ਜਿਹੜਾ ਉਹ ਮੋਟੀਵੇਟ ਹੁੰਦਾ ਵਾ, ਜਾਂ ਅਸੀਂ ਚਾਹੁੰਦੇ ਕਿ ਸਾਡਾ ਬੱਚਾ ਕੁਝ ਪਲੇ ਕਰੇ ਸਟੇਜ ਵਿੱਚ ਜਾ ਕੇ, ਬੱਚਾ ਵੀ ਮੰਨ ਜਾਂਦਾ, ਪੈਰੈਂਟਸ ਦਾ ਵੀ ਦਿਲ ਕਰਦਾ, ਪਰ ਉਹਨੂੰ ਮਟੀਰੀਅਲ ਨਹੀਂ ਮਿਲਦਾ। ਉਹ ਫਿਰ ਕਦੀ ਕਿਸੇ ਨੂੰ ਪੁੱਛਦਾ, ਭਾਜੀ ਮੈਨੂੰ ਹੁਣ ਜਿਹੜੀ ਕਥਾ ਵਾ ਉਹ ਤਾਂ ਮਿਲ ਜਾਂਦੀ ਆਪਾਂ ਨੂੰ, ਕੀਰਤਨ ਵੀ ਮਿਲ ਜਾਂਦਾ। ਹੁਣ ਜਿਹੜਾ ਕਵਿਤਾਵਾਂ ਨੇ ਇਹਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿ ਕਿੱਥੋਂ ਲਈਏ, ਕਿਹਦੇ ਕੋਲ ਲਈਏ। ਫਿਰ ਆਪਾਂ ਨੈਟ ਤੇ ਸਰਚ ਕਰਦੇ ਆ, ਇੱਕ ਥਾਂ ਨਹੀਂ ਮਿਲਦੇ, ਤੇ ਬਾਰ-ਬਾਰ ਉਹਨੂੰ ਜਦੋਂ ਆਪਾਂ ਦੇਖਦੇ ਆ, ਵੀਡੀਓਸ ਦੇਖਦੇ ਆ, ਟਾਈਮ ਜ਼ਿਆਦਾ ਲੱਗਦਾ। ਇਸ ਕਰਕੇ ਇਹਦੇ ਵਿੱਚ ਤਕਰੀਬਨ ਮੇਰੇ ਖਿਆਲ 100-150 ਦੇ ਕਰੀਬ ਕਵਿਤਾਵਾਂ ਨੇ। ਅੱਛਾ ਜੀ। ਜਿਹੜੇ ਅਸੀਂ ਸਿੱਧਾ ਹੀ ਉਹਦੇ ਸਬਜੈਕਟ ਲਿਖੇ ਨੇ, ਜਿਹੜੀ ਤੁਹਾਨੂੰ ਪਸੰਦ ਲੱਗਦੀ ਉਹਨੂੰ ਕਲਿੱਕ ਕਰੋ। ਸੋ ਇਹ ਜਿਹੜੇ ਰਾਈਟਰ ਨੇ ਉਹਨਾਂ ਨੂੰ ਵੀ ਨਾਲ ਇਨਕਲੂਡ ਕੀਤਾ ਹੈ ਕਿ ਕਿਹਨੇ ਲਿਖੀਆਂ ਹੋਈਆਂ। ਬਿਲਕੁਲ। ਠੀਕ ਹੈ। ਇਹਦੇ ਵਿੱਚ ਇੱਕ ਗੱਲ ਆਪਾਂ ਇਹ ਕੀਤੀ ਕਿ ਪਹਿਲਾਂ ਤਾਂ ਜਿਹੜਾ ਵੀ ਇਹਦੇ ਚ ਮਟੀਰੀਅਲ ਲਿਆ, ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਕੀਤੀ, ਉਹਨਾਂ ਦੇ ਐਗਰੀ ਹੋਣ ਤੋਂ ਬਾਅਦ ਹੀ ਕੰਟੈਂਟ ਪਾਇਆ, ਕਿਉਂਕਿ ਗੁਰਮਤ ਦਾ ਸੱਚ ਦਾ ਮਾਰਗ ਸੀ ਤੇ ਜੇ ਆਪਾਂ ਉਸ ਤਰ੍ਹਾਂ ਨਹੀਂ ਕਰ ਸਕਦੇ ਸੀ, ਮੇਰਾ ਆਪਣਾ ਮਨ ਨਹੀਂ ਸੀ ਅਲਾਉ ਕਰਦਾ ਕਿ ਆਪਾਂ ਇਸ ਤਰ੍ਹਾਂ ਕਰੀਏ। ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਉਹਨਾਂ ਨੇ ਜੇ ਅਲਾਉ ਕੀਤਾ ਆਪਾਂ ਨੂੰ, ਫਿਰ ਉਹਨਾਂ ਦਾ ਕੰਟੈਂਟ ਪਾਇਆ ਜੀ। ਪਲੱਸ ਅਸੀਂ ਇਹਦੇ ਵਿੱਚ ਐਪ ਦੇ ਅਬਾਊਟ ਦੇ ਵਿੱਚ, ਨੋਟਸ ਦੇ ਵਿੱਚ ਇਹ ਦਿੱਤੀ ਗੱਲ ਕਿ ਉਸ ਤੋਂ ਬਾਅਦ ਵੀ ਬਾਈ ਚਾਂਸ ਕਿਸੇ ਨੂੰ ਲੱਗਦਾ ਕਿ ਮੇਰਾ ਕੰਟੈਂਟ ਇਹਦੇ 'ਚ ਨਹੀਂ ਹੋਣਾ ਚਾਹੀਦਾ, ਮੈਂ ਐਗਰੀ ਨਹੀਂ ਆ,
ਉਹ ਸਾਨੂੰ ਮੇਲ ਕਰੇ, ਮੈਸੇਜ ਕਰੇ, ਅਸੀਂ ਉਹਨਾਂ ਦਾ ਕੰਟੈਂਟ ਉਸ ਵੇਲੇ ਹਟਾ ਦਾਂਗੇ। ਜੀ ਜੀ, ਪਰ ਮੈਨੂੰ ਲੱਗਦਾ ਨਹੀਂ ਇਸ ਤਰ੍ਹਾਂ ਕਦੇ ਹੋਊਗਾ। ਬਿਲਕੁਲ। ਸੋ ਲਾਸਟ ਦੇ ਉੱਤੇ ਅਸੀਂ ਦੇਖ ਰਹੇ ਹੈਗੇ ਗੁਰਮਤ ਲੇਖ ਵੀ ਹੈਗੇ ਨੇ ਇਹ ਨਾ, ਜਿਸ ਤਰ੍ਹਾਂ ਕੁਛ ਇੱਕ ਤੁਸੀਂ ਸੈਮੀਨਾਰ ਕਰ ਰਹੇ ਜੀ ਇੱਕ ਵਿਸ਼ੇਸ਼ ਸਬਜੈਕਟ ਦੇ ਉੱਤੇ, ਉਹ ਸੈਮੀਨਾਰ ਕਥਾ ਇੱਕ ਹੋਰ ਤਰੀਕੇ ਨਾਲ ਕਲਾ ਵਾ, ਤੇ ਸੈਮੀਨਾਰ ਦੇ ਵਿੱਚ ਜਦੋਂ ਤੁਸੀਂ ਲੈਕਚਰ ਅਟੈਂਡ ਕਰਦੇ ਜੇ ਉਹਦੀ ਸ਼ੈਲੀ ਕੁਝ ਹੋਰ ਹੁੰਦੀ ਹੈ। ਸੋ ਇਹ ਲੈਕਚਰਸ ਉਹਨਾਂ ਵਾਸਤੇ ਕਿ ਪਾਰਟਿਕੂਲਰ ਸਬਜੈਕਟ ਨੂੰ ਤੁਸੀਂ ਕਿਸ ਤਰ੍ਹਾਂ ਖੋਲਣਾ। ਇਹਦੇ 'ਚ ਵੀ 100-150 ਸਬਜੈਕਟਸ ਨੇ, ਪਲੱਸ ਇਹਦੇ 'ਚ ਵੀ 2 ਫੋਲਡਰ ਨੇ। ਇੱਕ ਫੋਲਡਰ ਤਾਂ ਮਿਕਸ ਵਾ, ਉਹਦੇ 'ਚ ਦਇਆ ਕਿਹਨੂੰ ਕਹਿੰਦੇ ਆ, ਸ਼ਿਮਾ ਕਿਹਨੂੰ ਕਹਿੰਦੇ ਆ, ਕੀਰਤਨ ਬਾਰੇ ਜਾਂ ਵੱਖਰੀਆਂ ਚੀਜ਼ਾਂ ਬਾਰੇ, ਪਰਿਵਾਰਿਕ ਮਾਹੌਲ ਸਾਡਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਸਾਡੇ ਗ੍ਰਸਤ ਦੇ ਰਿਲੇਸ਼ਨ ਕਿੱਦਾਂ ਦੇ ਹੋਣੇ ਚਾਹੀਦੇ, ਇਸ ਤਰ੍ਹਾਂ ਦੇ ਟੌਪਿਕ ਨੇ। ਇਹਦੇ ਵਿੱਚ ਇੱਕ ਵੱਖਰਾ ਫੋਲਡਰ ਵਾ ਗੁਰਬਾਣੀ ਤੇ ਸਾਇੰਸ ਦਾ। ਓਕੇ, ਉਹ ਵੀ ਯੂਥ ਵਾਸਤੇ ਆ। ਬਿਲਕੁਲ, ਸਾਡੀ ਗੁਰਬਾਣੀ ਤਾਂ ਸਾਇੰਸ ਦੇ ਨਾਲ ਪਹਿਲੇ ਦਿਨ ਤੋਂ ਜੁੜੀ ਹੋਈ ਹੈ। ਆ ਸਾਡੇ ਸਾਇੰਟਿਸਟ ਹੁਣ ਲੱਭਦੇ ਫਿਰਦੇ ਆ ਕਿ ਗ੍ਰਹਿ, ਧਰਤੀ, ਸਾਡੇ ਗੁਰੂ ਸਾਹਿਬ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਪਤਾਲਾ ਪਤਾਲ, ਲੱਖ ਅਗਾਸਾ ਅਗਾਸ। ਗੁਰੂ ਸਾਹਿਬ ਨੇ ਕਿਹਾ ਸੀ ਕਿ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਉਣੀ ਆ, ਤੇ ਹੁਣ ਆ ਕੋਵਿਡ ਨੇ ਸਾਨੂੰ ਸਿਖਾ ਦਿੱਤਾ ਕਿ ਫਤਿਹ ਦੀ ਸਾਂਝ ਜਿਹੜੀ ਆ ਪਾਉਣੀ ਚਾਹੀਦੀ ਹੈ। ਪਿਛਲੇ ਦਿਨ ਨਾ ਮੈਂ ਦਸ਼ਮੇਸ਼ ਦਰਬਾਰ ਹਾਜ਼ਰੀ ਸੀ, ਇਸੇ ਟੌਪਿਕ ਤੇ ਮੈਂ ਸੰਗਤਾਂ ਨਾਲ ਵਿਚਾਰ ਕੀਤੀ। ਇੱਕ ਵੱਖਰਾ ਵਿਸ਼ਾ ਬਣ ਸਕਦਾ ਵਾ, ਪਰ ਬੜੀ ਹੈਰਾਨੀ ਦੀ ਗੱਲ ਆ ਕਿ ਜਦੋਂ ਆਪ ਜੀ ਬਿਗ ਬੈਂਗ ਥਿਊਰੀ ਦੀ ਗੱਲ ਕਰਦੇ ਜੇ, ਬਿਗ ਬੈਂਗ ਥਿਊਰੀ ਤਕਰੀਬਨ 1940 ਦੇ ਲਾਗੇ ਛਾਗੇ ਜਿਹੜੇ ਆ ਉਹ ਪੋਲਿਸ਼ ਹੋ ਕੇ ਆਉਂਦੀ ਆ, ਪਰ ਇਸ ਦਾ ਜ਼ਿਕਰ ਗੁਰੂ ਸਾਹਿਬ ਜੀ ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ ਅਰਬਨ ਨਰਬਤ ਹੁੰਦੂਕਰ, ਇਸ ਸ਼ਬਦ ਦੀ ਜਦੋਂ ਤੁਸੀਂ ਵਿਆਖਿਆ ਪੜੋਗੇ ਤੇ ਬਿਗ ਬੈਂਗ ਥਿਊਰੀ ਦੇ ਤੁਸੀਂ ਉਹ ਪੜੋਗੇ ਲੈਟਰਸ ਨਾ, ਸ਼ੀਟਸ ਪੜੋਗੇ ਤੇ ਉਹ ਬਿਲਕੁਲ ਸੇਮ। ਅੱਛਾ, ਬਿਗ ਬੈਂਗ ਥਿਊਰੀ ਨੇ ਇਹ ਨਹੀਂ ਦੱਸਿਆ ਕਿ ਉਹ ਗੈਸਾਂ ਕਿੱਥੋਂ ਆਈਆਂ, ਗੈਸਾਂ ਦੇ ਵਿੱਚ ਧਮਾਕਾ ਹੋਇਆ ਇਹ ਦੱਸਿਆ, ਪਰ ਗੈਸਾਂ ਕਿੱਥੋਂ ਆਈਆਂ, ਪਰ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਉਹ ਗੈਸਾਂ ਕਿੱਥੋਂ ਆਈਆਂ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੀ ਭਵਨ ਸਾਜਿਆ, ਘਾਟ ਘਾਟ ਜੀਵ ਸਮੋਏ, ਉਹ ਕਿੱਥੋਂ ਆਇਆ। ਉਸ ਤੋਂ ਬਾਅਦ ਬਿਗ ਬੈਂਗ ਥਿਊਰੀ ਦੇ ਵਿੱਚ ਤੁਸੀਂ ਵੇਖੋ ਕਿ ਮੇਨ ਜਿਹੜੇ 3 ਚੀਜ਼ਾਂ ਫੰਡਾਮੈਂਟਲਸ ਨੇ, ਗੈਸ ਦੀ ਗੱਲ ਕਰਦੇ ਨੇ, ਯਾਨੀ ਕਿ ਹਵਾ ਦੀ, ਕਿਉਂਕਿ ਹਵਾ ਤੋਂ ਬਗੈਰ ਗੈਸ ਨਹੀਂ ਹੋ ਸਕਦੀ। ਹਾਂਜੀ, ਉਸ ਤੋਂ ਬਾਅਦ ਪਾਣੀ ਦੀ ਗੱਲ ਕਰਦੇ ਨੇ ਕਿ ਬਹੁਤ ਸਾਲ ਪਾਣੀ ਜਿਹੜਾ ਮੀਂਹ ਪੈਂਦਾ ਰਿਹਾ ਤੇ ਫਿਰ ਉਹ ਹੋਂਦ ਵਿੱਚ ਆਈ ਇਸ ਸ੍ਰਿਸ਼ਟੀ। ਉਸ ਤੋਂ ਬਾਅਦ ਧਰਤੀ ਦੀ ਗੱਲ ਕਰਦੇ ਨੇ, ਕਿਉਂਕਿ ਜੋ ਫਿਰ ਉਹ ਅੱਗ ਦਾ ਗੋਲਾ ਜਦੋਂ ਠੰਡਾ ਹੋ ਗਿਆ, ਤੇ ਅਸੀਂ ਤਾਂ ਰੋਜ਼ ਪੜ੍ਹਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਬਿਗ ਬੈਂਗ ਥਿਊਰੀ ਤੁਹਾਨੂੰ ਇਹ ਨਹੀਂ ਦੱਸਦੀ ਕਿ ਪਹਿਲਾਂ ਦਿਨ ਬਣਿਆ ਕਿ ਪਹਿਲਾਂ ਰਾਤ ਬਣੀ, ਉਹ ਕੋਈ ਜ਼ਿਕਰ ਨਹੀਂ। ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹਦੀ ਖੋਜ ਹੋ ਜੇ, ਪਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾ ਹੀ। ਹੁਣ ਦਿਵਸ ਕਿੱਦਾਂ ਬਣ ਗਿਆ, ਕਿਉਂਕਿ ਸੂਰਜ ਹੋਂਦ ਵਿੱਚ ਆ ਗਿਆ। ਉਸ ਤੋਂ ਪਹਿਲਾਂ ਕੀ ਸੀ, ਇੱਕ ਧੁੰਦ ਸੀ, ਗੈਸਾਂ। ਸੋ ਉਸ ਚੀਜ਼ ਨੂੰ ਮੁੱਖ ਰੱਖ ਕੇ ਕਿ ਸਾਇੰਸ ਵਾਲੇ ਪਾਸੇ ਫਿਰ ਆਪ ਵੀ ਖਿਆਲ ਕਰੋਗੇ, ਸ਼ਬਦ ਆਉਂਦਾ ਵਾਚ, ਵਾਚੇ, ਵਾਚੇ ਧਰਮ ਹਦੂਰ। ਵਾਚੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ 2 ਵਾਰ ਆਇਆ, ਤੇ ਦੋਵੇਂ ਵਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਬਾਣੀ ਚ ਆਇਆ। 27ਵੀਂ ਪੌੜੀ ਚ ਗੁਰੂ ਸਾਹਿਬ ਜੀ ਵੇਖ ਸ਼ਬਦ ਕਹਿ ਰਹੇ ਨੇ, ਤੇ ਸੋਦਰ ਵਾਲੇ ਸ਼ਬਦ ਚ ਦੇਖ ਕਹਿ ਰਹੇ ਨੇ, ਕੇਵਲ ਇਹਦੇ ਚ ਵਾਚੇ ਕਹਿ ਰਹੇ, ਤੇ ਵਾਚੇ ਦਾ ਪਿਛੋਕੜ ਸ਼ਬਦ ਵਾਚ ਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ 250 ਸਾਲ ਬਾਅਦ ਅੰਗਰੇਜ਼ ਆ ਰਹੇ ਆ ਇੰਡੀਆ ਚ, ਗੁਰੂ ਸਾਹਿਬ 250 ਸਾਲ ਪਹਿਲਾਂ ਉਹ ਸ਼ਬਦ ਯੂਜ਼ ਕਰ ਰਹੇ। ਚਲੋ ਮਤਲਬ ਇੱਕ ਵੱਖਰਾ ਵਿਸ਼ਾ ਬਣ ਸਕਦਾ। ਬਿਲਕੁਲ, ਅਸੀਂ ਸਿੱਖ ਨੋਟਸ ਦੀ ਗੱਲ ਕਰਦੇ ਹਾਂ, ਜਿੱਥੇ ਅਸੀਂ ਫੋਲਡਰਸ ਦੀ ਗੱਲ ਕਰ ਰਹੇ ਹਾਂ, ਉੱਥੇ ਅਸੀਂ ਦੇਖ ਰਹੇ ਹਾਂ ਕਿ ਆਡੀਓ ਤੇ ਵੀਡੀਓ ਵੀ ਪਾ ਸਕਦੇ ਹਾਂ। ਤੁਸੀਂ ਹੁਣੇ ਗੱਲ ਕੀਤੀ ਹੈ ਕਿ ਜੇ ਕਿਸੇ ਨੂੰ ਉਹਦੀ ਪਬਲਿਕੇਸ਼ਨ ਜਿਹੜੀ ਕੀਤੀ ਹੋਈ ਆ ਉਹ ਕੱਢਣੀ ਹੈ ਤਾਂ ਕੱਢ ਸਕਦੇ ਆ, ਪਰ ਇਹਦੇ ਵਿੱਚ ਜੇ ਕੋਈ ਆਪਣੀ ਐਡ ਕਰਵਾਉਣੀ ਚਾਹੁੰਦਾ ਤਾਂ ਉਹ ਵੀ ਆਪਸ਼ਨ ਅਵੇਲੇਬਲ ਹੈ। ਹਾਂਜੀ ਹਾਂਜੀ, ਬਿਲਕੁਲ। ਇਹਦੀ ਜਦੋਂ ਆਪਾਂ ਬਣਤਰ ਦੇਖਦੇ ਹਾਂ ਇਸ ਐਪ ਦੀ, ਅਰਸ਼ਦੀਪ ਜੀ, ਜਦੋਂ ਅਸੀਂ ਹੋਮ ਪੇਜ ਦੇ ਉੱਤੇ ਆਉਂਦੇ, ਜਦੋਂ ਹੋਮ ਪੇਜ ਖੋਲਦਾ ਤੁਸੀਂ ਦੇਖ ਰਹੇ ਜੀ, ਹੋਮ ਪੇਜ ਦੇ ਉੱਤੇ ਇੱਕ ਤਾਂ ਪਹਿਲਾਂ ਉੱਪਰ ਨਾ ਕੁਝ ਲਾਈਨਿੰਗਸ ਚੱਲਦੀਆਂ ਨੇ, ਉਹਦੇ ਚ 3-4 ਫੋਟੋਆਂ ਕਿ ਇਹਦੇ ਵਿੱਚ ਕੰਟੈਂਟ ਕੀ ਨੇ, ਜਿਹਦੇ ਵਿੱਚ ਡਿਸਕਵਰ ਦਾ ਫੋਲਡਰ ਅਸੀਂ ਬਣਾਇਆ। ਉਸ ਤੋਂ ਥੱਲੇ ਜਿਹੜਾ ਫੋਲਡਰ ਵਾ ਨਾ ਉਹ ਗੁਰਬਾਣੀ ਵਿਚਾਰ ਦਾ ਵਾ। ਇਹ PDF ਫਾਈਲਸ ਨੇ। ਇਹਦੀ ਵਧੀਆ ਗੱਲ ਇਹ ਹੈ ਕਿ ਇਹਦੇ ਤੁਸੀਂ ਪ੍ਰਿੰਟ ਵੀ ਕਢਾ ਸਕਦੇ ਜੀ ਬਾਹਰ। ਅੱਛਾ ਜੀ, ਜੇ ਤੁਸੀਂ ਤਿਆਰੀ ਕਰਨੀ ਆ, ਬੱਚੇ ਨੇ ਬੋਲਣਾ, ਕਿਤੇ ਉਹਨੂੰ ਯਾਦ ਕਰਨਾ, ਉਹਨੂੰ ਮੋਬਾਈਲ ਦੀ ਜ਼ਿਆਦਾ ਵਰਤੋਂ ਨਾ ਕਰੇ, ਉਹ ਉਹਦੇ ਪ੍ਰਿੰਟ ਵੀ ਕੱਢ ਕੇ ਤੇ ਆਪਣਾ ਉਹ ਤਿਆਰੀ ਕਰ ਸਕਦਾ। ਉਸ ਤੋਂ ਅਗਲਾ ਫੋਲਡਰ ਜਿਹੜਾ ਨਾ ਜੀ, ਇਹ ਸ਼ਾਰਟ ਫੋਲਡਰਸ ਨੇ। ਸ਼ਾਰਟ ਫੋਲਡਰ ਦਾ ਮਤਲਬ ਇਹ ਕਿ ਜਿਹੜੀ ਚੀਜ਼ ਤੁਸੀਂ ਪੜ੍ਹ ਰਹੇ ਜੇ, ਸੁਣ ਰਹੇ ਜੇ ਜਾਂ ਦੇਖ ਰਹੇ ਜੇ, ਤੁਹਾਨੂੰ ਐਪ ਦੇ ਅੰਦਰ ਨਾ ਜਾਣਾ ਪਵੇ, ਇੱਥੋਂ ਹੀ ਸ਼ਾਰਟਕਟ ਤੁਸੀਂ ਇਹਨੂੰ ਕਲਿੱਕ ਕਰੋ ਤੇ ਉਹ ਚੀਜ਼ ਤੁਹਾਡੀ ਜਿਹੜੀ ਤੁਸੀਂ ਸੁਣ ਰਹੇ ਜੇ, ਸਪੋਜ਼ ਤੁਸੀਂ ਸਹਿਜ ਪਾਠ ਸੁਣ ਰਹੇ ਜੇ, ਸਹਿਜ ਪਾਠ ਦੇ ਤੁਸੀਂ ਕਿੰਨੇ ਫੋਲਡਰ 'ਚ ਆਏ ਜੀ, ਤੁਹਾਨੂੰ ਫਿਰ ਸਹਿਜ ਪਾਠ ਵਾਲੇ ਫੋਲਡਰ 'ਚ ਨਾ ਜਾਣਾ ਪਵੇ,
ਤੁਸੀਂ ਇਹਨੂੰ ਸ਼ਾਰਟਕਟ ਲਈ ਇੱਥੋਂ ਹੀ ਕਲਿੱਕ ਕਰ ਦਿਓ ਹੋਮ ਪੇਜ ਤੋਂ ਹੀ, ਤੇ ਉੱਥੇ ਸਹਿਜ ਪਾਠ ਆਪਣੇ ਆਪ ਜਿੱਥੋਂ ਤੋਂ ਰੁਕਿਆ ਸੀ ਉੱਥੋਂ ਆਟੋਮੈਟਿਕਲੀ ਚੱਲਣ ਲੱਗ ਪਏਗਾ। ਇਹ ਵੀ ਬੜੀ ਵਧੀਆ ਗੱਲ ਹੈ ਕਿ ਸਹਿਜ ਪਾਠ ਜਿਹੜਾ ਆ ਉਹ ਵੀ ਤੁਸੀਂ ਇਹਦੇ ਵਿੱਚ ਐਡ ਕੀਤਾ ਹੋਇਆ ਆ ਕਿ ਸਹਿਜ ਪਾਠ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਅੱਗੇ ਜਦੋਂ ਅਸੀਂ ਆਡੀਓ ਬੁੱਕਸ ਦੇ ਵਿੱਚ ਜਾਂਦੇ ਹਾਂ, ਲਾਵਾਂ ਹੈ, ਹੋਰ ਬਹੁਤ ਕੁਝ ਹੈ, ਸੰਥਿਆ ਵੀ ਨਾਲ ਨਾਲ ਕੀਤੀ ਹੋਈ ਹੈ ਜੀ। ਤੇ ਪਲੱਸ ਆਡੀਓ ਬੁੱਕਸ ਦਾ ਵੀ ਸ਼ਾਰਟ ਫੋਲਡਰ ਇਹਦੇ ਚ ਦਿੱਤਾ ਜੀ। ਹੋਮ ਪੇਜ ਦੀ ਗੱਲ ਕਰ ਰਹੇ ਆਪਾਂ ਫਿਲਹਾਲ ਅਜੇ। ਉਸ ਤੋਂ ਬਾਅਦ ਤੁਸੀਂ ਜੋ ਵੀ ਲੈਕਚਰ ਪੜ੍ਹ ਰਹੇ ਜੇ PDF ਦੇ ਵਿੱਚ ਜੀ, ਉਹਦੇ ਉੱਪਰ ਨਾ ਫੇਵਰੇਟ ਦਾ ਕਲਿੱਕ ਆਪਸ਼ਨ ਹੈਗਾ। ਤੁਸੀਂ ਉਹ ਬਟਨ ਨੂੰ ਜਦੋਂ ਫੰਕਸ਼ਨ ਨੂੰ ਕਲਿੱਕ ਕਰਦੇ ਜੀ, ਤੇ ਇਹ ਫੇਵਰੇਟ ਤੁਹਾਡਾ ਫਿਰ ਹੋਮ ਪੇਜ ਤੇ ਆ ਜਾਂਦਾ। ਫਿਰ ਤੁਹਾਨੂੰ ਦੁਬਾਰਾ ਫਿਰ ਫੋਲਡਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ। ਇਸੇ ਤਰੀਕੇ ਨਾਲ ਜਿੰਨੇ ਵੀ ਤੁਸੀਂ ਰੀਸੈਂਟਲੀ ਲੈਕਚਰ ਪੜ੍ਹੇ ਨੇ ਉਹ ਰੀਸੈਂਟਲੀ ਵਾਲੇ ਫੋਲਡਰ 'ਚ ਆ ਜਾਣਗੇ, ਦੁਬਾਰਾ ਉੱਥੇ ਜਾਣ ਦੀ ਲੋੜ ਨਹੀਂ। ਬਿਲਕੁਲ, ਮੈਂ ਹੁਣੇ ਜਿਹੜਾ ਫੋਲਡਰ ਓਪਨ ਕੀਤਾ ਸੀ ਮੇਰੇ ਰੀਸੈਂਟ ਦੇ ਵਿੱਚ ਸ਼ੋ ਹੋਣ ਲੱਗ ਗਿਆ, ਪਹਿਲਾਂ ਮੈਨੂੰ ਰੀਸੈਂਟ ਸ਼ੋ ਨਹੀਂ ਹੁੰਦਾ ਸੀ। ਸੋ ਇੱਕ ਬਹੁਤ ਵਧੀਆ ਐਪ ਜਿਹੜੀ ਆ ਉਹ ਦੱਸੀ ਗਈ ਹੈਗੀ ਹੈ। ਸੋ ਉਸ ਤੋਂ ਬਾਅਦ ਹੋਮ ਪੇਜ ਤੋਂ ਬਾਅਦ ਫਿਰ ਇੱਕ ਹੋਰ ਹੈਗਾ ਜਿਹਦੇ 'ਚ ਵੀਡੀਓਜ਼ ਹੈਗੀਆਂ ਤੇ ਵੀਡੀਓ ਭੇਜੀਆਂ ਵੀ ਜਾ ਸਕਦੀਆਂ। ਹਾਂਜੀ ਬਿਲਕੁਲ, ਸੈਕੰਡ ਫੋਲਡਰ ਜਿਹੜਾ ਹੋਮ ਪੇਜ ਤੋਂ ਨੈਕਸਟ ਫੰਕਸ਼ਨ ਕੰਮ ਕਰਦਾ ਜੀ, ਇਹਨੂੰ ਅਸੀਂ ਨਾ ਗੁਰਬਾਣੀ ਫੋਲਡਰ ਦਾ ਨਾਮ ਦਿੱਤਾ ਵਾ। ਤੇ ਇਸ ਗੁਰਬਾਣੀ ਫੋਲਡਰ ਦੇ ਉੱਪਰ ਫੋਲਡਰ ਨੇ ਤੁਸੀਂ ਦੇਖਿਓ, ਫਸਟ ਫੋਲਡਰ ਜਿਹੜਾ ਹੈਗਾ ਨਾ ਇਹ ਹੈ ਖਾਲਸਾਈ ਵਿਰਾਸਤ। ਇਹਦਾ ਨਾ ਖਾਲਸਾਈ ਵਿਰਾਸਤ ਇਸ ਕਰਕੇ ਲਿਖਿਆ, ਫਿਰ ਉਹੀ ਗੱਲ ਕਿ ਬੱਚੇ ਤੇ ਯੂਥ, ਇਹਦੇ ਵਿੱਚ ਇਹ ਕੰਟੈਂਟ ਵਾ ਕਿ ਤੁਸੀਂ 8 ਮਹੀਨੇ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਜਾਂ 100 ਸਾਲ ਦੇ ਬਜ਼ੁਰਗਾਂ ਨੂੰ ਮੁੱਖ ਰੱਖ ਕੇ ਇਹਦੇ ਚ ਕੰਟੈਂਟ ਪਾਇਆ ਵਾ। ਓਕੇ, ਹਾਂਜੀ। ਇਹ 8 ਮਹੀਨੇ ਦੇ ਬੱਚੇ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਮੈਨੂੰ ਇਹ ਲੱਗਦਾ ਸੀ ਕਿ ਗੁਰਮਤ ਵਾਲੇ ਪੱਖ ਤੋਂ ਬੱਚੇ ਨੂੰ ਆਪਸ਼ਨ ਹੋਣਾ ਚਾਹੀਦਾ ਨਾ। ਬੱਚੇ ਨੇ ਮੋਬਾਈਲ ਫੜ ਲਿਆ, ਉਹ ਮੰਗ ਰਿਹਾ, ਜਿੱਦ ਕਰ ਰਿਹਾ। ਅੱਜ ਕੱਲ ਮਾਹੌਲ ਇਸ ਤਰ੍ਹਾਂ ਦਾ, ਬੱਚਾ ਮੋਬਾਈਲ ਲੈ ਕੇ ਉਹਨੂੰ ਖੇਡਦਾ, ਉਹਨੂੰ ਦੇਖਦਾ ਵਾ, ਤੇ ਅਸੀਂ ਉਹਦੇ ਕੋਲ ਮੋਬਾਈਲ ਖਿੱਚਣ ਦੀ ਬਜਾਏ, ਕਿਉਂਕਿ ਜਿਹੜਾ ਸਮਾਂ ਬਹੁਤ ਫਾਸਟ ਚੱਲ ਰਿਹਾ, ਸਾਨੂੰ ਸਮੇਂ ਦੇ ਹਾਣੀ ਹੋਣਾ ਪੈਣਾ। ਬੱਚੇ ਕੋਲ ਬਹੁਤਾ ਚਿਰ ਅਸੀਂ ਬੱਚੇ ਨੂੰ ਮੋਬਾਈਲ ਤੋਂ ਦੂਰ ਨਹੀਂ ਰੱਖ ਸਕਦੇ। ਤੇ ਮੇਰੇ ਮਨ 'ਚ ਇਹ ਗੱਲ ਹੈ ਕਿ ਕਿਉਂ ਨਾ ਮੋਬਾਈਲ ਦੇ ਵਿੱਚ ਹੀ ਕੁਝ ਇਹੋ ਜਿਹੀ ਆਪਸ਼ਨ ਪਾ ਦਿੱਤੀ ਜਾਵੇ। ਹੁਣ ਬੱਚੇ ਕੋਲ ਆਪਸ਼ਨ ਹੀ ਨਹੀਂ ਤੇ ਉਹਨੇ ਫਿਰ ਦੂਸਰੀਆਂ ਚੀਜ਼ਾਂ ਦੇਖਣੀਆਂ। ਇਸ ਕਰਕੇ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਛੋਟੇ ਬੱਚਿਆਂ ਨੂੰ ਮੁੱਖ ਰੱਖ ਕੇ ਨਾ ਕਾਰਟੂਨ ਪਾਏ ਨੇ ਗੁਰਮਤ ਨਾਲ ਰਿਲੇਟਡ। ਅੱਛਾ ਜੀ। ਇੱਕ ਤਾਂ ਉਹਦੇ ਵਿੱਚ ਜਿੱਦਾਂ ਗੁਰਬਾਣੀ ਦੀ ਪਿੱਛੋਂ ਸਾਊਂਡ ਆਉਂਦੀ ਆ, ਅੱਗੇ ਉਹ ਕਾਰਟੂਨ ਚੱਲਦੇ ਨੇ, ਛੋਟੀਆਂ ਛੋਟੀਆਂ ਕਹਾਣੀਆਂ ਪਾਈਆਂ ਨੇ, ਗੁਰਮਤ ਨਾਲ ਰਿਲੇਟਡ ਕਹਾਣੀਆਂ ਨੇ। ਉਸ ਤੋਂ ਬਾਅਦ ਫਿਰ ਸਾਖੀਆਂ ਨੇ ਕਾਰਟੂਨ ਦੇ ਵਿੱਚ, ਕਿ ਇੱਕ ਅਸੀਂ ਆਪਸ਼ਨ ਦੇ ਦਿੱਤਾ ਕਿ ਛੋਟੇ ਬੱਚੇ ਨੂੰ ਕਿ ਜਿਹੜਾ ਉਹ ਕਾਰਟੂਨ ਦੂਸਰੇ ਸਾਈਟਸ ਦੇਖਦਾ ਵਾ ਉਹ ਇਸ ਐਪ ਦੇ ਵਿੱਚ ਦੇਖੇ, ਤੇ ਉਹ ਕਾਰਟੂਨ ਦੇ ਵਿੱਚ ਉਹ ਗੁਰਮਤ ਦੀਆਂ ਗੱਲਾਂ ਜਿਹੜੀਆਂ ਗੁਰਮਤ ਦਾ ਉਚਾਰਨ ਵਾ, ਬਾਣੀ ਆ ਜਾਂ ਸਾਖੀਆਂ ਨੇ, ਉਹ ਸਿੱਖ ਲਵੇ। ਇਹ ਤਾਂ ਛੋਟੇ ਬੱਚਿਆਂ ਦਾ ਹੋ ਗਿਆ। ਉਸ ਤੋਂ ਉੱਪਰ ਫਿਰ ਥੋੜੇ ਜਿਹੇ ਵੱਡੇ ਬੱਚੇ ਆ ਜਾਂਦੇ ਨੇ। ਉਹਦੇ ਵਿੱਚ ਜਿਸ ਤਰ੍ਹਾਂ ਤਕਰੀਬਨ 8-10 ਸਾਲ ਦੇ ਬੱਚੇ ਨੇ, ਉਹ ਜਿਸ ਤਰ੍ਹਾਂ ਕੋਈ ਪਰਨਾ ਬਣ ਰਿਹਾ ਵਾ, ਦਸਤਾਰ ਸਜਾ ਰਿਹਾ ਵਾ, ਜਾਂ ਗੱਤਕਾ ਖੇਡ ਰਿਹਾ, ਜਾਂ ਈਵਨ ਕਿ ਉਹ ਹੱਥ ਜੋੜ ਕੇ ਪਾਠ ਕਰ ਰਿਹਾ, ਉਹਦਾ ਕਲਿੱਪ ਬਣਾਓ। ਕਲਿੱਪ ਬਣਾ ਕੇ ਤੁਸੀਂ ਇਸੇ ਐਪ ਦੇ ਉੱਤੇ ਉਸ ਨੂੰ ਅਪਲੋਡ ਕਰ ਦਿਓ। ਸਾਡੀ ਇੱਕ ਟੀਮ ਆ ਪਹਿਲਾਂ ਕਲਿੱਪ ਦੇਖਦੀ ਆ, ਕਿਉਂਕਿ ਇਹ ਗੁਰਮਤ ਨਾਲ ਰਿਲੇਟਡ ਆ, ਕਿ ਕੋਈ ਹੋਰ ਸ਼ੈਤਾਨੀ ਨਾ ਕੋਈ ਹੋਰ ਚੀਜ਼ ਨਾ ਅਪਲੋਡ ਕਰ ਦੇਵੇ। ਇਸ ਕਰਕੇ ਸਾਨੂੰ ਇਹ ਥੋੜਾ ਜਿਹਾ ਸਿਕਿਉਰਿਟੀ ਦੇ ਪੱਖ ਤੋਂ ਮੁੱਖ ਰੱਖਣਾ ਪਿਆ। ਸੋ ਉਹਨੂੰ ਦੇਖ ਕੇ ਜੇ ਤਾਂ ਉਹ ਕਲਿੱਪ ਬਿਲਕੁਲ ਗੁਰਮਤ ਦੇ ਅਕੋਰਡਿੰਗ ਆ, ਫਿਰ ਅਸੀਂ ਉਹਨੂੰ ਫਿਰ ਐਪ ਦੇ ਵਿੱਚ ਅਪਲੋਡ ਕਰ ਦਿੰਦੇ ਆ। ਉਹਦਾ ਜਿਹੜਾ ਹੈਗਾ ਵਾ ਲਿੰਕ, ਫਿਰ ਉਸ ਬੱਚੇ ਨੂੰ ਜਾਂ ਪੈਰੈਂਟਸ ਨੂੰ ਫਿਰ ਭੇਜ ਦਿੰਦੇ ਆ ਕਿ ਤੁਹਾਡੇ ਬੱਚੇ ਦਾ ਇਹ ਹੋ ਗਿਆ। ਉਹਨੂੰ ਦੇਖ ਕੇ ਬੱਚਾ ਫਿਰ ਹੋਰ ਇੰਜੋਏ ਕਰਦਾ ਜਾਂ ਦੇਖਦਾ। ਇਸ ਤਰੀਕੇ ਨਾਲ ਕੇਵਲ ਬੱਚਾ ਹੀ ਨਹੀਂ, ਕੋਈ ਵੀ ਵੱਡਾ ਭੈਣ ਭਰਾ, ਜਿਸ ਤਰ੍ਹਾਂ ਬੜੇ ਭੈਣ ਭਰਾ ਨੇ ਜਿਹੜੇ ਆਪਣੇ ਕੀਰਤਨ ਦੀਆਂ ਭੇਜਦੇ ਨੇ ਸਾਨੂੰ, ਕਵਿਤਾ ਦੀਆਂ ਭੇਜਦੀਆਂ ਨੇ, ਪਾਠ ਦੀਆਂ ਭੇਜਦੇ ਆ, ਕੋਈ ਵੀ ਵੀਡੀਓ ਜਿਹੜੀ ਗੁਰਮਤ ਨਾਲ ਰਿਲੇਟਡ ਅਪਲੋਡ ਹੋ ਜਾਂਦੀ। ਪਲੱਸ ਗੱਤਕੇ ਦੀ ਸਿਖਲਾਈ, ਉਹਦੀਆਂ ਵੀਡੀਓਜ਼ ਹੈਗੀਆਂ ਨੇ, ਕੀਰਤਨ ਦੀ, ਰਾਗਾਂ ਦੀ, ਕਥਾ, ਕੀਰਤਨ, ਕਵਿਸ਼ਰੀ, ਢਾਡੀ ਵਾਰਾਂ, ਇਹ ਸਾਰਾ ਕੁਝ ਜਿਹੜਾ ਤੁਸੀਂ ਇਹਦੇ ਵਿੱਚ ਹੈਗਾ ਜੀ। ਇਹ ਖਾਲਸਾਈ ਮੌਜ ਵਿੱਚ ਵੀਡੀਓ ਅਪਲੋਡ ਹੁੰਦੀ ਜੀ। ਜਿਹੜੇ ਅਗਲੇ ਫੋਲਡਰ ਨੇ ਉਹ ਪ੍ਰੋਫੈਸ਼ਨਲ ਫੋਲਡਰ ਨੇ। ਅੱਛਾ ਜੀ। ਇਸ ਨੂੰ ਤੁਸੀਂ ਇਸ ਤਰ੍ਹਾਂ ਮੇਥ ਲਓ ਕਿ ਗੁਰਮਤ ਦਾ ਇੱਕ ਜਿੱਦਾਂ ਟਿਕਟੌਕ ਵਾਲਾ ਵਰਜ਼ਨ ਅਸੀਂ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਪ੍ਰੋਵਾਈਡ ਕੀਤਾ ਵਾ, ਕਿ ਤੁਸੀਂ ਜੇ ਦਮਾਲਾ ਸਜਾ ਰਹੇ ਜੇ ਜਾਂ ਤੁਹਾਡਾ ਕੋਈ ਵੀ ਗੁਰਮਤ ਨਾਲ ਪੱਖ ਦਾ ਕੋਈ ਵੀ ਵਿਊ ਆ, ਤੁਸੀਂ ਉਹਦੇ ਤੇ ਦੋ। ਬੜੇ ਭੈਣ ਭਰਾ ਨੇ ਭੇਜਦੇ ਨੇ ਜੀ। ਬਿਲਕੁਲ, ਮੈਂ ਦੇਖ ਰਹੀ ਹਾਂ ਕਿ ਕਾਫੀ ਵੀਡੀਓਜ਼ ਆਈਆਂ ਹੋਈਆਂ ਨੇ। ਅੱਛਾ, ਸੰਥਿਆ ਬਾਰੇ ਦੱਸੋ ਜੀ ਸਾਨੂੰ। ਅੱਛਾ, ਇਸ ਤੋਂ ਅੱਗੇ ਜਿਹੜਾ ਹੈਗਾ ਵਾ ਨੈਕਸਟ ਫੋਲਡਰ ਗੁਰਬਾਣੀ, ਇਹਦੇ ਵਿੱਚ ਵੀਡੀਓ ਦੇ ਵਿੱਚ ਹੀ ਇਹ ਸੰਥਿਆ ਦਾ ਫੋਲਡਰ ਜੀ। ਇਹਦੇ ਵਿੱਚ ਜਿਹੜੀ ਸੰਥਿਆ ਨਾ, ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ। ਇਹਦਾ ਜਿਹੜਾ ਪਹਿਲਾ ਫੋਲਡਰ ਆ ਉਹ ਆ ਮੁਹਾਰਨੀ ਦਾ। ਸ਼ੁਰੂਆਤ ਕਰਦੇ ਅਸੀਂ ਕਿ ਊੜੇ ਐੜੇ ਦਾ ਉਚਾਰਨ ਕਿੱਦਾਂ ਕਰਨਾ, ਮਾਤਰਾਵਾਂ ਦਾ ਉਚਾਰਨ ਕਿੱਦਾਂ ਕਰਨਾ, ਬਿਲਕੁਲ ਬੇਸਿਕ ਤੋਂ। ਇਹ ਇਸ ਕਰਕੇ ਬਣਾਇਆ ਸੀ ਕਿ ਮੈਨੂੰ ਨਾ ਬੜੇ ਭੈਣ ਭਰਾਵਾਂ ਦਾ ਫੋਨ ਆਉਂਦਾ ਹੁੰਦਾ ਸੀ ਕਿ ਅਸੀਂ ਸੰਥਿਆ ਕਰਨੀ ਆ,
ਪਰ ਸਾਡੇ ਲਾਗੇ ਛਾਗੇ ਕੋਈ ਇਹੋ ਜਿਹੀ ਨਾ ਫੈਸਿਲਿਟੀ ਨਹੀਂ ਹੈਗੀ, ਜਾਂ ਸਾਨੂੰ ਫੋਨ ਤੇ ਕਰਾ ਦਿਓ, ਕੋਈ ਭੈਣ ਭਰਾ ਸਾਨੂੰ ਜਿਹੜਾ ਵਾ ਕਿਸੇ ਦੀ ਸੇਵਾ ਲਾ ਦਿਓ। ਤੇ ਮੇਨ ਪ੍ਰੋਬਲਮ ਭੈਣਾਂ ਦੀ ਹੁੰਦੀ ਸੀ, ਕਿਉਂਕਿ ਘਰ ਦਾ ਕੰਮ ਵੀ ਕਰਨਾ, ਫਿਰ ਸੰਥਿਆ ਕਿਤੇ ਜਾਣਾ ਵੀ ਪੈਣਾ, ਰੋਜ਼ ਆਉਣਾ ਜਾਣਾ ਜਾਂ ਕਿਸ ਤਰ੍ਹਾਂ। ਇਸ ਚੀਜ਼ ਨੂੰ ਮੁੱਖ ਰੱਖ ਕੇ ਫਿਰ ਇਸ ਫੋਲਡਰ ਬਾਰੇ ਦਿਮਾਗ ਦੇ ਵਿੱਚ ਆਇਆ ਕਿ ਕਿਉਂ ਨਾ ਅਸੀਂ ਜਿਹੜੇ ਅੱਜ ਦਾ ਯੁੱਗ ਵਾ ਉਹਦੇ ਹਿਸਾਬ ਦੇ ਨਾਲ ਅਸੀਂ ਇਹਦੀ ਹੈਲਪ ਲੈ ਲਈਏ। ਸੋ ਇਹਦੇ ਵਿੱਚ ਸੰਥਿਆ ਦੇ ਰੂਪ ਚ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਸਾਡੇ ਵੀਰ ਜੀ ਹੈਗੇ ਨੇ, ਉਹ ਸੇਵਾ ਕਰਦੇ ਨੇ ਪਿੰਡਾਂ ਦੇ ਵਿੱਚ, ਬੱਚਿਆਂ ਨੂੰ ਤੇ ਵੱਡਿਆਂ ਨੂੰ ਸੰਥਿਆ ਦਿੰਦੇ ਨੇ। ਫਿਰ ਅਸੀਂ ਇਹ ਸੋਚਿਆ ਕਿ ਉਹਨਾਂ ਨੇ ਸੰਥਿਆ ਦਾ ਕਰਾਉਣੀ ਆ, ਰੋਜ਼ ਦੇ ਪਾਠ ਦੀ ਉਹਨਾਂ ਦੀ ਰਿਕਾਰਡਿੰਗ ਕੀਤੀ ਜਾਵੇ। ਅੱਛਾ ਜੀ। ਪਹਿਲਾਂ ਉਹਨਾਂ ਦੀ ਰਿਕਾਰਡਿੰਗ ਕੀਤੀ ਗਈ, ਰਿਕਾਰਡਿੰਗ ਕਰਨ ਤੋਂ ਬਾਅਦ ਫਿਰ ਲਿਖਤੀ ਰੂਪ ਦੇ ਵਿੱਚ ਅਸੀਂ ਜਿਸ ਤਰ੍ਹਾਂ ਉਹਦੀਆਂ ਪ੍ਰੈਜੈਂਟੇਸ਼ਨ ਦੇ ਵਿੱਚ ਸਲਾਈਡਾਂ ਬਣਾਉਂਦੇ ਆ, ਉਹ ਬਣਾਈਆਂ ਗਈਆਂ। ਇਹ ਗੁਰਬਾਣੀ ਦੀ ਪੰਕਤੀ ਆ ਤੇ ਇਹ ਉਚਾਰਨ ਵਾ, ਇਸ ਤਰ੍ਹਾਂ ਉਚਾਰਨ ਕਰਨਾ, ਇਸ ਤਰ੍ਹਾਂ ਨਹੀਂ ਕਰਨਾ। 3 ਫੋਲਡਰ ਉਹਦੇ ਚ ਬਣਾਏ ਗਏ। ਹੁਣ ਜਦੋਂ ਤੁਸੀਂ ਸੰਥਿਆ ਵਾਲਾ ਫੋਲਡਰ ਖੋਲੋਗੇ ਤੇ ਉਹਦੇ ਵਿੱਚ ਜੋ ਉਚਾਰਨ ਕਰਨਾ ਉਹ ਵੀ ਲਿਖਤੀ ਰੂਪ ਵਿੱਚ ਆ ਜਾਏਗਾ, ਜੋ ਉਚਾਰਨ ਨਹੀਂ ਕਰਨਾ ਉਹ ਵੀ ਲਿਖਤੀ ਚ ਆ ਜਾਏਗਾ, ਤੇ ਪਿੱਛੋਂ ਸਾਊਂਡ ਆ ਜਾਊਗੀ। ਇਸ ਤਰੀਕੇ ਨਾਲ ਇਹ ਸਾਰੇ, ਤੇ ਪਰਟੀਕੁਲਰ ਹਰ ਸ਼ਬਦ ਦੀ, ਪਰਟੀਕੁਲਰ ਸ਼ਬਦ, ਪਰਟੀਕੁਲਰ ਅੱਖਰ ਦੀ ਮਾਤਰਾ ਦੀ ਦੱਸੀ ਕਿ ਇਹਦੀ ਆਵਾਜ਼ ਕਿੰਨੀ ਦੇਣੀ ਆ, ਕਿੰਨੀ ਨਹੀਂ ਦੇਣੀ, ਕਿੱਦਾਂ ਦੇ ਆਵਾਜ਼ ਪ੍ਰੋਨਾਂਸੀਏਸ਼ਨ ਕਿਸ ਤਰ੍ਹਾਂ ਕਰਨੀ, ਕਿਸ ਤਰ੍ਹਾਂ ਨਹੀਂ ਕਰਨੀ। ਇਹ ਸਾਰਾ ਲੜੀਵਾਰ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੈ। ਤੇ ਇਹ ਸੈਕੰਡ ਇਹ ਹੈ ਜੀ ਫੋਲਡਰ। ਜੀ। ਸੋ ਤੁਸੀਂ ਜਿਵੇਂ ਗੱਲ ਕਰ ਰਹੇ ਆ ਕਿ ਇਹ ਪੂਰਾ ਕੱਲੀਆਂ ਨਿੱਕੀਆਂ ਨਿੱਕੀਆਂ ਬਰੀਕੀਆਂ ਵੀ ਦੇਖ ਕੇ ਜਿਹੜਾ ਉਹ ਕੀਤਾ ਗਿਆ ਹੈਗਾ, ਤੇ ਪਰ ਇਹਦੇ ਵਿੱਚ ਕਈ ਵਾਰੀ ਹੁੰਦਾ ਕਿ ਸਾਨੂੰ ਉਹ ਵੀਡੀਓ ਦੇ ਵਿੱਚ ਵੀ ਛੇਤੀ ਛੇਤੀ ਚੀਜ਼ ਲੰਘ ਜਾਂਦੀ ਹੈ, ਤਾਂ ਕਈ ਵਾਰੀ ਹੁੰਦਾ ਕਿ ਅਸੀਂ ਵੋਲਿਊਮ ਅਪ ਡਾਊਨ ਨਹੀਂ ਕਰ ਸਕਦੇ ਹੁੰਦੇ ਆ, ਉਹਨੂੰ ਬੈਕ ਜਾਂ ਕੁਝ ਕਰ ਨਹੀਂ ਸਕਦੇ। ਸੋ ਇਹਦੇ ਵਿੱਚ ਤੁਸੀਂ ਸਲੋ ਕਰਨ ਦਾ ਵੀ ਆਪਸ਼ਨ ਹੈਗਾ ਤੁਹਾਡੇ? ਹਾਂਜੀ, ਬਿਲਕੁਲ, ਤੁਸੀਂ ਇਸ ਚੀਜ਼ ਨੂੰ ਲਿਆਂਦਾ ਅੱਗੇ, ਥੈਂਕ ਯੂ। ਇਹਦੇ ਵਿੱਚ ਦੋ ਤਿੰਨ ਆਪਸ਼ਨਾਂ ਨੇ ਜੀ। ਇੱਕ ਤਾਂ ਆਪਸ਼ਨ ਆ ਕਿ ਜਿਸ ਤਰ੍ਹਾਂ ਤੁਹਾਡਾ ਪਿਛਲਾ ਹੋ ਗਿਆ, ਸਪੋਜ਼ ਅਸੀਂ ਖਾਸੀਅਤ ਇਹਦੀ ਇਹ ਹੈ ਕਿ ਅਸੀਂ ਨਾ ਇਹ ਹਰ ਕਲਿੱਪ ਜਿਹੜਾ ਨਾ ਇਹਦਾ 2-2.5 ਮਿੰਟ ਦਾ ਹੀ ਬਣਾਇਆ, ਵੱਧ ਤੋਂ ਵੱਧ 5 ਮਿੰਟ ਦਾ, ਕਿਉਂਕਿ ਸੰਥਿਆ ਇੱਕ ਐਸੀ ਚੀਜ਼ ਹੈ ਕਿ ਇਹਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਕਿ ਜਿਹੜਾ ਬੱਚਾ ਵਾ ਜਾਂ ਜਗਿਆਸੂ ਉਹ ਕਰਦੇ ਕਰਦੇ ਜਿਹੜਾ ਨਾ ਇਰੀਟੇਟ ਨਾ ਹੋ ਜਾਏ, ਥਕਾਵਟ ਮਹਿਸੂਸ ਨਾ ਕਰੇ, ਉਹਨਾਂ ਕੀ ਕਰੇ ਜਿੰਨਾ ਕੁ ਉਹਨਾਂ ਮਤਲਬ ਵਧੀਆ ਤਰੀਕੇ ਨਾਲ ਹੋ ਜਾਏ। ਸੋ ਇਹਦੇ 'ਚ ਇੱਕ ਆਪਸ਼ਨ ਹੈ ਕਿ ਤੁਸੀਂ 10 ਸੈਕਿੰਡ ਇਹਨੂੰ ਅੱਗੇ ਪਿੱਛੇ ਕਰ ਸਕਦੇ, ਇੱਕ ਤਾਂ ਇਹ ਆਪਸ਼ਨ ਆ। ਦੂਸਰਾ ਆਪਸ਼ਨ ਇਹ ਹੈ ਕਿ ਤੁਸੀਂ ਜਿੰਨਾ ਵੀ ਅੱਗੇ ਪਿੱਛੇ ਕਰਨਾ ਉਹ ਕਰ ਸਕਦੇ ਜੀ। ਤੀਸਰਾ ਇਹਦੇ 'ਚ ਇਹ ਆਪਸ਼ਨ ਹੈ ਕਿ ਇੱਕ ਤਾਂ ਵਾ ਵੋਲਿਊਮ ਇਨਕਰੀਜ਼ ਕਰਨਾ ਤੇ ਡਾਊਨ ਕਰਨਾ। ਚੌਥਾ ਆਪਸ਼ਨ ਇਹ ਹੈ ਕਿ ਵੋਲਿਊਮ ਦੀ ਸਪੀਡ ਤੁਸੀਂ ਵਧਾ ਵੀ ਸਕਦੇ ਜੇ ਤੇ ਘਟਾ ਵੀ ਸਕਦੇ। ਠੀਕ ਹੈ ਜੀ। ਕਿ ਜੇ ਮੈਨੂੰ ਲੱਗਦਾ ਕਿ ਬਹੁਤ ਫਾਸਟ ਚੱਲ ਰਹੀ ਹੈ ਸੰਥਿਆ ਤੇ ਮੈਂ ਥੋੜਾ ਜਿਹਾ ਇਹਨੂੰ ਸਪੀਡ ਜਿਹੜੀ ਘਟਾ ਲਾਂ ਤਾਂ ਕਿ ਮੈਨੂੰ ਸਹਿਜ ਪਤਾ ਲੱਗ ਜੇ, ਮੇਰੇ ਕੰਨਾਂ ਨੂੰ ਪਕੜ ਆ ਜੇ, ਇਹ ਵੀ ਆਪਸ਼ਨ ਇਹਦੇ ਚ ਹੈਗਾ ਜੀ। ਸੋ ਇਸ ਤੋਂ ਬਾਅਦ ਵਾਲਾ ਆਡੀਓ ਦਾ ਹੈਗਾ ਕਿ ਜੇ ਕਿਸੇ ਨੇ ਨਿਤਨੇਮ ਸੁਣਨਾ ਹੈ, ਕਿਉਂਕਿ ਆਪਣੇ ਘਰਾਂ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਜਦੋਂ ਕੋਈ ਖਾਣਾ ਬਣਾ ਰਿਹਾ, ਕੋਈ ਉਦਾਂ ਵੀ ਆਪਾਂ ਬੈਠ ਰਹੇ ਹੈਗੇ ਆ, ਕਈ ਵਾਰੀ ਤਾਂ ਨੀਂਦ ਵੀ ਉਦੋਂ ਆਉਂਦੀ ਹੈ ਜਦੋਂ ਨਿਤਨੇਮ ਚੱਲ ਰਿਹਾ ਹੋਵੇ, ਸਹਿਜ ਪਾਠ ਚੱਲ ਰਿਹਾ ਹੋਵੇ। ਸੋ ਉਹਨਾਂ ਦੇ ਲਈ ਵੀ ਇੱਕ ਬੈਟਰ ਆਪਸ਼ਨ ਹੈਗੀ ਹੈ ਕਿ ਹਰ ਸਮੇਂ ਪਾਠ ਸੁਣਿਆ ਜਾ ਸਕਦਾ। ਬਿਲਕੁਲ। ਤੇ ਇਸ ਤੋਂ ਅਗਲਾ ਜਿਹੜਾ ਫੋਲਡਰ ਹੈ ਜੀ ਉਹ ਹੈਗਾ ਜੀ ਕਥਾ ਦਾ। ਅੱਛਾ ਜੀ। ਇਹਦੇ ਵਿੱਚ ਮਸਕੀਨ ਸਾਹਿਬ ਜੀ ਦੀ ਕਥਾ, ਭਾਈ ਪਿੰਦਰਪਾਲ ਸਿੰਘ ਜੀ ਹੋਣਾ ਦੀ, ਜਾਂ ਜਸਵੰਤ ਸਿੰਘ ਪਰਵਾਨਾ ਜੀ ਦੀ, ਉਹਨਾਂ ਦੀ ਤਕਰੀਬਨ 250-300 ਘੰਟੇ ਦੀ ਕਥਾ ਇਹਦੇ ਵਿੱਚ ਹੈਗੀ ਜੀ। ਕਿਉਂਕਿ ਹਰ ਇੱਕ ਦਾ ਟੇਸਟ ਵੱਖਰਾ, ਕਿਸੇ ਨੇ ਸੰਥਿਆ ਕਰਨੀ, ਕਿਸੇ ਨੂੰ ਕਥਾ ਪਸੰਦ ਵਾ। ਫਿਰ ਅਗਲਾ ਇਹਦਾ ਫੋਲਡਰ ਹੈ ਜੀ ਕੀਰਤਨ ਦਾ, ਉਹਦੇ ਵਿੱਚ 250-300 ਘੰਟੇ ਦਾ ਕੀਰਤਨ ਹੈ ਜੀ ਲਗਾਤਾਰ। ਉਸ ਤੋਂ ਅਗਲਾ ਫੋਲਡਰ ਹੈ ਜੀ ਕਵੀਸ਼ਰੀ ਦਾ, ਉਹਦੇ ਚ ਵੀ ਇਸ ਤਰ੍ਹਾਂ ਹੀ ਲਗਾਤਾਰ ਜੀ ਵੱਖਰੇ ਵੱਖਰੇ ਪ੍ਰਸੰਗ ਨੇ, ਵੱਖਰੇ ਵੱਖਰੇ ਬੁਲਾਰੇ ਨੇ। ਇਹ ਨਹੀਂ ਕਿ ਫਿਰ ਇੱਕ ਦਾ ਹੀ ਆ ਜਿਹੜਾ ਤੁਹਾਡਾ ਟੇਸਟ ਆ। ਉਸ ਤੋਂ ਅਗਲਾ ਫੋਲਡਰ ਹੈ ਜੀ ਇਹਦੇ ਵਿੱਚ ਢਾਡੀ ਵਾਰਾਂ ਦਾ। ਤੇ ਪਲੱਸ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦਾ ਕਿ ਇਹ ਫ੍ਰੀ ਆਫ ਕਾਸਟ ਆ, ਬਿਲਕੁਲ ਫ੍ਰੀ ਆ ਜੀ। ਸੈਕੰਡ, ਜਿੱਥੇ ਫ੍ਰੀ ਆ ਅਰਸ਼ਦੀਪ ਜੀ, ਉੱਥੇ ਮੈਂ ਗੁਰੂ ਸਾਹਿਬ ਦਾ ਸ਼ੁਕਰਗੁਜ਼ਾਰ ਆ ਕਿ ਅੱਜ ਤੱਕ ਕਿਸੇ ਕੋ ਵੀ ਐਸੀ ਡੋਨੇਸ਼ਨ ਨਹੀਂ ਲਈ ਐਪ ਬਣਾਉਣ ਵਾਸਤੇ। ਇਹ ਹਾਂਜੀ, ਤਕਰੀਬਨ ਮੈਂ ਤੇ ਇੱਕ ਮੇਰੇ ਦੋਸਤ ਨੇ ਇੱਥੇ ਟੋਰਾਂਟੋ ਰਹਿੰਦੇ ਨੇ, ਹਰਦੀਪ ਸਿੰਘ ਜੀ, ਕੁਲਦੀਪ ਸਿੰਘ ਜੀ ਵੀਰ ਜੀ, ਉਹਨਾਂ ਨੇ ਤੇ ਮੈਂ ਦੋਵਾਂ ਨੇ ਹੀ ਮਤਲਬ ਜਿੰਨਾ ਵੀ ਇਹਦਾ ਖਰਚਾ ਆਇਆ, ਜੋ ਵੀ ਕੋਸਟ ਲੱਗੀ, ਈਵਨ ਕਿ ਅੱਜ ਤੱਕ ਮੈਂ ਕਦੀ ਕਥਾ ਕਰਦੇ ਜਾਂ ਲੈਕਚਰ ਕਰਦੇ ਮੈਂ ਇਹਦੀ ਪ੍ਰਮੋਸ਼ਨ ਨਹੀਂ ਕਰਦਾ। ਅੱਛਾ ਜੀ। ਹਾਂ, ਇਸ ਤਰ੍ਹਾਂ ਬੈਠੇ ਆ, ਗੱਲ ਵੱਖਰੀ ਆ, ਪਰ ਉਹਦਾ ਕਾਰਨ ਇਹ ਕਿ ਕੋਈ ਇਹ ਨਾ ਸਮਝ ਲਵੇ ਕਿ ਇਹਨਾਂ ਨੇ ਹੁਣ ਐਪ ਦੱਸ ਕੇ ਤੇ ਹੁਣ ਇਹ ਦੱਸਣਾ ਜੀ ਸਾਡੀ ਹੈਲਪ ਕਰੋ ਜੀ, ਇਹ ਕਰੋ। ਮੈਂ ਕਹਿੰਦਾ ਸਾਡੀ ਸਭ ਤੋਂ ਵੱਡੀ ਹੈਲਪ ਜਾਂ ਸਾਡੀ ਸੇਵਾ ਸਾਰਥਕ ਉਦੋਂ ਹੀ ਆ ਜਦੋਂ ਤੁਸੀਂ ਇਹ ਤੋਂ ਲਾਹਾ ਲਓ।
ਅਸੀਂ ਸਾਰੇ ਜਾਣੇ ਇਹਦੇ ਤੋਂ ਲਾਹਾ ਲਈਏ। ਭਾਈ ਸਾਹਿਬ, ਜਦੋਂ ਅਸੀਂ ਇਸ ਐਪ ਦੀ ਗੱਲ ਕਰਦੇ ਹਾਂ, ਇਸ ਐਪ 'ਚ ਬਹੁਤ ਕੁਝ ਹੈ ਜਿਹੜਾ ਦੇਖਿਆ ਜਾ ਸਕਦਾ, ਜਿਵੇਂ ਆਡੀਓ ਕਿਤਾਬਾਂ ਵੀ ਹੈਗੀਆਂ, ਉਹਦੇ ਬਾਰੇ ਵੀ ਆਪਾਂ ਅਗਲੇ ਫੋਲਡਰ ਦੀ ਗੱਲ ਕਰਾਂਗੇ, ਕਿਉਂਕਿ ਹੋਰ ਫੋਲਡਰਸ ਦੀ ਆਪਾਂ ਗੱਲ ਕਰ ਲਈ ਹੈ, ਇਹੀ ਆਡੀਓ ਫੋਲਡਰ ਜਿਹੜਾ ਬਚਦਾ। ਹੁਣ ਕਈ ਲੋਕਾਂ ਨੇ ਇਹ ਵੀ ਕਿੰਤੂ ਕੀਤਾ ਹੋਣਾ ਵੀ YouTube ਹੈਗਾ ਸਾਡੇ ਕੋਲ, ਉੱਥੇ ਸਾਰਾ ਕੁਝ ਪਿਆ ਹੈ, ਇਹ ਐਪ ਕਿਉਂ? ਉਹਦਾ ਆਨਸਰ ਕੀ? ਉਹਦਾ ਆਨਸਰ ਇਹ ਹੈ ਭੈਣ ਜੀ ਕਿ ਜਦੋਂ ਤੁਸੀਂ YouTube ਖੋਲਦੇ ਜੇ, ਇੱਕ ਤਾਂ ਉਹ 'ਚ ਐਡ ਆਉਂਦੀਆਂ ਨੇ, ਇਹਦੇ 'ਚ ਐਡ ਨਹੀਂ ਹੁੰਦੀ। ਹਾਲਾਂਕਿ ਸਾਡੇ ਨਾਲ ਵੀ ਕੰਪਨੀਜ਼ ਸਾਨੂੰ ਦਿੰਦੇ ਨੇ ਆਫਰ, ਪਰ ਮਨ ਦੇ ਵਿੱਚ ਇਹੀ ਆ ਕਿ ਗੁਰਮਤ ਦੀ ਐਪ ਵਾ, ਪਤਾ ਨਹੀਂ ਮਤਾ ਕਿਹੜੀ ਐਡ ਆ ਜੇ, ਇੱਕ ਇਹ ਵੀ ਗੱਲ ਆ। ਦੂਸਰਾ, ਹਜੇ ਮਤਲਬ ਇਹਦੇ ਤੋਂ ਕੋਈ ਕਮਾਈ ਕਰਨ ਦਾ ਵਿਚਾਰ ਨਹੀਂ ਹੈਗਾ, ਸਪਸ਼ਟ ਜੀ ਗੱਲ ਆ, ਇਸੇ ਕਰਕੇ ਫ੍ਰੀ ਆਫ ਕਾਸਟ। ਹਾਂ, ਫ੍ਰੀ ਆਫ ਕਾਸਟ ਆ। ਤੇ ਅਸੀਂ ਹਜੇ ਵੀ ਪੇ ਕਰ ਰਹੇ ਹਾਂ ਗੂਗਲ ਸਟੋਰ ਨੂੰ ਨਾ, ਅਸੀਂ ਪੇ ਕਰ ਰਹੇ ਹਾਂ, ਐਪ ਸਟੋਰ ਨੂੰ ਪੇ ਕਰ ਰਹੇ ਹਾਂ, ਕਿਉਂਕਿ ਹਰ ਮਹੀਨੇ ਇਹਨਾਂ ਦਾ ਤੁਹਾਨੂੰ ਪਤਾ ਹਰ ਸਾਲ ਇਹਨਾਂ ਦਾ ਰੈਂਟ ਹੁੰਦਾ ਵਾ, ਸਾਨੂੰ ਰਿਨਿਊ ਕਰਾਉਣੀ ਪੈਂਦੀ ਆ। ਸਗੋਂ ਅਸੀਂ ਕੋਲੋਂ ਪੈਸੇ ਜਿਹੜੇ ਹਜੇ ਵੀ ਪੇ ਮਤਲਬ ਉਸ ਤਰ੍ਹਾਂ ਚੱਲ ਰਿਹਾ। iOS ਦੇ ਬਹੁਤ ਫੰਕਸ਼ਨਸ ਜਿਹੜੇ ਉਹ ਮਹਿੰਗੇ ਨੇ, ਉਹਦੇ ਐਪ ਬਣਾਉਣ ਵਾਸਤੇ 2 ਬਣਾਉਣੀਆਂ ਪਈਆਂ ਸਾਨੂੰ, ਉਹਦੇ ਕਰਕੇ ਵੀ ਕਾਫੀ ਕਾਸਟ ਉਹਦੇ 'ਚ ਲੱਗਦੀ ਆ ਹੋਈ। ਸੋ ਜਿਹੜੀ ਦੂਸਰੀ ਗੱਲ ਵਾ, ਇਹਦਾ ਫਾਇਦਾ ਕਿ YouTube ਤੇ ਵੀ ਮਿਲਦੀਆਂ, ਪਰ ਇਹਦੇ 'ਚ ਤੁਹਾਨੂੰ ਲੜੀਵਾਰ ਮਿਲਣਗੀਆਂ। ਜੇ ਤੁਸੀਂ ਕੀਰਤਨ ਸੁਣ ਰਹੇ ਤੇ ਕੰਟੀਨਿਊ ਕੀਰਤਨ ਸੁਣ ਰਹੇ ਜੀ, ਅਗਲਾ ਆਪਣੇ ਆਪ ਆ ਰਿਹਾ। ਜੇ ਤੁਸੀਂ ਕਥਾ ਸੁਣ ਰਹੇ ਜੇ ਤੇ ਕੰਟੀਨਿਊ ਕਥਾ ਸੁਣ ਰਹੇ ਜੀ, ਮਤਲਬ ਇੱਕ ਬੁਲਾਰੇ ਦੀ ਕਥਾ ਚੇਂਜ ਹੋਈ ਤੇ ਦੂਜੇ ਦੀ ਆ ਰਹੀ ਹੈ, ਤੁਹਾਨੂੰ ਚੇਂਜ ਕਰਨ ਦੀ ਲੋੜ ਨਹੀਂ ਤੁਹਾਨੂੰ ਹੈਗੀ। ਸੋ ਉਸੇ ਤਰੀਕੇ ਨਾਲ ਕਵੀਸ਼ਰੀ ਆ, ਉਸੇ ਤਰੀਕੇ ਨਾਲ ਢਾਡੀ ਵਾਰਾਂ ਵਾ। ਤੇ ਸਭ ਤੋਂ ਵਧੀਆ ਗੱਲ ਇਹਦੀ ਪਤਾ ਕੀ ਆ, ਜਿਹੜੇ ਵੀ ਭੈਣ ਭਰਾ ਨੇ YouTube ਤੇ ਵੀਡੀਓ ਅਪਲੋਡ ਕੀਤੀ, ਸਪੋਜ਼ ਤੁਹਾਡੀਆਂ ਵੀਡੀਓ ਨੇ, ਤੁਹਾਡੀਆਂ ਵੀਡੀਓ ਦਾ ਲਿੰਕ ਮੈਂ ਇਹਦੇ 'ਚ ਦੇ ਦਿੱਤਾ, ਉਹ ਜਿਹੜਾ ਵੀ ਸਾਡੇ ਐਪ ਦੇ ਵਿੱਚ ਉਹ ਵੀਡੀਓ ਨੂੰ ਦੇਖੇਗਾ, ਉਹਦੇ ਵਿਊ ਤੁਹਾਨੂੰ ਜਾਣਗੇ। ਮਤਲਬ ਵਿਊ ਦਾ ਵੀ ਬੈਨੀਫਿਟ ਅਸੀਂ ਨਹੀਂ ਲੈਂਦੇ। ਸਾਨੂੰ ਇਹ ਲੱਗਦਾ ਕਿ ਜਿਹੜੇ ਭੈਣ ਭਰਾ ਨੇ ਉਹ ਮਿਹਨਤ ਕੀਤੀ। ਸਾਡਾ ਕੰਮ ਸਿਰਫ ਇੰਨਾ ਵਾ ਕਿ ਗੁਰਮਤ ਦੇ ਚੰਗੇ ਚੰਗੇ ਮੱਤ ਵਿੱਚ ਰਤਨ ਜਵਾਹਰ ਮਾਨਕ ਜਿਹੜੇ ਨੇ ਨਾ, ਉਹ ਸੰਗਤਾਂ ਤੱਕ ਪਹੁੰਚਣ। ਭਾਵੇਂ ਉਹ ਅਰਸ਼ਦੀਪ ਭੈਣ ਜੀ ਦੇ ਹੋਣ, ਭਾਵੇਂ ਕਿਸੇ ਹੋਰ ਵੀਰ ਦੇ ਹੋਣ, ਕਿਸੇ ਬੁਲਾਰੇ ਦੇ ਹੋਣ, ਕਿਸੇ ਲੈਕਚਰਰ ਦੇ ਹੋਣ, ਕਿਸੇ ਕਥਾਵਾਚਕ ਦੇ ਹੋਣ, ਜਿਹੜਾ ਵੀ ਗੁਰੂ ਦੀ ਗੱਲ ਕਰ ਰਿਹਾ ਵਾ, ਪੰਥ ਦੀ ਗੱਲ ਕਰ ਰਿਹਾ ਵਾ, ਉਹਦਾ ਬੈਨੀਫਿਟ ਉਹਨੂੰ ਹੀ ਮਿਲੇ, ਉਹਦੇ ਚੈਨਲ ਨੂੰ, ਪਰ ਅਸੀਂ ਸੰਗਤਾਂ ਤੱਕ ਉਹਨਾਂ ਦਾ ਮੈਸੇਜ ਪਹੁੰਚਾ ਸਕਦੇ। ਜੀ ਬਿਲਕੁਲ। ਤੇ ਨਾਲ ਇਹ ਜਿਵੇਂ ਤੁਸੀਂ ਕਿਹਾ ਕਿ ਪ੍ਰਮੋਟ ਜਿੰਨਾ ਕਰਾਂਗੇ ਉਨਾ ਹੀ ਇਹ ਯੂਥ ਤੱਕ ਪਹੁੰਚੇਗਾ, ਕਿਉਂਕਿ ਜਿਹੜੀ ਸਾਡੇ ਬਜ਼ੁਰਗਾਂ ਦੀ ਪੀੜ੍ਹੀ ਆ ਜਾਂ ਜਿਹੜੇ ਸਾਡੇ ਨੌਜਵਾਨ ਜਿਹੜੇ ਪੰਥ ਨਾਲ ਜੁੜੇ ਹੋਏ ਨੇ, ਉਹ ਹੌਲੀ ਜਾ ਕੇ ਉਹਨਾਂ ਨੇ ਕਿਤੇ ਨਾ ਕਿਤੇ, ਉਹ ਕਹਿੰਦੇ ਟਾਰਚ ਪਾਸ ਕਰਨੀ ਆ, ਉਹ ਪਾਸ ਤਾਂ ਕਰਨੀ ਆ, ਪਰ ਇਹ ਜਿੰਨਾ ਚਿਰ ਨੌਜਵਾਨਾਂ ਤੱਕ ਨਹੀਂ ਪਹੁੰਚੇਗੀ ਉਹਨਾਂ ਟਾਈਮ ਜਿਹੜਾ ਆ ਉਹ ਇਹਦਾ ਨਾ ਹੀ ਤਾਂ ਕਹਿੰਦੇ ਵਰਡ ਆਫ ਮਾਊਥ, ਫਿਰ ਉਹ ਵੀ ਨਹੀਂ ਬਣਨਾ, ਪਰ ਇਹ ਬਣਨਾ ਚਾਹੀਦਾ ਕਿ ਬੱਚਿਆਂ ਤੱਕ ਪਹੁੰਚੇ। ਤੇ ਕਿਉਂਕਿ ਜਿੰਨੀ ਕੁ ਮੈਂ ਇਹ ਐਪ ਦੇਖਿਆ, ਕਿਉਂਕਿ ਮੈਨੂੰ ਵੀ ਨੌਲੇਜ ਨਹੀਂ ਸੀਗੀ ਕਿ ਇਹ ਐਪ ਐਗਜ਼ਿਸਟ ਕਰਦੀ ਹੈ। ਸੋ ਇਹ ਤੁਸੀਂ ਲਾਂਚ ਕੀਤੀ ਹੈ 2022 ਦੇ ਕਰੀਬ ਕੀਤੀ ਹੈ। ਸੋ 1 ਸਾਲ ਦੇ ਵਿੱਚ ਰਿਸਪੌਂਸ ਕਿਵੇਂ ਦਾ? ਰਿਸਪੌਂਸ ਉਹਨਾਂ ਨਹੀਂ ਮਿਲਿਆ ਜੀ ਜਿੰਨਾ ਮਿਲਣਾ ਚਾਹੀਦਾ ਸੀ। ਇਹੀ ਮੈਂ ਸੁਣਨਾ ਚਾਹੁੰਦੀ ਸੀ ਕਿ ਲੋਕਾਂ ਤੱਕ ਕੀ ਕਾਰਨ ਤੁਹਾਨੂੰ ਲੱਗਦਾ ਕਿ ਪਹੁੰਚ ਨਹੀਂ ਰਹੀ, ਜਾਂ ਕਿਉਂਕਿ ਇੱਕ ਐਪ ਆਉਂਦੀ ਆ ਮਾਰਕੀਟ ਦੇ ਵਿੱਚ ਤੇ ਆਉਂਦੀ ਬਾਅਦ ਚ ਡਾਊਨਲੋਡ ਲੋਕਾਂ ਦੇ ਫੋਨਾਂ 'ਚ ਪਹਿਲਾਂ ਹੋ ਜਾਂਦੀ ਆ। ਸਿੱਖ ਨੋਟਸ ਦੇ ਵਿੱਚ ਅਜਿਹਾ ਕੀ ਕੀਤਾ ਜਾ ਸਕਦਾ ਹੈ ਕਿ ਵੱਧ ਤੋਂ ਵੱਧ ਲੋਕ ਇਹਨੂੰ ਡਾਊਨਲੋਡ ਕਰਨ? ਇਹਦਾ ਇਹੀ ਹੈ ਜੀ, ਜਿਸ ਤਰ੍ਹਾਂ ਤੁਸੀਂ ਯੂਜ਼ ਕਰਦੇ ਜੇ, ਤੇ ਜਿੱਦਾਂ ਫਰੈਂਡ ਟੂ ਫਰੈਂਡ ਪਹੁੰਚੇ। ਅਸੀਂ ਗੁਰਮਤ ਸੈਮੀਨਾਰਸ ਦੇ ਵਿੱਚ ਜਾਂ ਗੁਰਮਤ ਸਮਾਗਮਾਂ ਦੇ ਵਿੱਚ ਬਹੁਤ ਯਤਨ ਕੀਤਾ, ਪਰ ਮੈਨੂੰ ਲੱਗਦਾ ਕਿ ਜਿਹੜੀ ਸੋਸ਼ਲ ਮੀਡੀਆ ਤੇ ਪ੍ਰਮੋਸ਼ਨ ਹੁੰਦੀ ਉਹ ਨਹੀਂ ਅਸੀਂ ਕਰ ਪਾਏ ਜੀ, ਉਹਦੇ ਕਰਕੇ ਉਹ ਚੀਜ਼ ਨਹੀਂ ਆਈ। ਮੈਨੂੰ ਇਹ ਲੱਗਦਾ ਸੀ ਕਿ ਜਿੰਨੇ ਵੀ ਕਰਨ, ਪਰ ਉਹ ਕਰਨ ਜਿਹੜੇ ਬਿਲਕੁਲ ਇਹਦੇ ਨਾਲ ਜੁੜੇ ਨੇ। ਸਾਨੂੰ ਇਹ ਨਹੀਂ ਸੀ ਕਿ ਇੰਨੀ ਡਾਊਨਲੋਡਿੰਗ ਹੋ ਜੇ, ਉਹ ਤਾਂ ਹੋਣਾ ਸੀ ਕਿ ਜੇ ਅਸੀਂ ਇਹਦੇ ਤੋਂ ਬਿਜ਼ਨਸ ਕਰਨਾ ਚਾਹੁੰਦੇ ਸੀ, ਇੰਨਾ ਨਹੀਂ ਸੀ ਹੈਗਾ। ਪਰ ਜਿੰਨੇ ਵੀ ਕਰਨ ਉਹ ਜੁੜਨ, ਇਹਦਾ ਲਾਹਾ ਲੈਣ। ਸੋ ਹੁਣ ਤੁਹਾਡੇ ਨਾਲ ਰਾਬਤਾ ਹੋ ਗਿਆ, ਗੁਰੂ ਸਾਹਿਬ ਕਿਰਪਾ ਕਰ ਦੇਣਗੇ, ਉਹ ਭੈਣ ਭਰਾ ਵੀ ਮਿਲਾ ਦੇਣਗੇ, ਵੱਧ ਤੋਂ ਵੱਧ ਲਾਹਾ ਲੈ ਸਕਦੇ ਨੇ। ਹੋਰ ਐਪ ਦੇ ਬਾਰੇ ਆਪਾਂ ਕੀ ਹੋਰ ਦੱਸ ਸਕਦੇ ਹਾਂ ਜੀ, ਕੀ ਕੁਛ ਹੈ ਜੀ ਇਹਦੇ ਵਿੱਚ? ਇਹਦੇ ਵਿੱਚ ਫਿਰ ਹੁਣ ਜਦੋਂ ਆਪਾਂ ਸੈਕੰਡ ਆਪਸ਼ਨ ਦੇ ਵਿੱਚ ਆਉਂਦੇ ਆ, MP3 ਦੇ ਵਿੱਚ ਆਉਂਦੇ ਆਪਾਂ, MP3 ਦੇ ਵਿੱਚ ਅਸੀਂ ਸਹਿਜ ਪਾਠ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉੱਥੋਂ ਤੁਸੀਂ ਇੱਕ ਅੰਗ ਸੰਥਿਆ ਲਈ, ਅੱਜ ਸੰਥਿਆ ਵਾਲੇ ਫੋਲਡਰ ਤੋਂ, ਉਸ ਤੋਂ ਬਾਅਦ ਤੁਸੀਂ ਸਹਿਜ ਪਾਠ ਦੇ ਵਾਲੇ ਫੋਲਡਰ 'ਚ ਉਹ ਅੰਗ ਪੂਰਾ ਤੁਸੀਂ ਸੁਣ ਸਕਦੇ ਆ। ਹਾਂਜੀ, ਪਲੱਸ ਇਹਦੇ ਵਿੱਚ 143 ਫੋਲਡਰ ਨੇ ਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਆ। ਤੁਸੀਂ ਇਹਨੂੰ ਕੰਟੀਨਿਊ ਲਗਾਓ, ਕੰਟੀਨਿਊ ਸੁਣਦੇ ਜੇ ਤੇ ਇਹ ਅਖੰਡ ਪਾਠ ਸਾਹਿਬ ਦੇ ਰੂਪ 'ਚ ਵੀ ਹੋ ਜਾਂਦਾ। ਨਹੀਂ ਤੇ ਇਸ ਫੋਲਡਰ ਦੀ ਅਸੀਂ ਜਿਹੜੀ ਡਿਊਰੇਸ਼ਨ ਉਹ ਤਕਰੀਬਨ 28 ਤੋਂ 32-33 ਮਿੰਟ ਦੀ ਰੱਖੀ ਆ, ਕਿ ਤੁਸੀਂ ਤਿਆਰ ਹੋ ਰਹੇ ਜੇ ਜਾਂ ਘਰ 'ਚ ਕੰਮ ਕਰ ਰਹੇ ਜੇ ਜਾਂ ਜੌਬ ਤੇ ਜਾ ਰਹੇ ਜੇ, ਡਰਾਈਵ ਕਰ ਰਹੇ ਜੇ, ਤੁਸੀਂ ਉਹ 28 ਮਿੰਟ ਦਾ ਜਿਹੜਾ ਫੋਲਡਰ ਸੁਣ ਲਓ। 143 ਦਿਨਾਂ 'ਚ ਤੁਹਾਡਾ ਸਹਿਜ ਪਾਠ ਸੁਣ ਕੇ ਸੰਪੂਰਨ ਹੋ ਜਾਏਗਾ ਜੀ। ਤੁਸੀਂ ਲੇਟੇ ਜੇ, ਆਰਾਮ ਕੀਤਾ, ਬਜ਼ੁਰਗ ਨੇ ਸਪੋਜ਼ ਸਾਡੇ ਘਰ ਦੇ ਵਿੱਚ, ਉਹਨਾਂ ਦੇ ਲਾਗੇ ਅਸੀਂ ਉਹ ਪਾਠ ਲਗਾ ਦਈਏ, ਉਹ ਪੜ੍ਹ ਨਹੀਂ ਸਕਦੇ ਜਾਂ ਬੈਠ ਨਹੀਂ ਸਕਦੇ ਜਾਂ ਨਜ਼ਰ ਕਮਜ਼ੋਰ, ਐਨੀ ਹਾਓ ਕੁਛ ਵੀ ਪ੍ਰੋਬਲਮ ਆ,
ਉਹ ਉਹਨਾਂ ਦੇ ਲਾਗੇ ਜਦੋਂ ਅਸੀਂ ਸਹਿਜ ਪਾਠ ਉਹ ਲਗਾ ਦਿੰਨੇ ਆ ਤੇ ਉਹ ਕੰਟੀਨਿਊ ਸਹਿਜ ਪਾਠ ਸੁਣ ਸਕਦੇ ਨੇ ਤੇ ਉਹਨਾਂ ਨੂੰ ਵੀ ਬਹਿ ਕੇ ਬਾਣੀ ਸੁਣਨ ਦਾ ਤੇ ਸੰਪੂਰਨ ਸਹਿਜ ਪਾਠ ਦਾ ਇਹ ਹੋ ਜਾਂਦਾ। ਉਸ ਤੋਂ ਬਾਅਦ ਇਸੇ ਫੋਲਡਰ ਦੇ ਵਿੱਚ ਅਸੀਂ ਆਡੀਓ ਬੁੱਕਸ ਰੱਖੀਆਂ ਨੇ। ਠੀਕ ਹੈ ਜੀ। ਆਡੀਓ ਬੁੱਕਸ ਦੇ ਵਿੱਚ ਵੀ ਇਹੀ ਹੈ ਕਿ ਜਿਨ੍ਹਾਂ ਕੋਲ ਪੜ੍ਹਨ ਦਾ ਸਮਾਂ ਨਹੀਂ, ਜਿਹੜੇ ਬਹੁਤਾਤ ਮੇਰੇ ਡਰਾਈਵਰ ਵੀਰ ਨੇ ਜਿਹੜੇ ਡਰਾਈਵ ਕਰਦੇ ਨੇ ਉਹ ਉਸ ਚੀਜ਼ ਦਾ ਲਾਹਾ ਲੈ ਸਕਦੇ, ਜਿੱਦਾਂ ਸੇਖ ਨਈਆ ਬੁੱਕਸ ਵਾ ਜਾਂ ਜੇਲ੍ਹ ਚਿੱਠੀਆਂ ਵਾ। ਇਹ ਵੀ ਬੁੱਕਸ ਉਹੀ ਨੇ ਜਿਨ੍ਹਾਂ ਦੇ ਨਾਲ ਪੜ੍ਹਨ ਤੇ ਸੁਣਨ ਦੇ ਨਾਲ ਵੱਧ ਤੋਂ ਵੱਧ ਗੁਰੂ ਸਾਹਿਬ ਤੇ ਸ਼ਰਧਾ ਤੇ ਪ੍ਰੇਮ ਆਵੇ। ਉਹਨਾਂ ਚੀਜ਼ਾਂ ਨੂੰ ਅਸੀਂ ਮੁੱਖ ਰੱਖਿਆ। ਉਸ ਤੋਂ ਬਾਅਦ ਜਦੋਂ ਤੁਸੀਂ ਅਗਲਾ ਫੋਲਡਰ ਇਹਦਾ ਦੇਖਦੇ ਜੇ ਉਹਦੇ ਵਿੱਚ ਮਤਲਬ ਆਡੀਓ ਇਹਦੇ ਅਸੀਂ ਇਸ ਤਰ੍ਹਾਂ ਡਿਵਾਈਡੇਸ਼ਨ ਕੀਤੀ ਕਿ ਵੀਡੀਓ ਤੇ ਆਡੀਓ ਤੇ ਪੀਡੀਐਫ। ਜਿਸ ਲੈਵਲ ਦਾ ਵੀ ਕੋਈ ਭੈਣ ਭਰਾ ਵਾ ਜਿਹਦੇ ਚ ਵੀ ਰੁਚੀ ਆ ਉਹ ਇਸ ਚੀਜ਼ ਨੂੰ ਕਰ ਸਕਦਾ। ਇੱਕ ਨਿਤਨੇਮ ਦਾ ਫੋਲਡਰ ਰੱਖਿਆ ਕਿ ਤੁਸੀਂ ਨਿਤਨੇਮ ਜਿਹੜਾ ਵਾ ਉਹ ਸੁਣਦੇ ਵੀ ਤੁਸੀਂ ਕਰ ਸਕਦੇ ਜੀ। ਸੰਥਿਆ ਵੀ ਹੋ ਗਈ, ਸਹਿਜ ਪਾਠ ਸਾਹਿਬ ਵੀ ਹੋ ਗਿਆ, ਨਿਤਨੇਮ ਵੀ ਇਹਦੇ ਵਿੱਚ ਆ ਗਿਆ, ਆਡੀਓ ਬੁੱਕਸ ਆ ਗਈਆਂ ਨੇ। ਸੋ ਇਸ ਤਰੀਕੇ ਨਾਲ ਜੀ ਕੁੱਲ ਮਿਲਾ ਕੇ ਇੱਕ ਸਾਰਾ ਕੁਝ ਇੱਕੋ ਜਗ੍ਹਾ ਦੇ ਉੱਤੇ ਤੁਹਾਨੂੰ ਮਿਲ ਜਾਂਦਾ ਹੈ ਐਂਡ ਫ੍ਰੀ ਆਫ ਕਾਸਟ ਮਿਲ ਜਾਂਦਾ ਹੈ। ਤੇ ਜਿਹੜਾ ਤੁਸੀਂ ਕਾਸਟ ਪੇ ਕੀਤੀ ਹੈ, ਕਹਿ ਸਕਦੇ ਆ ਕਿ ਮਿਹਨਤ ਕੀਤੀ ਹੈ ਇੰਨੇ ਸਾਲ, ਤੇ ਉਹ ਮਿਹਨਤ ਦੇ ਲਈ ਇਹ ਇੱਕ ਐਪ ਸਾਡੇ ਤੱਕ ਤਿਆਰ ਹੋ ਕੇ ਆਈ ਹੈ। ਸੋ ਇਹ ਐਪ ਦੇ ਵਿੱਚ ਜਿੰਨਾ ਕੁ ਮੈਂ ਇਸ ਐਪ ਨੂੰ ਦੇਖਿਆ ਕਿ ਇੰਨੀ ਕੁ ਵਧੀਆ ਐਪ ਹੈਗੀ ਆ ਕਿ ਜੇ ਤੁਸੀਂ ਕੁਝ ਡਾਊਨਲੋਡ ਕਰਨਾ ਚਾਹੁੰਦੇ ਆ, ਕੁਝ ਰਿਟਨ PDF ਤੁਹਾਨੂੰ ਚਾਹੀਦਾ ਆ ਤਾਂ ਉਹ ਤੁਸੀਂ ਡਾਊਨਲੋਡ ਵੀ ਕਰ ਸਕਦੇ, ਕਿਉਂਕਿ ਕਈ ਜਗ੍ਹਾ ਦੇ ਉੱਤੇ ਹੁੰਦਾ ਤੁਸੀਂ ਕਾਪੀ ਪੇਸਟ ਨਹੀਂ ਕਰ ਸਕਦੇ, ਡਾਊਨਲੋਡ ਨਹੀਂ ਕਰ ਸਕਦੇ। ਸੋ ਜਿੰਨਾ ਤੁਸੀਂ ਇਹਨੂੰ ਡਾਊਨਲੋਡ ਕਰਕੇ ਜੇ ਕੋਈ ਪੜ੍ਹਨਾ ਚਾਹੁੰਦਾ ਉਹਨੂੰ ਪੜ੍ਹਨ ਨੂੰ ਦੇ ਸਕਦੇ ਆ, ਜੇ ਕੋਈ ਆਪ ਯਾਦ ਕਰਨਾ ਚਾਹੁੰਦਾ ਯਾਦ ਕਰ ਸਕਦੇ ਆ, ਬੱਚਿਆਂ ਨੂੰ ਸੁਣਾ ਸਕਦੇ ਆ। ਸੋ ਕੁੱਲ ਮਿਲਾ ਕੇ ਇੱਕ ਪੈਕੇਜ ਜਿਹੜਾ ਤੁਸੀਂ ਤਿਆਰ ਕੀਤਾ ਤੇ ਅਸੀਂ ਚਾਹੁੰਦੇ ਆ, ਦਿਲੋਂ ਚਾਹੁੰਦੇ ਆ ਕਿ ਇਹ ਲੋਕਾਂ ਤੱਕ ਵੱਧ ਤੋਂ ਵੱਧ ਜਾਵੇ ਤਾਂ ਕਿ ਉਹ ਲੋਕ ਜਿਹੜੇ ਨੇ ਉਹ ਦੇਖਣ ਕਿ ਕੀ ਸਾਡਾ ਸਿੱਖ ਇਤਿਹਾਸ ਰਿਹਾ, ਕੀ ਕੁਝ ਸਾਡਾ ਧਰਮ ਕਹਿੰਦਾ, ਸਾਡੀ ਬਾਣੀ ਜਿਹੜੀ ਆ ਉਹ ਕੀ ਕਹਿੰਦੀ ਹੈ। ਸੋ ਬਹੁਤ ਵਧੀਆ ਉਪਰਾਲਾ ਤੁਸੀਂ ਕੀਤਾ ਹੈਗਾ। ਸੋ ਅਸੀਂ ਹੁਣ ਅੱਜ ਚਾਹਾਂਗੇ ਕਿ ਇਹ ਲੋਕਾਂ ਤੱਕ ਜਾਵੇ, ਕਿਉਂਕਿ ਜਿਹਨੇ ਡਿਵੈਲਪ ਕੀਤੀ ਆ ਉਹ ਵੀ ਜਗਰਾਜ ਸਿੰਘ ਜੀ ਹੈਗੇ ਨੇ। ਸੋ ਉਹਨਾਂ ਨੇ ਜਦੋਂ ਡਿਵੈਲਪ ਕੀਤੀ ਤੇ ਕਿੰਨਾ ਕੁ ਟਾਈਮ ਲਾਇਆ, ਕਿਉਂਕਿ ਬਹੁਤ ਸਾਰੇ ਆਪਸ਼ਨ ਨੇ, ਜਿਵੇਂ ਤੁਸੀਂ ਕਿਹਾ ਕਿ ਜੇ ਕਿਸੇ ਦਾ YouTube ਲਿੰਕ ਆਉਂਦਾ ਵੀ ਹੈ ਜਾਂ ਕਿਸੇ ਹੋਰ ਐਪ ਦਾ ਲਿੰਕ ਆਉਂਦਾ ਵੀ ਹੈ ਤਾਂ ਵਿਊ ਉਹਦੇ ਤੱਕ ਜਾਣਗੇ। ਸੋ ਇਹ ਚੀਜ਼ਾਂ ਨੂੰ ਕ੍ਰੀਏਟ ਕਰਨ ਤੇ ਵੀ ਟਾਈਮ ਲੱਗਦਾ। ਹਾਂਜੀ, ਇਹ ਜਗਰਾਜ ਸਿੰਘ ਮੇਰਾ ਭਣੇਵਾ ਵਾ ਜੀ। ਅੱਛਾ ਜੀ। ਇਹਨੇ ਦਿੱਲੀ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਕੀਤੀ ਹੈ ਜੀ, ਤੇ ਇਹ ਇਸ ਵੇਲੇ ਹੁਣ ਇੱਥੇ ਵਾਟਰਲੂ ਯੂਨੀਵਰਸਿਟੀ ਦੇ ਵਿੱਚ ਵੀ ਜੌਬ ਕਰ ਰਿਹਾ। ਅੱਛਾ ਜੀ। ਹਾਂਜੀ, ਉਹ ਵੀ ਇੱਥੇ ਹੀ ਆ। ਸੋ ਇਸ ਤੋਂ ਪਹਿਲਾਂ ਦਾ ਇਹਦੀ ਇੰਜੀਨੀਅਰਿੰਗ ਕਰਨ ਤੋਂ ਪਹਿਲਾਂ ਦਾ ਸੀ ਮੇਰਾ ਸੁਪਨਾ ਕਹਿ ਲਓ ਜਾਂ ਸੇਵਾ ਕਹਿ ਲਓ, ਤੇ ਮੈਂ ਆਪਣੇ ਇਲਾਕੇ ਦੇ ਸਾਰੇ ਪਾਸੇ ਛਾਣ ਮਾਰਿਆ ਜੀ, ਕਿਉਂਕਿ ਪੇਂਡੂ ਕਲਚਰ ਇਲਾਕਾ ਸੀ। ਬੜੇ ਥਾਂ ਤੇ ਮੈਂ ਮਤਲਬ ਤਕਰੀਬਨ ਮੈਨੂੰ ਤੁਸੀਂ ਇਸ ਤਰ੍ਹਾਂ ਕਹਿ ਲਓ ਕਿ ਤਕਰੀਬਨ 6 ਜਾਂ 7 ਸਾਲ ਮੈਨੂੰ ਐਪ ਬਣਾਉਣ ਵਾਲਾ ਹੀ ਨਹੀਂ ਮਿਲਿਆ, ਤੇ ਜੇ ਉਹ ਮਿਲਿਆ ਤੇ ਉਹ ਇੰਨਾ ਹਾਈਲੀ ਕਾਸਟ ਸੀ ਕਿ ਮੇਰੇ ਵਿੱਤ ਤੋਂ ਬਾਹਰ ਸੀ। ਇੱਕ ਮੈਂ ਇਨਸੀਡੈਂਟ ਸੁਣਾਉਣਾ ਜੀ ਤੁਹਾਨੂੰ। ਜਦੋਂ ਮੈਂ ਉਹ ਸਾਰੇ ਮੈਗਜ਼ੀਨ ਲਿਆਂਦੇ, ਮੈਗਜ਼ੀਨ ਲਿਆਉਣ ਤੋਂ ਬਾਅਦ ਮੈਂ ਡਿਸਕਸ ਕੀਤੀ, ਉਹ ਕਹਿੰਦੇ ਜੀ ਇਹਦੀ ਨਾ PDF ਫਾਈਲ ਬਣਨੀ ਆ, ਤੇ PDF ਫਾਈਲ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ, ਜੇ ਅਸੀਂ ਇਹਨੂੰ ਸਕੈਨ ਕਰਕੇ ਪਾਵਾਂਗੇ ਤੇ ਐਪ ਹੈਵੀ ਹੋ ਜਾਏਗੀ। ਆਪਣੀ ਐਪ ਜਿਹੜੀ ਉਹ ਸਾਰੀ 16 MB ਦੀ ਹੈ ਜੀ। ਇਹ ਵੀ ਦੇਖਣਾ ਸੀ ਕਿ ਜਿਹੜਾ ਸਾਡਾ ਯੂਜ਼ਰ ਵਾ ਉਹਦੇ ਤੇ ਵੀ ਬਰਡਨ ਨਾ ਪਵੇ, ਕਿਉਂਕਿ ਪ੍ਰਚਾਰ ਪ੍ਰਸਾਰ ਦਾ ਕੰਮ। ਸੋ ਇਹਨੂੰ ਨਾ ਤੁਸੀਂ ਇਸ ਤਰ੍ਹਾਂ ਕਰੋ ਕਿ ਇਹਨੂੰ ਤੁਸੀਂ ਵਰਡ ਫਾਈਲ ਦੇ ਵਿੱਚ ਟਾਈਪਿੰਗ ਕਰਾਓ ਜੀ। ਉਹ ਫਿਰ ਜਿੰਨੇ ਵੀ ਲੈਕਚਰ ਅਰਸ਼ਦੀਪ ਜੀ ਮੈਂ ਸਿਲੈਕਟ ਕੀਤੇ ਸੀ ਉਹਨਾਂ ਵਾਸਤੇ ਫਿਰ ਮੈਂ ਕੁਛ ਇਸ ਤਰ੍ਹਾਂ ਕੀਤਾ ਕਿ ਮੇਰੇ ਅੰਡਰ 'ਚ ਨਾ ਤਕਰੀਬਨ 30-32 ਸਕੂਲ ਨੇ ਜਿਨ੍ਹਾਂ ਨਾਲ ਮੇਰਾ ਰਾਬਤਾ, 15,000 ਬੱਚਿਆਂ ਨੂੰ ਮੈਂ ਆਪਣੇ ਏਰੀਆ 'ਚ ਕਵਰ ਕਰਦਾ, ਜਿੱਥੇ ਜਾ ਕੇ ਮੈਂ ਉਹਨਾਂ ਨੂੰ ਕੈਰੀਅਰ ਕਾਉਂਸਲਿੰਗ, ਕੈਰੀਅਰ ਗਾਈਡੈਂਸ ਜਾਂ ਐਂਟੀ ਡਰੱਗ ਵੱਲੋਂ ਜਿਹੜੇ ਸੈਮੀਨਾਰ ਵਗੈਰਾ ਮੈਂ ਲਗਾਉਂਦਾ, ਜਾਂ ਪਿੰਡਾਂ ਦੇ ਵਿੱਚ ਵੀ ਮਹਾਰਾਜ ਦੀ ਕਿਰਪਾ ਨਾਲ ਸਾਡੀ ਇੱਕ ਟੀਮ ਸਿੱਖ ਚੇਤਨਾ ਮੰਚ, ਉਹਦੇ ਆਧਾਰ ਤੇ ਅਸੀਂ ਸੋਸ਼ਲ ਵਰਕ ਕਰਦੇ ਹਾਂ। ਉਹਨਾਂ ਦੇ ਥਰੂ ਮੈਂ 30 ਸਕੂਲਾਂ ਦੇ ਵਿੱਚ 3 ਪ੍ਰਿੰਸੀਪਲਸ ਦੇ ਨਾਲ ਰਾਬਤਾ ਕੀਤਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਹਾਡੇ ਕੋਲ ਕੰਪਿਊਟਰ ਟੀਚਰ ਤਾਂ ਹੁੰਦਾ ਹੀ ਆ, ਤੁਸੀਂ ਆ ਮੇਰੇ 5 ਮੈਗਜ਼ੀਨ ਲੈ ਲਓ। ਤੁਸੀਂ ਸਿਰਫ ਮੈਨੂੰ 5 ਮੈਗਜ਼ੀਨ ਦੇ ਵਿੱਚ 25 ਜਾਂ 30 ਲੈਕਚਰ ਹੋਣੇ ਆ, ਕਿਉਂਕਿ 5-7 ਹਰ ਮੈਗਜ਼ੀਨ ਸੀ। ਤੁਸੀਂ ਮੈਨੂੰ 1 ਮਹੀਨੇ ਨੂੰ 2 ਨੂੰ ਜਾਂ 3 ਨੂੰ ਦੇ ਦਿਓ ਤੇ ਮੈਨੂੰ ਟਾਈਪ ਕਰਾ ਦਿਓ ਜਦੋਂ ਟੀਚਰ ਤੁਹਾਡਾ ਫ੍ਰੀ ਹੋਵੇ, ਤੇ ਚਲੋ ਜਿਹੜੀ ਥੋੜੇ ਬਹੁਤੇ ਜਿਹੜੇ ਆਪਾਂ ਨੂੰ ਹੈਲਪ ਕਰ ਦਾਂਗੇ ਹਨਾ। ਕਹਿੰਦੇ ਚਲੋ ਠੀਕ ਹੈ ਜੀ। ਤੁਸੀਂ ਹੈਰਾਨ ਹੋ ਗਏ ਗੱਲ ਸੁਣ ਕੇ। 30 ਸਕੂਲਾਂ ਦੇ ਵਿੱਚ ਮੈਂ ਤਕਰੀਬਨ 5 ਜਾਂ 6 ਮੈਗਜ਼ੀਨ ਦਿੱਤੇ। ਤੁਸੀਂ ਕੈਲਕੂਲੇਸ਼ਨ ਕਰ ਸਕਦੇ, 150-200 ਹੋ ਗਏ। ਮੈਨੂੰ ਇਹ ਸੀ ਕਿ ਮੈਂ ਜੱਕਦਮ ਨਾ ਦਵਾਂ, ਉਹਨਾਂ ਤੇ ਬਰਡਨ ਨਾ ਪਵੇ। ਉਹਨਾਂ ਨੂੰ ਮੈਂ ਫੋਨ ਕਰਨਾ ਜੀ, ਕਿੰਨਾ ਹੋ ਗਿਆ? ਹਾਂਜੀ ਇੰਨਾ ਹੋ ਗਿਆ ਜੀ, ਇੰਨਾ ਹੋ ਗਿਆ ਜੀ, ਦੇ ਦਿੰਦੇ ਜੀ, ਤੁਹਾਨੂੰ ਕਰ ਦਿੰਦੇ। 3 ਮਹੀਨੇ ਲੰਘ ਗਏ ਜੀ ਅਰਸ਼ਦੀਪ ਜੀ। 30 ਸਕੂਲਾਂ ਦੇ ਵਿੱਚੋਂ 30 ਪ੍ਰਿੰਸੀਪਲਾਂ ਨੇ, 30 ਟੀਚਰਾਂ ਨੇ ਇੱਕ ਪੇਜ ਵੀ ਟਾਈਪ ਨਹੀਂ ਕਰਕੇ ਦਿੱਤਾ। ਓਕੇ, ਵਾਹ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਿਹਾ ਜੀ ਮੈਂ ਤੇ 5-6 ਸਾਲ ਲੱਗੇ ਮੈਨੂੰ ਇਹ ਸਾਰਾ ਕੁਝ ਇਕੱਠਾ ਕਰਨ, ਮੈਨੂੰ ਮੈਗਜ਼ੀਨ ਹੀ ਵਾਪਸ ਕਰ ਦਿਓ। ਅਸੀਂ ਕਿਸੇ ਨੇ ਹੈਲਪ ਨਹੀਂ ਕੀਤੀ, ਕਿਸੇ ਨੇ ਟਾਈਪ ਨਹੀਂ ਕੀਤਾ।
ਫਿਰ ਪ੍ਰੋਬਲਮ ਇਹ ਆ ਗਈ ਕਿ ਪੰਜਾਬੀ ਟਾਈਪਿੰਗ ਦੀ ਪ੍ਰੋਬਲਮ ਬਹੁਤ ਸੀ। ਪੰਜਾਬ ਦੇ ਵਿੱਚ ਪੰਜਾਬੀ ਟਾਈਪਿੰਗ ਉਹਨੇ ਜੀ ਇੰਗਲਿਸ਼ ਜਿੰਨਾ ਮਰਜ਼ੀ ਕਰਾ ਲਓ। ਹੁਣ ਕਹਿੰਦੇ ਜੀ ਕਾਰ ਤੇ ਦਵਾਂਗੇ ਪਰ ਕਾਸਟਲੀ ਬੜਾ ਪੈਂਦਾ। ਜਿਵੇਂ ਜੀ ਕਿੰਨਾ ਕਾਸਟਲੀ ਪੈਂਦਾ? ਉਹ ਕਹਿੰਦੇ ਜੀ 30 ਰੁਪੀਸ ਪਰ ਪੇਜ ਲੱਗਣਗੇ ਜੀ। ਹੁਣ ਤੁਸੀਂ ਪੇਜ ਕਾਊਂਟ ਕਰ ਲਿਓ ਜੀ ਕਿੰਨੇ PDF ਆ। ਉਹ 30 ਰੁਪੀਸ ਪਰ ਪੇਜ ਅਸੀਂ ਦਿੱਤੇ। ਉਹ ਇਸ ਤਰ੍ਹਾਂ ਹੋਇਆ ਜੀ ਕਿ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਮੈਂ ਜੌਬ ਕਰਦਾ ਉਹਦੇ ਨਾਲ ਮੇਰੇ ਘਰ ਦਾ ਸਿਸਟਮ ਚੱਲਦਾ ਸੀ। ਫਿਰ ਮੈਂ ਕਥਾ ਵਿੱਚ ਜਾਣਾ ਜਾਂ ਸੈਮੀਨਾਰਸ 'ਚ ਜਾਣਾ, ਉੱਥੇ ਜਿਹੜੀ ਵੀ ਮਾਇਆ ਮਿਲਣੀ ਉਹ ਫਿਰ ਲਿਆਉਣੇ। ਤੇ ਉਹ ਜਿਹੜੇ ਟਾਈਪ ਕਰਨ ਵਾਲੇ ਵੀਰ, ਹੁਣ 2 ਵੀਰ ਮੈਂ ਉਹ ਰੱਖੇ ਜਿਨ੍ਹਾਂ ਨੂੰ ਮੈਂ ਮਹੀਨੇ ਦਾ ਹੀ ਕੁਛ ਦਿੰਦਾ ਸੀ। ਇੱਕ ਨਾ ਮੈਂ ਫਿਰ ਪਰ ਪੇਜ ਦਾ ਕੀਤਾ। ਤੇ ਇਸ ਤਰ੍ਹਾਂ ਕਰ ਕੁਰ ਕੇ ਉਹ ਸਾਰੀ ਅਸੈਂਬਲਿੰਗ ਕੀਤੀ ਜੀ, ਤੇ ਉਹਦੀ ਵੰਡ ਕੀਤੀ। ਬਹੁਤ ਸਾਰੀ ਜਿਹੜੀ ਮਿਹਨਤ ਤੁਸੀਂ ਕੀਤੀ ਹੈਗੀ ਆ, ਤੇ ਅੱਜ ਸਾਨੂੰ ਮਨ ਤਾਂ ਕਰਦਾ ਕਿ ਹੋਰ ਜਿਹੜਾ ਇਸ ਐਪ ਦੇ ਬਾਰੇ ਜਾਣੀਏ, ਪਰ ਸਾਨੂੰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ। ਸੋ ਸਮਾਂ ਸਾਡਾ ਜਿਹੜਾ ਉਹ ਭੱਜਿਆ ਜਾ ਰਿਹਾ। ਪਰ ਅੱਜ ਦੀ ਜੇ ਗੱਲਬਾਤ ਦਾ ਅਸੀਂ ਸਾਰਾਂਸ਼ ਕੱਢੀਏ ਤਾਂ ਇਹ ਨਿਕਲਦਾ ਹੈ ਕਿ ਇਹ ਐਪ ਬੜੀ ਮਿਹਨਤ ਦੇ ਨਾਲ ਤੇ ਬੜੀ ਸੁਹਿਰਦਤਾ ਦੇ ਨਾਲ ਬਣਾਈ ਗਈ ਹੈ, ਕਿ ਇਹਦੇ ਵਿੱਚ ਕੋਈ ਊਨਤਾਈ ਨਹੀਂ ਹੈਗੀ। ਇਹਨੂੰ ਹਰ ਚੀਜ਼ ਜਿਹੜੀ ਆ ਕੱਲੀ ਕੱਲੀ ਦੇਖ ਕੇ ਮੈਂ ਇੱਥੇ ਬੇਨਤੀ ਕਰਨਾ ਚਾਹੁੰਦਾ ਜੀ, ਊਨਤਾਈ ਤੇ ਹੋ ਸਕਦਾ ਹੋਵੇ, ਤੇ ਤੁਹਾਨੂੰ ਵੀ ਬੇਨਤੀ ਆ, ਬਾਕੀ ਯੂਜ਼ਰਸ ਨੂੰ ਵੀ ਬੇਨਤੀ ਆ ਕਿ ਜੇ ਹੋਊਗੀ ਤਾਂ ਜਰੂਰ ਦੱਸਿਓ, ਆਪਾਂ ਉਹਨੂੰ ਅਪਡੇਟ ਕਰਾਂਗੇ। ਫੀਡਬੈਕ ਦਾ ਆਪਸ਼ਨ ਹੈਗਾ ਇਹਦੇ ਵਿੱਚ, ਤੁਸੀਂ ਫੀਡਬੈਕ ਜਿਹੜੀ ਆ ਉਹ ਦੇ ਸਕਦੇ ਹੈਗੇ। ਫਿਰ ਇਸੇ ਕਰਕੇ ਜੁਗਰਾਜ ਸਿੰਘ ਨੂੰ ਜਿਹੜਾ ਸੀ ਉਹ ਮੈਂ ਇਸ ਪਾਸੇ ਉਹਨੂੰ ਗਾਈਡ ਕੀਤਾ ਕਿ ਯਾਰ ਕਿਸੇ ਨੇ ਨਹੀਂ ਬਣਾਈ ਪੁੱਤ, ਆਪਾਂ ਨੂੰ ਬਣਾਉਣੀ ਪੈਣੀ ਆ। ਫਿਰ ਉਹਨੇ ਜਿਹੜਾ ਉਸ ਪਾਸੇ ਇੰਜੀਨੀਅਰਿੰਗ ਕੀਤੀ ਸੌਫਟਵੇਅਰ ਦੀ, ਉਹਨੇ ਇੰਜੀਨੀਅਰਿੰਗ ਕਰਨ ਤੋਂ ਬਾਅਦ ਫਿਰ ਇਹ ਐਪ ਉਹਨੇ ਬਣਾਈ। ਤੇ ਇਸ ਐਪ ਦੇ ਸਦਕਾ ਮਾਰ ਇਹਨਾਂ ਨੂੰ ਬੜੀ ਕਿਰਪਾ ਕੀਤੀ, ਬੜੀ ਮਲਟੀਨੈਸ਼ਨਲ ਕੰਪਨੀ ਤੋਂ ਉਹਨੂੰ ਜੌਬ ਮਿਲੀ। ਉਸ ਤੋਂ ਬਾਅਦ ਉਹਨੂੰ ਕੈਨੇਡਾ ਵਾਲਿਆਂ ਨੇ ਇੱਥੇ ਨਾ ਬੁਲਾ ਲਿਆ। ਸਿਰਫ ਐਪ ਦੇ ਪਿੱਛੇ ਉਹਨੇ ਆਪਣਾ ਜਿਹੜਾ ਮਤਲਬ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਵੈਸਨ ਪਾਈਏ। ਸੋ ਮਹਾਰਾਜ ਨੇ ਬੜੀ ਕਿਰਪਾ ਕੀਤੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆ ਕੇ ਇੱਥੇ ਐਪ ਦੇ ਬਾਰੇ ਦੱਸਿਆ, ਤੇ ਅਸੀਂ ਵੀ ਸਾਡੇ ਵਿਊਅਰਸ ਨੂੰ ਕਵਾਂਗੇ ਕਿ ਇਹ ਐਪ ਦੇ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਪਰ ਜੇ ਕਿਸੇ ਦਾ ਕੋਈ ਸਵਾਲ ਹੈ ਤੇ ਐਪ ਦੇ ਥਰੂ ਤੁਹਾਨੂੰ ਕਿਹਾ ਜਾ ਸਕਦਾ, ਜਾਂ ਫਿਰ ਤੁਸੀਂ ਕੋਈ ਕੰਟੈਕਟ ਨੰਬਰ ਜਾਂ ਕੁਝ ਦੇਣਾ ਚਾਹੋਗੇ? ਐਪ ਦੇ ਵਿੱਚ ਈਮੇਲ ਆਈਡੀ ਹੈਗੀ ਹੈ ਜੀ, ਉੱਥੇ ਈਮੇਲ ਕੀਤੀ ਜਾ ਸਕਦੀ ਹੈ। ਸੋ ਹਰਜਿੰਦਰ ਸਿੰਘ ਰਾਜਦਾ ਜੀ, ਤੁਸੀਂ ਸਾਡੇ ਨਾਲ ਆ ਕੇ ਗੱਲਬਾਤ ਕੀਤੀ ਹੈ, ਟਾਈਮ ਟੂ ਟਾਈਮ ਕੱਢਿਆ, ਤੇ ਇੱਕ ਵੱਖਰੀ ਐਪ ਸਾਡੇ ਤੱਕ ਪਹੁੰਚਾਈ ਹੈ ਤਾਂ ਕਿ ਨੌਜਵਾਨ ਜੁੜਨ। ਤੇ ਅਸੀਂ ਵੀ ਸਾਡੇ ਮਾਧਿਅਮ ਦੇ ਰਾਹੀਂ ਕਵਾਂਗੇ ਕਿ ਇਹ ਐਪ ਜਿਹੜੀ ਹੈ ਜ਼ਰੂਰ ਡਾਊਨਲੋਡ ਕਰ ਲੈਣੀ ਚਾਹੀਦੀ ਹੈ। ਅੱਜ ਦੇ ਲਈ, ਅੱਜ ਦੀ ਵਾਰਤਾਲਾਪ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਹਰਜਿੰਦਰ ਸਿੰਘ ਰਾਜਦਾ ਜੀ ਅੱਜ ਸਾਡੇ ਨਾਲ ਨੇ। ਇਹਨਾਂ ਨੇ ਬਹੁਤ ਮਿਹਨਤ ਕਰਕੇ ਇੱਕ ਐਪ ਸਾਡੇ ਤੱਕ ਲੈ ਕੇ ਆਂਦੀ ਹੈ, ਸਿੱਖ ਨੋਟਸ ਕਰਕੇ ਐਪ ਹੈ। ਸੋ ਤੁਸੀਂ ਚਾਹੇ ਸੈਮਸੰਗ ਯੂਜ਼ਰ ਆ, ਚਾਹੇ ਤੁਸੀਂ ਐਪਲ ਯੂਜ਼ਰ ਹੈਗੇ ਆ, ਤੁਸੀਂ ਜਦੋਂ ਸਿੱਖ ਨੋਟਸ ਪਾਉਂਦੇ ਆ ਤਾਂ ਇੱਕ ਐਪ ਤੁਹਾਡੇ ਤੱਕ ਜਿਹੜੀ ਉਹ ਆਏਗੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਦੀ ਇਹ ਐਪ ਤੁਹਾਨੂੰ ਦਿਖਣ ਵਾਲੀ ਹੈ। ਸੋ ਤੁਸੀਂ ਉਹ ਡਾਊਨਲੋਡ ਕਰਨੀ ਹੈ, ਫ੍ਰੀ ਆਫ ਕਾਸਟ ਹੈ, ਕੋਈ ਵੀ ਇਹਦਾ ਚਾਰजेस ਨਹੀਂ ਹੈਗੇ। ਸੋ ਪਲੀਜ਼ ਜਦੋਂ ਵੀ ਤੁਸੀਂ ਆਪਣਾ ਫੋਨ ਚੁੱਕੋ ਤਾਂ ਇਹ ਐਪ ਨੂੰ ਜ਼ਰੂਰ ਡਾਊਨਲੋਡ ਕਰੋ, ਇਹਦੇ ਫੰਕਸ਼ਨਸ ਦੇਖੋ, ਇਹਦੇ ਵਿੱਚ ਕੀ ਕੁਝ ਹੈਗੇ ਆ, ਫੰਡਾਮੈਂਟਲਸ ਕੀ ਹੈਗੇ ਨੇ, ਉਹ ਸਾਰਾ ਕੁਝ ਦੇਖੋ, ਤੇ ਮੇਕ ਸ਼ੋਰ ਦੇਖ ਕੇ ਡਿਲੀਟ ਨਹੀਂ ਕਰਨੀ। ਉਸ ਤੋਂ ਬਾਅਦ ਉਹਨੂੰ ਪੜ੍ਹੋ ਵੀ, ਪੜ੍ਹ ਕੇ ਵਿਚਾਰੋ ਵੀ, ਵਿਚਾਰ ਕੇ ਕੁਝ ਤੁਹਾਨੂੰ ਲੱਗਦਾ ਹੈ, ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਕੋਈ ਊਨਤਾਈਆਂ ਰਹਿ ਗਈਆਂ ਹੋਣ, ਕੋਈ ਕਮੀਆਂ ਰਹਿ ਗਈਆਂ ਹੋਣ, ਕੁਝ ਹੋਰ ਐਡ ਕੀਤਾ ਜਾ ਸਕਦਾ, ਹੋਰ ਘਟਾਇਆ ਜਾ ਸਕਦਾ, ਇਹ ਸਭ ਬਾਰੇ ਤੁਸੀਂ ਫੀਡਬੈਕ ਦੇ ਸਕਦੇ ਆ। ਈਮੇਲ ਐਡਰੈਸ ਇਹਦੇ ਵਿੱਚ ਹੈਗਾ, ਫੀਡਬੈਕ ਦਾ ਆਪਸ਼ਨ ਹੈਗਾ। ਸੋ ਤੁਸੀਂ ਸਾਰਾ ਕੁਝ ਜਿਹੜਾ ਇੱਕ ਜਗ੍ਹਾ ਦੇ ਉੱਤੇ ਲੈ ਸਕਦੇ ਆ। ਪਾਠ ਕਰਨਾ ਹੋਵੇ, ਕੋਈ ਇਤਿਹਾਸ ਦੇ ਬਾਰੇ ਜਾਣਨਾ ਹੋਵੇ, ਆਡੀਓ ਵੀਡੀਓ ਹਰ ਚੀਜ਼ ਦੇ ਨਾਲ ਇਹ ਐਪ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਾਈ ਗਈ ਹੈ। 12-13 ਸਾਲ ਦੀ ਮਿਹਨਤ ਤੋਂ ਬਾਅਦ ਇਹ ਐਪ ਤੁਹਾਡੇ ਤੱਕ ਪਹੁੰਚੀ ਹੈ, ਤਾਂ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਭਾਈ ਹਰਜਿੰਦਰ ਸਿੰਘ ਰਜ਼ਾਦਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਤੇ ਉਸ ਤੋਂ ਬਾਅਦ ਇਹ ਘਰਾਂ ਘਰਾਂ ਤੱਕ ਪਹੁੰਚੇ। ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਹਨੂੰ ਦੇਖੀਏ, ਇਹ ਮਿਹਨਤ ਨੂੰ ਦੇਖੀਏ ਤੇ ਇੱਕ ਹਲੂਣਾ ਦਈਏ, ਤਾਂ ਕਿ ਇਸ ਤਰ੍ਹਾਂ ਦੇ ਕੋਸ਼ਿਸ਼ਾਂ, ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਐਪਸ ਨੂੰ ਲੈ ਕੇ, ਸਿੱਖਾਂ ਨੂੰ ਲੈ ਕੇ, ਪੰਥ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿਣ, ਤਾਂ ਕਿ ਲੋਕਾਂ ਤੱਕ ਵੱਧ ਤੋਂ ਵੱਧ ਇਨਫੋਰਮੇਸ਼ਨ ਪਹੁੰਚਦੀ ਹੋਵੇ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ TV।